ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਬਹੁਤ ਹੀ ਪਿਆਰ ਵਾਲੇ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਬਖਸ਼ਿਸ਼ ਗੁਰ ਫਤਿਹ। ਬੜੇ ਹੀ ਪਿਆਰ ਸਤਿਕਾਰ ਸਹਿਤ ਬੁਲਾਓ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅਸੀਂ ਗੁਰੂ ਚਰਨਾਂ ਦੇ ਨਾਲ ਜੁੜਨ ਵਾਸਤੇ 16 ਜੂਨ ਤੋਂ ਲਗਾਤਾਰ ਇਸ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਰਹੇ ਹਾਂ। ਬਹੁਤ ਸਾਰੇ ਬੱਚੇ ਅਤੇ ਬੱਚਿਆਂ ਦੇ ਮਾਤਾ ਪਿਤਾ ਵੀ ਆਉਂਦੇ ਰਹੇ ਨੇ, ਜਿਹੜੇ ਕਿ ਬੱਚਿਆਂ ਦੇ ਨਾਲ ਆਣ ਕੇ ਜਿਵੇਂ ਬੱਚੇ ਕਲਾਸ ਵਿੱਚ ਬੈਠਦੇ ਨੇ ਉਸੇ ਤਰ੍ਹਾਂ ਹੀ ਬੱਚਿਆਂ ਵਾਂਗ ਕਲਾਸ ਵਿੱਚ ਬੈਠ ਕੇ ਗੁਰਬਾਣੀ ਦੀ ਸੰਥਿਆ ਵੀ, ਗੁਰ ਇਤਿਹਾਸ ਤੋਂ ਜਾਣੂ ਹੋਣ ਦੀ ਜਿਹੜੀ ਕੋਸ਼ਿਸ਼ ਹੈ, ਯਤਨ ਹੈ, ਉਹ ਬੱਚੇ ਆਪ ਤੇ ਬੱਚਿਆਂ ਦੇ ਮਾਤਾ ਪਿਤਾ ਕਰਦੇ ਰਹੇ ਨੇ। ਤੇ ਇਹੀ ਇੱਕ ਨਿਸ਼ਾਨਾ ਹੈ, ਇਹੀ ਇੱਕ ਕੋਸ਼ਿਸ਼ ਹੈ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿ ਹਰ ਪਿੰਡ ਵਿੱਚ, ਹਰ ਨਗਰ ਦੇ ਵਿੱਚ ਅਸੀਂ ਯਤਨ ਕਰੀਏ ਕਿ ਘਰਾਂ ਦੇ ਅੰਦਰੋਂ ਗੁਰਮਤਿ ਦੀ ਖੁਸ਼ਬੂ ਆਵੇ। ਸਾਡੇ ਬੱਚੇ ਆਪਣੇ ਵਿਰਸੇ ਤੋਂ, ਮਹਾਨ ਸੁਨਹਿਰੀ ਇਤਿਹਾਸ ਤੋਂ ਜਾਣੂ ਹੋ ਕੇ ਆਪਣੇ ਧਰਮ ਦੇ ਉੱਪਰ ਮਾਣ ਮਹਿਸੂਸ ਕਰਨ ਕਿ ਸਾਡੇ ਵੱਡੇ, ਸਾਡੇ ਗੁਰੂ ਪਾਤਸ਼ਾਹ ਜੀ ਜਾਂ ਗੁਰੂ ਕੇ ਸਿੱਖ ਸਿੰਘ ਸ਼ਹੀਦ ਇਹਨਾਂ ਧਰਮ ਦੇ ਵਿੱਚ ਪ੍ਰਪੱਕ ਜੀਵਨ ਗੁਜ਼ਾਰਦੇ ਰਹੇ, ਇੰਨੀਆਂ ਉਹਨਾਂ ਕੁਰਬਾਨੀਆਂ ਕੀਤੀਆਂ, ਇਹਨਾਂ ਧਰਮ ਦੇ ਨਾਲ ਪਿਆਰ ਕਰਦੇ ਸਨ ਕਿ ਆਪਣੀ ਜਾਨ ਨੂੰ ਵੀ ਤੁਛ ਸਮਝ ਕੇ ਅਕਹਿ ਤੇ ਅਸਹਿ ਕਸ਼ਟ ਸਹਿ ਕੇ ਜਿਹੜੇ ਆ ਉਹ ਆਪਣੇ ਧਰਮ ਤੋਂ ਕੁਰਬਾਨ ਹੋ ਜਾਂਦੇ ਸਨ। ਇਸੇ ਤਰ੍ਹਾਂ ਜਿਵੇਂ ਇਤਿਹਾਸ ਨੂੰ ਸੁਣ ਕੇ ਬੱਚੇ ਫਖਰ ਮਹਿਸੂਸ ਕਰਨ, ਇਸੇ ਤਰ੍ਹਾਂ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਪਿਆਰ ਪਾਉਣ ਵਾਸਤੇ, ਉਸ ਅਕਾਲ ਪੁਰਖ ਦੇ ਨਾਲ ਨੇੜਤਾ ਪ੍ਰਾਪਤ ਕਰਨ ਵਾਸਤੇ, ਸੁਚੱਜੀ ਜੀਵਨ ਜਾਚ ਸਿੱਖਣ ਵਾਸਤੇ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੀ ਸੰਥਿਆ ਹਰ ਰੋਜ਼ ਬੱਚੇ ਪ੍ਰਾਪਤ ਕਰਦੇ ਰਹੇ। ਯਤਨ ਕੀਤਾ ਗਿਆ ਗੁਰਬਾਣੀ ਦੀਆਂ ਲਗਾ ਮਾਤਰਾ ਤੋਂ, ਗੁਰਬਾਣੀ ਦੇ ਜਿਹੜੇ ਵਿਆਕਰਣਕ ਭੇਦ ਨੇ ਉਹਨਾਂ ਤੋਂ ਬੱਚਿਆਂ ਨੂੰ ਜਾਣੂ ਕਰਾਇਆ ਜਾਵੇ। ਸੋ ਬੱਚਿਆਂ ਨੇ ਬਹੁਤ ਹੀ ਵਧੀਆ ਰਿਜ਼ਲਟ ਦਿੱਤਾ। ਲਗਭਗ 5-6 ਦਿਨ ਕਲਾਸ ਲੱਗੀ, ਕਿਉਂਕਿ ਇਹਨਾਂ ਦਾ ਟੈਸਟ ਵੀ ਹੋਇਆ, ਉਹ ਵੀ ਵਿੱਚੋਂ ਦਿਨ ਨਿਕਲਿਆ। ਇਸ ਕਰਕੇ ਬਹੁਤ ਥੋੜੇ ਸਮੇਂ ਦੇ ਅੰਦਰ, ਥੋੜੇ ਦਿਨਾਂ ਦੇ ਅੰਦਰ ਬੱਚਿਆਂ ਨੇ ਹੈਰਾਨੀਜਨਕ ਜਿਹੜੀ ਹੈ ਉਹ ਪ੍ਰੋਗਰੈਸ ਦਿਖਾਈ ਹੈ। ਜਿਹੜੇ ਬੱਚੇ ਬਿਲਕੁਲ ਜ਼ੀਰੋ ਤੇ ਸਨ, ਕੁਝ ਵੀ ਬੋਲਦੇ ਨਹੀਂ ਸਨ, ਜਦੋਂ ਅਸੀਂ ਟੈਸਟ ਲੈ ਰਹੇ ਸਾਂ, ਮੈਂ ਤੇ ਦਿਲਬਾਗ ਸਿੰਘ ਮੇਰੇ ਕੋਲ ਸੀ, ਅਸੀਂ ਹੈਰਾਨ ਹੋ ਰਹੇ ਸਾਂ ਕਿ ਜਦੋਂ ਬੱਚਾ ਆਉਂਦਾ ਸੀ, ਜਿਸ ਦਿਨ ਆਏ ਸਨ, ਕੁਝ ਵੀ ਨਹੀਂ ਸਨ ਜਾਣਦੇ, ਪਰ ਕੱਲ ਜੋ ਉਹਨਾਂ ਨੇ ਸੁਣਾਇਆ, ਬਿਲਕੁਲ ਜੋ ਟੈਸਟ ਵਿੱਚ ਪੁੱਛ ਰਹੇ ਸਨ, ਬੇਝਿਜਕ ਹੋ ਕੇ ਬਹੁਤ ਵਧੀਆ ਉੱਤਰ ਦੇ ਰਹੇ ਸਨ। ਤੇ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਬੱਚੇ ਜਦੋਂ ਮਾਰਕਸ ਖੜਦੇ ਨੇ ਕੁਝ ਨਾ ਕੁਝ ਘਟ ਜਾਂਦੇ ਨੇ, ਪਰ ਇਹੋ ਜਿਹੇ ਬੱਚੇ ਜਿਹੜੇ 100% ਰਿਜ਼ਲਟ ਦਿੱਤਾ, ਜੇ 75 ਨੰਬਰਾਂ ਵਿੱਚੋਂ ਉਹਨਾਂ ਨੂੰ ਪੇਪਰ ਪਾਇਆ ਤੇ 75 ਨੰਬਰ ਲੈ ਕੇ ਬੱਚਾ ਫਸਟ ਆ ਰਿਹਾ, ਤੇ ਦੂਸਰੇ ਬੱਚੇ ਦਾ ਕੋਈ ਅੰਤਰ ਨਹੀਂ ਕਿ ਬਹੁਤ 5-6 ਨੰਬਰਾਂ ਦੇ ਨਾਲ ਪਿੱਛੇ ਚਲੇ ਗਿਆ, ਦੂਸਰੀ ਪੋਜੀਸ਼ਨ ਵਾਲਾ ਨਹੀਂ, ਕੇਵਲ 1 ਨੰਬਰ ਦੇ ਫਰਕ ਦੇ ਨਾਲ ਦੂਸਰਾ ਵਿਦਿਆਰਥੀ ਜਿਹੜਾ ਸੈਕੰਡ ਪੋਜੀਸ਼ਨ ਪ੍ਰਾਪਤ ਕਰ ਰਿਹਾ। ਬਹੁਤ ਹਾਰਡ ਕੰਪੀਟੀਸ਼ਨ, ਬਹੁਤ ਵਧੀਆ ਉਹਨਾਂ ਦੀ ਜਿਹੜੀ ਹੈ ਉਹ ਇਤਿਹਾਸ ਨੂੰ, ਗੁਰਬਾਣੀ ਸੰਥਿਆ ਵਿੱਚ ਰਹਿਤ ਮਰਿਆਦਾ ਬਾਰੇ ਸਿੱਖਣ ਦੀ ਜਿਹੜੀ ਭਾਵਨਾ ਸੀ। ਛੋਟੇ ਬੱਚਿਆਂ ਨੇ ਵੀ ਕਮਾਲ ਕੀਤੀ। ਜਿਹੜੇ ਛੋਟੇ ਬੱਚੇ ਸਨ ਉਹਨਾਂ ਦਾ 50 ਨੰਬਰ ਦੇ ਵਿੱਚੋਂ ਪੇਪਰ ਸੀ, ਤੇ ਜਿਹਦੇ ਵਿੱਚੋਂ 48 ਨੰਬਰ ਲੈ ਕੇ 3 ਬੱਚੇ ਜਿਹੜੇ ਆ ਉਹ ਬਿਲਕੁਲ ਬਰਾਬਰ ਆ ਗਏ। ਫਿਰ ਉਹਨਾਂ 3 ਬੱਚਿਆਂ ਦਾ ਟੈਸਟ ਦੁਬਾਰਾ ਲਿਆ ਗਿਆ, 25 ਨੰਬਰ ਦਾ ਟੈਸਟ ਦੁਬਾਰਾ ਲਿਆ ਗਿਆ, ਜਿਹਦੇ ਵਿੱਚੋਂ ਫਿਰ ਉਹਨਾਂ ਨੇ ਪੋਜੀਸ਼ਨਾਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ। ਇਸ ਕਰਕੇ ਸਾਨੂੰ ਆਪ ਨੂੰ ਬੜਾ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜੋ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਡੀਆਂ ਸੇਵਾਵਾਂ ਲੱਗੀਆਂ ਪਿੰਡਾਂ ਦੇ ਵਿੱਚ, ਤੇ ਉਨੀ ਖੁਸ਼ੀ ਕਿਸੇ ਵੱਡੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰ ਕੇ ਨਹੀਂ ਹੁੰਦੀ, ਜਿੰਨੀ ਖੁਸ਼ੀ ਬੱਚਿਆਂ ਦੇ ਨਾਲ ਗੁਰਮਤਿ ਕਲਾਸਾਂ ਵਿੱਚ, ਗੁਰਮਤਿ ਸਿੱਖਿਆ ਕੈਂਪ ਵਿੱਚ
ਬੱਚਿਆਂ ਦੀਆਂ ਕਲਾਸਾਂ ਲਾ ਕੇ ਬੱਚਿਆਂ ਨੂੰ ਪੜ੍ਹਾ ਕੇ ਪ੍ਰਸੰਨਤਾ ਹੁੰਦੀ ਹੈ, ਕਿਉਂਕਿ ਬੱਚੇ ਸਿੱਖਣ ਦੀ ਭਾਵਨਾ ਰੱਖਦੇ ਨੇ, ਬੱਚੇ ਅੱਗੇ ਵਧਣ ਦੀ ਭਾਵਨਾ ਰੱਖਦੇ ਨੇ। ਇਸ ਕਰਕੇ ਅੱਜ ਇਹ ਬੱਚਿਆਂ ਦਾ ਅੱਜ ਦਾ ਦਿਨ ਇਹ ਗੁਰਦੁਆਰਾ ਪੱਤੀ ਚੰਦੋਕੀ ਪਿੰਡ ਦੌਲੋ ਨੰਗਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਜੋ ਇਹਨਾਂ ਛੁੱਟੀਆਂ ਦਾ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਡੇ ਤੀਸਰੇ ਗੁਰਮਤਿ ਸਿੱਖਿਆ ਕੈਂਪ ਦੀ ਜਿਹੜੀ ਹੈ ਉਹ ਸਮਾਪਤੀ ਹੋ ਰਹੀ ਹੈ। ਪਹਿਲਾ ਗੁਰਮਤਿ ਸਿੱਖਿਆ ਕੈਂਪ ਵਡਾਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਲੱਗਾ। ਉਹਦੇ ਤੋਂ ਬਾਅਦ ਦੂਸਰਾ ਸਿੱਖਿਆ ਕੈਂਪ ਨਗਰ ਬਾਲਸਰਾਏ ਵਿਖੇ ਲੱਗਾ ਤੇ ਤੀਸਰਾ ਕੈਂਪ ਜਿਹੜਾ ਹੈ ਆਪ ਦੇ ਨਗਰ ਵਿਖੇ ਇਹ ਅੱਜ ਸਮਾਪਤ ਹੋ ਰਿਹਾ ਹੈ। ਤੇ ਇਸ ਤੋਂ ਬਾਅਦ ਕੱਲ ਨੂੰ ਗੁਰਦੁਆਰਾ ਸ਼ੀਨੇ ਮਾਨ ਪੱਤੀ ਰਈਆ ਵਿਖੇ ਜਿਹੜਾ ਗੁਰਮਤਿ ਸਿੱਖਿਆ ਕੈਂਪ ਆਰੰਭ ਹੋਵੇਗਾ, ਜੋ ਨਿਰੰਤਰ 30 ਤਰੀਕ ਤੱਕ ਚੱਲੇਗਾ। ਇਸ ਦੇ ਨਾਲ ਨਾਲ ਬਹੁਤ ਸਾਰੇ ਨਗਰਾਂ ਵਾਲੇ ਜਿਵੇਂ ਨਗਰ ਪਿੰਡ ਜੋਧੇ ਜਾਂ ਪਿੰਡ ਸੁਧਾਰ ਰਾਜਪੂਤਾਂ ਜਾਂ ਪਿੰਡ ਟਗਾਪੁਰ, ਬਹੁਤ ਸਾਰੇ ਪਿੰਡਾਂ ਦੇ ਪ੍ਰਬੰਧਕ ਜਿਹੜੇ ਉਹ ਸੰਪਰਕ ਕਰ ਰਹੇ ਨੇ ਕਿ ਸਾਡੇ ਨਗਰ ਵਿੱਚ ਵੀ ਜਿਹੜਾ ਹੈ ਉਹ ਗੁਰਮਤਿ ਸਿੱਖਿਆ ਕੈਂਪ ਲਾਇਆ ਜਾਵੇ। ਸੋ ਧਰਮ ਪ੍ਰਚਾਰ ਕਮੇਟੀ ਵੱਲੋਂ ਜਿੱਥੇ ਦਾਸਰਿਆਂ ਦੀਆਂ ਸੇਵਾਵਾਂ ਲੱਗੀਆਂ ਗਿਆਨੀ ਦਿਲਬਾਗ ਸਿੰਘ ਜੀ ਕਾਲੇ ਕੇ ਕਵਿਸ਼ਰੀ ਜਥਾ, ਉੱਥੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਸਰਕਲ ਬਾਬਾ ਬਕਾਲਾ ਜੋ ਹੈ ਉਹਨਾਂ ਦੇ ਵੀਰ ਵੀ ਸਾਡੇ ਨਾਲ ਲਗਾਤਾਰ ਸੇਵਾਵਾਂ ਨਿਭਾਉਂਦੇ ਰਹੇ। ਡਾਕਟਰ ਇੰਦਰਜੀਤ ਸਿੰਘ ਜੀ ਜੱਲੂਵਾਲ, ਡਾਕਟਰ ਕੁਲਵੰਤ ਸਿੰਘ ਜੀ ਨਾਥਦੀ ਖੂਹੀ ਵਾਲੇ, ਇਸ ਤਰ੍ਹਾਂ ਉਹਨਾਂ ਨੇ ਬੜਾ ਵੱਡਾ ਸਾਨੂੰ ਹਰ ਕੈਂਪ ਦੇ ਵਿੱਚ ਸਹਿਯੋਗ ਦਿੱਤਾ ਹੈ। ਸੋ ਅੱਜ ਦਾ ਇਹ ਸਮਾਗਮ ਆਪਾਂ ਆਰੰਭ ਕਰ ਰਹੇ ਹਾਂ। ਜਿਵੇਂ ਗੁਰੂ ਘਰ ਦੀ ਮਰਿਆਦਾ ਹੈ, ਆਰੰਭਤਾ ਉਸ ਪਰਮੇਸ਼ਰ ਦੀ ਯਾਦ ਵਿੱਚ ਇਲਾਹੀ ਬਾਣੀ ਦੇ ਕੀਰਤਨ ਨਾਲ ਹੁੰਦੀ ਹੈ। ਸੋ ਅੱਜ ਵੀ ਬੱਚੇ ਜੋ ਕੀਰਤਨ ਕਰਨ ਦੀ ਚਾਹ ਮਨ ਵਿੱਚ ਰੱਖਦੇ ਨੇ, ਕਾਕਾ ਪਨਮਦੀਪ ਸਿੰਘ ਅਤੇ ਕਾਕਾ ਕੰਵਰ ਪ੍ਰਤਾਪ ਸਿੰਘ, ਇਹ ਦੋ ਸ਼ਬਦ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਉਸ ਤੋਂ ਬਾਅਦ ਜੋ ਬੱਚਿਆਂ ਨੇ ਸਿਖਲਾਈ ਪ੍ਰਾਪਤ ਕੀਤੀ, ਕੋਈ ਬੱਚਾ ਕਵਿਤਾ ਆਪ ਜੀ ਨੂੰ ਸਰਵਣ ਕਰਾਏਗਾ, ਕੋਈ ਬੱਚਾ ਆਪ ਜੀ ਨੂੰ ਧਾਰਮਿਕ ਗੀਤ ਸਰਵਣ ਕਰਾਏਗਾ। ਤੇ ਇਸ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਕਾਲੇ ਕੇ, ਉਹਨਾਂ ਦੇ ਸਾਥੀ ਗਿਆਨੀ ਸੁਬੇਗ ਸਿੰਘ ਜੀ, ਗਿਆਨੀ ਪੰਥਪ੍ਰੀਤ ਸਿੰਘ ਜੀ ਵੀ ਪਹੁੰਚੇ ਨੇ। ਉਹ ਵੀ ਇੱਕ ਵੰਨਗੀ ਮਾਤਰ ਕਵਿਸ਼ਰੀ ਬੱਚਿਆਂ ਨੂੰ ਸਰਵਣ ਕਰਾਉਣਗੇ। ਸੋ ਅਸੀਂ ਬੜੇ ਪਿਆਰ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਸਾਰਿਆਂ ਨੇ ਹਾਜ਼ਰੀ ਭਰਨੀ ਇਕਾਗਰਤਾ ਦੇ ਨਾਲ, ਤੇ ਯਤਨ ਕੀਤਾ ਜਾਵੇਗਾ ਕਿ ਸਾਰਾ ਕੁਝ ਬੱਚੇ ਹੀ, ਅਰਦਾਸ ਵੀ ਬੱਚੇ ਕਰਨ, ਹੁਕਮਨਾਮਾ ਵੀ ਬੱਚੇ ਲੈਣ। ਤੇ ਮੈਂ ਧੰਨਵਾਦ ਕਰਾਂਗਾ ਸਾਡੇ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਜੀ, ਜਿਹੜੇ ਇਸ ਗੁਰ ਅਸਥਾਨ ਦੇ ਪ੍ਰਬੰਧਕ ਨੇ, ਪ੍ਰਧਾਨ ਨੇ, ਅਤੇ ਹਰ ਰੋਜ਼ ਇਸ ਕੈਂਪ ਵਿੱਚ ਹਾਜ਼ਰੀ ਭਰੀ ਉਹਨਾਂ ਨੇ। ਤੇ ਬੱਚਿਆਂ ਦੇ ਜਲ ਪਾਣੀ ਵਾਸਤੇ, ਉਹਨਾਂ ਨੂੰ ਕੁਝ ਨਾ ਕੁਝ ਉਤਸ਼ਾਹ ਵਧਾਉਣ ਵਾਸਤੇ, ਸਿਖਾਉਣ ਵਾਸਤੇ ਹਰ ਰੋਜ਼ ਨਵੇਂ ਤੋਂ ਨਵਾਂ ਪ੍ਰਬੰਧ ਕਰਦੇ ਰਹੇ। ਸੋ ਅਸੀਂ ਸਾਰੇ ਹੀ ਇਸ ਕੈਂਪ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਾਂ। ਸੋ ਆਓ ਕਾਕਾ ਪਨਮਦੀਪ ਸਿੰਘ ਅਤੇ ਕੰਵਰ ਪ੍ਰਤਾਪ ਸਿੰਘ ਦੇ ਕੋਲੋਂ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਕੇ ਵਡਭਾਗੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दीन दयाल परोसे तेरे, दीन दयाल परोसे तेरे, सब परिवार चढ़ाया बेड़े, सब परिवार चढ़ाया बेड़े। दीन दयाल परोसे तेरे, दीन दयाल परोसे तेरे। राम जपो जी ऐसे ऐसे, राम जपो जी ऐसे ऐसे, तू प्रहलाद जपो हर जैसे, तू प्रहलाद जपो हर जैसे।
दीन दयाल परोसे तेरे, दीन दयाल परोसे तेरे। जातिस पावे ता हुक्म मनावे, जातिस पावे ता हुक्म मनावे, इस बेड़े को पार लंघावे, इस बेड़े को पार लंघावे। दीन दयाल परोसे तेरे, दीन दयाल परोसे तेरे। गुर प्रसाद ऐसी बोध समानी, ऐसी बोध समानी, चूक गई फिर आवन जानी, चूक गई फिर आवन जानी। दीन दयाल परोसे तेरे, दीन दयाल परोसे तेरे। कहो कबीर आज सारंग पानी, कहो कबीर आज सारंग पानी, और बार पार सब एको दानी, और बार पार सब एको दानी। दीन दयाल परोसे तेरे, दीन दयाल परोसे तेरे। सब परिवार चढ़ाया बेड़े, सब परिवार चढ़ाया बेड़े। दीन दयाल परोसे तेरे, दीन दयाल परोसे तेरे। कहो कबीर पाज सारंग पानी, कहो कबीर पाज सारंग पानी, और वार पार सब एको दानी, और वार पार सब एको दानी। दीन दयाल परोसे तेरे, दीन दयाल परोसे तेरे। दीन दयाल परोसे तेरे, दीन दयाल, दीन दयाल, दीन दयाल परोसे तेरे।
राखा एक हमारा स्वामी सगल घटा का अंतर जामी राखा एक हमारा स्वामी सगल घटा का अंतर जामी बैठत सुखिया पौ नहीं लागे जा ऐसे बुझिया उठत सुखिया बैठत सुखिया पौ नहीं लागे जा ऐसे बुझिया राखा एक हमारा स्वामी सगल घटा का अंतर जामी राखा एक हमारा स्वामी सगल घटा का अंतर जामी सोए अचिंता जागे अचिंता जहाँ कहाँ प्रभु तू वर तंता राखा एक हमारा स्वामी सगल घटा का अंतर जामी राखा एक हमारा स्वामी सगल घटा का अंतर जामी कर सुख वसया बाहर सुख पाया कहो नानक गुर मंत्र निड़ाया राखा एक हमारा स्वामी सगल घटा का अंतर जामी राखा एक हमारा स्वामी सगल घटा का अंतर जामी उठत सुखिया बैठत सुखिया कौन ही लागे जा ऐसे बुझिया राखा हमारा स्वामी सगल घटा का अंतर जामी सोए अचिंता जागे अचिंता जहाँ तहाँ प्रभु तू वर तंता राखा एक हमारा स्वामी सगल घटा का अंतर जामी कर सुख वसया बाहर सुख पाया कहो नानक गुर मंत्र डराया राखा एक हमारा स्वामी सगल घटा का अंतर जामी राखा एक हमारा स्वामी सगल घटा का अंतर जामी सगल घटा का अंतर जामी सगल घटा का अंतर जामी सगल घटा का अंतर जामी। वाहिगुरु जी का खालसा वाहिगुरु जी की ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਛੋਟੇ ਬੱਚਿਆਂ ਦਾ ਕਵੀ ਆਪਣਾ ਰਾਗੀ ਜਥਾ ਕਾਕਾ ਪਵਨਦੀਪ ਸਿੰਘ ਕਵਰ ਪ੍ਰਤਾਪ ਸਿੰਘ। ਇਹ ਦੋ ਸਾਥੀ ਨੇ। ਜਿੰਨੀ ਕਿ ਸੰਗਤ ਆਈ ਇੱਥੇ ਭੈਣਾਂ ਆਈਆਂ ਨੇ, ਮੈਂ ਕਹਾਂਗਾ ਨਾ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਵੀ ਬੱਚਿਆਂ ਨੂੰ ਤੁਸੀਂ ਇਸ ਪਾਸੇ ਕੀਰਤਨ ਵਾਲੇ ਪਾਸੇ ਲਾਓ। ਜ਼ਰੂਰੀ ਨਹੀਂ ਕਿ ਆਪਾਂ ਸਾਰੀ ਉਮਰ ਬੱਚਿਆਂ ਕੋਲ ਇਹੀ ਕੰਮ ਕਰਾਉਣਾ, ਪਰ ਬੱਚਿਆਂ ਨੂੰ ਗੁਰਸਿੱਖੀ ਨਾਲ ਜੁੜਨਾ ਜਿਹੜਾ ਨਾ ਉਹ ਬਹੁਤ ਵਧੀਆ ਗੱਲ ਹੈ। ਜੇ ਬੱਚੇ ਸਾਡੀ ਸਿੱਖੀ ਨਾਲ ਜੁੜਨਗੇ ਤਾਂ ਹੀ ਸਾਨੂੰ ਸੁੱਖ ਮਿਲ ਸਕਦਾ ਹੈ। ਇਸ ਕਰਕੇ ਕਈਆਂ ਭੈਣਾਂ ਦੀ ਮਨ ਦੀ ਵਿਚਾਰ ਹੁੰਦੀ ਹੈ ਕਿ ਅਸੀਂ ਕਿਹੜਾ ਤੈਨੂੰ ਖੰਡ ਪਾਠੀ ਲਾਉਣਾ,
ਅਸੀਂ ਕਿਉਂ ਕੇਸ ਰੱਖਣੇ ਆ। ਕੇਸ ਖੰਡ ਪਾਠੀ ਲੱਗਣ ਵਾਸਤੇ ਨਹੀਂ ਰੱਖੇ ਜਾਂਦੇ, ਕੇਸ ਤਾਂ ਗੁਰੂ ਦੀ ਮੋਹਰ ਹੈ ਜਿਹੜੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਸਜਾ ਕੇ ਇਸ ਪੰਥ ਦੀ ਸਿਰਜਣਾ ਕਰਕੇ ਇੱਕ ਵੱਖਰੀ ਦਿੱਖ ਸਿੱਖ ਕੌਮ ਵਾਸਤੇ ਰੱਖੀ ਸੀ ਕਿ ਲੱਖਾਂ ਕਰੋੜਾਂ ਵਿੱਚ ਵੀ ਕੋਈ ਗੁਰਸਿੱਖ ਬੈਠਾ ਹੋਵੇ ਤਾਂ ਉਹਦੀ ਪਛਾਣ ਆ ਸਕੇ ਕਿ ਇਹ ਗੁਰੂ ਦਾ ਸਿੱਖ ਹੈ। ਨਹੀਂ ਤੇ ਜੇ ਵਾਲ ਕੱਟੇ ਹੋਣ ਤੇ ਪਤਾ ਨਹੀਂ ਲੱਗਣਾ ਕਿ ਇਹ ਸਿੱਖ ਹੈ ਜਾਂ ਗੈਰ ਸਿੱਖ ਹੈ। ਇਸ ਕਰਕੇ ਸਿੱਖੀ ਦੀ ਨਿਸ਼ਾਨੀ ਹੈ। ਇਸ ਕਰਕੇ ਇਹ ਨਹੀਂਗਾ ਕਿ ਆਪਾਂ ਅਖੰਡ ਪਾਠੀ ਲਾਉਣ ਵਾਸਤੇ ਹੀ ਕੇਸ ਰੱਖਣੇ ਜਾਂ ਕੀਰਤਨ ਕਰਾਉਣ ਵਾਸਤੇ ਕੇਸ ਰੱਖਣੇ ਆ। ਜੇ ਆਪਣੇ ਬੱਚੇ ਕੀਰਤਨ ਨਾਲ ਗੁਰਬਾਣੀ ਨਾਲ ਜੁੜਨਗੇ, ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਜਾਣਕਾਰੀ ਮਿਲੇਗੀ ਕਿ ਸਾਡਾ ਇਤਿਹਾਸ ਕੀ ਹੈ, ਸਾਡੇ ਵੱਡ ਵਡੇਰਿਆਂ ਨੇ ਸਾਡੇ ਪ੍ਰਤੀ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਇਸ ਕਰਕੇ ਇਹ ਬੱਚਿਆਂ ਦੋ ਸਿੰਘਾਂ ਦਾ ਜਥਾ ਹੈ। ਮੈਂ ਬੇਨਤੀ ਕਰਾਂਗਾ ਭੈਣਾਂ ਨੂੰ ਕਿ ਆਪਣੇ ਵੀ ਕਿਸੇ ਬੱਚੇ ਨੂੰ ਇਹਨਾਂ ਬੱਚਿਆਂ ਦੇ ਨਾਲ ਕੀਰਤਨ ਦੇ ਵਿੱਚ ਸ਼ਾਮਲ ਕਰੋ ਤਾਂ ਕਿ ਇਹ ਤੁਹਾਡੇ ਨਗਰ ਦਾ ਇੱਕ ਛੋਟਾ ਜਿਹਾ ਨੰਨਾ ਮੁੰਨਾ ਜਥਾ, ਰਾਗੀ ਜਥਾ ਜਿਹੜਾ ਤਿਆਰ ਹੋ ਜਾਵੇ। ਤੇ ਜੇ ਕਿਸੇ ਦੇ ਘਰ ਵੀ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਜਾਂ ਸੁਖਮਨੀ ਸਾਹਿਬ ਦਾ, ਉਹ ਹਰ ਘਰ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਬੱਚਿਆਂ ਕੋਲੋਂ ਇੱਕ ਸ਼ਬਦ ਦੀ ਹਾਜ਼ਰੀ ਜ਼ਰੂਰ ਲਵਾਇਆ ਕਰੋ, ਕਿਉਂਕਿ ਬੱਚਿਆਂ ਨੂੰ ਬੋਲਣ ਦਾ, ਇਹਨਾਂ ਦਾ ਮਨ ਦੇ ਵਿੱਚ ਉਤਸ਼ਾਹ ਜਿਹੜਾ ਹੁੰਦਾ ਨਾ, ਚਾਅ ਪੈਦਾ ਹੁੰਦਾ ਹਰ ਬੱਚੇ ਦਾ, ਫਿਰ ਵੇਖ ਵੇਖ ਕੇ ਇੱਕ ਦੂਜੇ ਵੱਲ ਲੱਗਣ ਲੱਗਦੀ ਹੈ। ਇਸ ਬੇਨਤੀ ਨੂੰ ਪ੍ਰਵਾਨ ਕਰਨਾ। ਹੁਣ ਅੱਗੇ ਅਰਦਾਸ ਦੀ ਕਵਿਤਾ ਚ ਕਵਿਤਾ ਵਾਲਾ ਗੁਰਸਿਮਰਨ। ਹੁਣ ਤੁਹਾਡੇ ਸਾਹਮਣੇ ਛੋਟੇ ਬੱਚੇ ਗੁਰਸਿਮਰਨ ਸਿੰਘ, ਗੁਰਸੇਵਕ ਸਿੰਘ ਇਹ ਆਪਣੀ ਕਵਿਤਾ ਲੈ ਕੇ ਆ ਰਹੇ ਨੇ। ਆਓ ਤੁਸੀਂ ਹੁਣ ਇਹਨਾਂ ਨੂੰ ਸਰਵਣ ਕਰੋ। ਅਗਲਾ ਪ੍ਰੋਗਰਾਮ ਫਿਰ ਬਾਅਦ 'ਚ ਦੱਸਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਾਂ ਕਲਗੀਧਰ ਦੇ ਲਾਲ, ਉੱਚੇ ਸੁੱਚੇ ਸਾਡੇ ਖਿਆਲ, ਖੰਡੇ ਦਾ ਅਸੀਂ ਅੰਮ੍ਰਿਤ ਛਕਿਆ ਜਿਸ ਦਾ ਅੰਤ ਨਾ ਜਾਈ ਲਖਿਆ। ਕੜਾਕ ਸ਼ਹਿਰਾ ਤੇ ਕਿਰਪਾਨ ਜੋ ਕਿ ਸਿੱਖੀ ਦੀ ਹੈ ਸ਼ਾਨ, ਕਰੀਏ ਕੇਸਾਂ ਦਾ ਸਤਿਕਾਰ, ਕੰਘਾ ਰੱਖੀਏ ਕੇਸਾਂ ਵਿਚਕਾਰ। ਅੰਮ੍ਰਿਤ ਵੇਲੇ ਉੱਠ ਕੇ ਤੜਕੇ ਜਪਜੀ ਜਾਪ ਸਵਈਆ ਪੜ ਕੇ, ਸ਼ਾਮੀ ਰਹਿਰਾਸ ਸੋਦਰ ਦਾ ਪਾਠ, ਸਹੇਲਾ ਬਾਣੀ ਪੜੀਏ ਰਾਤ। ਗੁਰਬਾਣੀ ਵਿੱਚ ਧਿਆਨ ਲਗਾਈਏ, ਵਾਹਿਗੁਰੂ ਵਾਹਿਗੁਰੂ ਮੁਖੋਂ ਧਿਆਈਏ। ਗੁਰਮਤਿ ਛਕੇ ਅਸੀਂ ਸਿਖਾਉਣੀ, ਅੰਮ੍ਰਿਤ ਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਗਲੇ ਬੱਚੇ ਅਵੀਦੀਪ ਸਿੰਘ ਤੇ ਵੰਸ਼ਦੀਪ ਸਿੰਘ ਉਹ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਜਿਹੜੀ ਵੀ ਕਿਸੇ ਦੀ ਇਹਨਾਂ ਬਿਨਾਂ ਕਿ ਬੱਚਾ ਹੋ ਗਿਆ, ਇਹਨਾਂ ਦੇ ਉਹੀ ਰਾਈਟਿੰਗ ਹੈ। ਅੱਛਾ, ਕਿ ਕੋਮਲ ਵੀ ਇਹ ਸਰਬਦਿਆਲ। ਇਹਨਾਂ ਤੋਂ ਪਹਿਲਾਂ ਮੈਂ ਸਰਬਦਿਆਲ ਨੂੰ ਬੇਨਤੀ ਕਰਾਂਗਾ ਕਿ ਸਰਬਦਿਆਲ ਸਿੰਘ ਬੇਟਾ ਜਿਹੜਾ ਉਹ ਆਣ ਕੇ ਆਪਣੀ ਕਵਿਤਾ ਪੇਸ਼ ਕਰੇ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦੋ ਅੰਮ੍ਰਿਤ ਵੇਲੇ ਉੱਠ ਕਰੋ, ਤਿੰਨ ਚਾਰ ਵਾਹਿਗੁਰੂ ਜੀ ਕੀ ਫਤਿਹ ਵਿਚਾਰ। ਪੰਜ ਛੇ हरि का नाम सदा ले, 7 8 हाथ करी ना बोलो तेल मत। 9 10 सिमर करके सुखी वास। वाहिगुरु जी का खालसा, वाहिगुरु जी की फतेह। ਤੁਸੀਂ ਸਰਬਦਿਆਲ ਸਿੰਘ ਕੋਲੋਂ ਕਵਿਤਾ ਸਰਵਣ ਕੀਤੀ ਹੈ। ਹੁਣ ਅਗਲੇ ਬੱਚੇ ਅਵੀਦੀਪ ਤੇ ਵੰਸ਼ਦੀਪ ਸਿੰਘ ਉਹ ਆਪਣੀ ਕਵਿਤਾ ਜਿਹੜੀ ਪਹਿਲਾਂ ਇੱਕ ਬੱਚਾ ਬੋਲ ਕੇ ਗਿਆ ਨਾ, ਦੋ ਜਣੇ ਉਹੀ ਉਹਨਾਂ ਨੇ ਕਵਿਤਾ ਬੋਲਣੀ, ਇਸ ਕਰਕੇ ਅਸੀਂ ਵਿੱਚ ਸਰਬਦਿਆਲ ਦਾ ਟਾਈਮ ਰੱਖ ਲਿਆ। ਆਓ ਤੁਸੀਂ ਹੁਣ ਬੱਚਿਆਂ ਨੂੰ ਸਰਵਣ ਕਰੋ। ਅਵੀਦੀਪ ਸਿੰਘ ਤੇ ਵੰਸ਼ਦੀਪ ਸਿੰਘ ਦੇ ਕੋਲੋਂ ਕਵਿਤਾ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਾਂ ਕਲਗੀਧਰ ਦੇ ਲਾਲ, ਉੱਚੇ ਸੁੱਚੇ ਸਾਡੇ ਖਿਆਲ, ਖੰਡੇ ਦਾ ਅਸੀਂ ਅੰਮ੍ਰਿਤ ਛਕਿਆ ਜਿਸ ਦਾ ਅੰਤ ਨਾ ਜਾਈ ਲਖਿਆ। ਕੜਾਕ ਸ਼ਹਿਰਾ ਤੇ ਕੜਪਾਨ ਜੋ ਕਿ ਸਿੱਖੀ ਦੀ ਹੈ ਸ਼ਾਨ, ਕਰੀਏ ਕੇਸਾਂ ਦਾ ਸਤਿਕਾਰ, ਕੰਘਾ ਰੱਖੀਏ ਕੇਸਾਂ ਵਿਚਕਾਰ। ਅੰਮ੍ਰਿਤ ਵੇਲੇ ਤੜਕੇ ਉੱਠ ਕੇ ਜਪਜੀ ਜਾਪ ਸਵਈਏ ਪੜ ਕੇ, ਰਹਿਰਾ ਸਾਮੀ ਸੋਦਰ ਦਾ ਪਾਠ, ਸਹੇਲਾ ਬਾਣੀ ਪੜੀਏ ਰਾਤ। ਗੁਰਬਾਣੀ ਵਿੱਚ ਧਿਆਨ ਲਗਾਈਏ, ਵਾਹਿਗੁਰੂ ਵਾਹਿਗੁਰੂ ਮੁਖੋਂ ਧਿਆਈਏ। ਗੁਰਮੰਤਰ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤ ਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਪ੍ਰਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਬੱਚੇ ਬੇਟੀ ਹੈ ਕੋਮਲਪ੍ਰੀਤ ਕੌਰ, ਉਹ ਆਪਣੀ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ। ਆਓ ਇਹਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ। ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੀ ਹੈ। ਉਹ ਜਾ ਕੇ ਪੁੱਛ ਲੋ ਕੰਸਰ ਹੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਮੀਰ ਮੰਨੂ ਨੇ ਵਾਡੀਆਂ ਲੱਖ ਪਾਈਆਂ, ਮੀਰ ਮੰਨੂ ਨੇ ਵਾਡੀਆਂ ਲੱਖ ਪਾਈਆਂ, ਅਸੀਂ ਫਿਰ ਵੀ ਖਿੜੇ ਗੁਲਜ਼ਾਰ ਵਾਂਗੂ, ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ, ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ। ਬੰਦ ਬੰਦ ਵੀ ਕਟਵਾ ਕੇ ਵੇਖ ਚੁੱਕੇ, ਫੁੱਲ ਮਹਿਕਣੋਂ ਵੀ ਜਰਾ ਨਾ ਬੰਦ ਹੋਏ। ਚਾਰ ਚ ਰੱਖੜੀ ਪਰਖਦੇ ਯੋਧਿਆਂ ਨੂੰ, ਸਾਡੇ ਕੱਦ ਸੀ ਹੋਰ ਬੁਲੰਦ ਹੋਏ, ਸਾਡੇ ਕੱਦ ਸੀ ਹੋਰ ਬੁਲੰਦ ਹੋਏ। ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਡੱਕਰੇ ਝੋਲੀ ਪਾਉਂਦੀਆਂ ਨੇ, ਉੱਚੇ ਸੁੱਟ ਕੇ ਬੱਚੇ ਨੇਜਿਆਂ ਤੇ, ਮਾਵਾਂ ਭੋਰਾ ਵੀ ਨਹੀਂ ਘਬਰਾਉਂਦੀਆਂ ਨੇ, ਮਾਵਾਂ ਭੋਰਾ ਵੀ ਨਹੀਂ ਘਬਰਾਉਂਦੀਆਂ ਨੇ। ਇਸ ਮਿੱਟੀ ਨਾਲ ਹੈ ਮੋਹ ਸਾਨੂੰ, ਨਾਲ ਇਸ ਨੂੰ ਲਹੂ ਦੇ ਰੰਗਦੇ ਰਹੇ। ਕਾਹਨੂੰ ਵਾਣਾ ਦੇ ਜੰਗਲਾਂ ਵਿੱਚ ਬੈਠੇ, ਖੈਰ ਦੇਸ਼ ਦੀ ਮੰਗਦੇ ਰਹੇ, ਖੈਰ ਦੇਸ਼ ਦੀ ਮੰਗਦੇ ਰਹੇ। ਸਾਡੀ ਪਿੱਠ ਪਿੱਛੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ, ਸੋਹਣੇ ਦੇਸ਼ ਦੀ ਇੱਕ ਇੱਕ ਮੰਗ ਉੱਤੇ, ਸੋਹਣੇ ਦੇਸ਼ ਦੀ ਇੱਕ ਇੱਕ ਮੰਗ ਉੱਤੇ। ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ, ਕੋਈ ਵੀ ਉੱਥੇ ਆ ਕੇ ਚਹਿਕਦੀ ਹੈ। ਜਿੱਥੇ ਜਿੱਥੇ ਸ਼ਹੀਦਾਂ ਦਾ ਰੱਥ ਡੁੱਲੇ, ਜਿੱਥੇ ਜਿੱਥੇ ਸ਼ਹੀਦਾਂ ਦਾ ਰੱਥ ਡੁੱਲੇ, ਉੱਥੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ, ਉੱਥੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੋ ਕਿਤਨਾ ਦੀ ਲੱਗੀ ਕਵਿਤਾ? ਤੁਹਾਡਾ ਵੀ ਜੀ ਕਰਦਾ ਨਾ ਕਵਿਤਾ ਬੋਲਣ ਨੂੰ? ਕਰਦਾ ਸਾਰਿਆਂ ਦਾ? ਫਿਰ ਹੁਣ ਦੂਸਰੀ ਵਾਰੀ ਜਦੋਂ ਆਪਾਂ ਕੈਂਪ ਲਾਵਾਂਗੇ ਫਿਰ ਮਿਹਨਤ ਕਰੋਗੇ, ਅੱਗੇ ਨਾਲੋਂ ਵੱਧ ਕਰੋਗੇ ਨਾ? ਵੈਰੀ ਗੁੱਡ। ਇਹ ਕੋਮਲਪ੍ਰੀਤ ਕੌਰ ਬੇਟੀ ਸੀ ਜਿਹਨੇ ਬੜੀ ਚੜ੍ਹਦੀ ਕਲਾ ਵਾਲੀ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ, ਤੇ ਬਗੈਰ ਝਿਜਕ ਤੋਂ, ਬਗੈਰ ਕਿਸੇ ਸੰਗ ਤੋਂ। ਮੈਂ ਭੈਣਾਂ ਨੂੰ ਬੇਨਤੀ ਕਰਾਂ ਕਿ ਸਪੀਕਰ ਗਾੜੀ, ਮੈਕ ਗਾੜੀ ਆਣ ਕੇ ਨਾ ਬੋਲਣਾ ਬੜਾ ਔਖਾ ਹੁੰਦਾ। ਇਹ ਬੱਚਿਆਂ ਨੂੰ ਕਿੰਨਾ ਚਾਅ ਹੈ, ਗੁਰੂ ਸਾਹਿਬ ਦੀ ਕਿੰਨੀ ਬਖਸ਼ਿਸ਼ ਹੈ ਇਹਨਾਂ ਬੱਚਿਆਂ ਦੇ ਉੱਤੇ ਕਿ ਇੰਨੀ ਸੰਗਤ ਦੇ ਵਿੱਚ ਉਹ ਆਪਣੀ ਕਵਿਤਾ ਲਿਖ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ। ਤੁਹਾਡਾ ਜਿਹੜਾ ਪਰਿਵਾਰ ਦਾ ਨਾ ਸਹਿਯੋਗ ਉਹਨਾਂ ਬੱਚਿਆਂ ਦੇ ਨਾਲ, ਸਾਰਿਆਂ ਦੇ ਨਾਲ ਜ਼ਰੂਰ ਚਾਹੀਦਾ ਵੱਧ ਤੋਂ ਵੱਧ। ਜਿਹੜੇ ਘਰਾਂ ਦੇ ਵਿੱਚ ਵੀ ਬੈਠੇ ਸੁਣ ਰਹੇ ਨੇ ਇਸ ਪ੍ਰੋਗਰਾਮ ਨੂੰ, ਉਹਨਾਂ ਦੇ ਵੀ ਗਾੜੀ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਟੀਵੀ ਵਾਲੇ ਪਾਸਿਓਂ ਜਾਂ ਹੋਰ ਆ ਨਾਟਕਾਂ ਚੇਟਕਾਂ ਵੱਲੋਂ, ਫੋਨ ਵੱਲੋਂ ਹਟਾ ਕੇ ਇਹ ਗੁਰਸਿੱਖੀ ਨਾਲ ਜੋੜੋ, ਤਾਂ ਕਿ ਤੁਹਾਡੇ ਬੱਚੇ ਗੁਰਸਿੱਖੀ ਨਾਲ ਜੁੜਨ ਤੇ ਤੁਹਾਨੂੰ ਸੁੱਖ ਮਿਲ ਸਕੇ। ਇਹਨਾਂ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਿਆ ਕਰੋ। ਹੁਣ ਅਗਲੀ ਬੇਟੀ ਹੈ ਗੁਰਪ੍ਰੀਤ ਕੌਰ, ਉਹ ਆਪਣੀ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹੈ, ਉਹਨੂੰ ਤੁਸੀਂ ਸਰਵਣ ਕਰੋ। ਆਓ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੇਜਿਆਂ ਤੇ ਟੰਗਦੇ, ਕੱਟ ਬੰਦ ਬੰਦਦੇ, ਪੱਠੀਆਂ ਚ ਝੋਕਦੇ, ਆਰਿਆਂ ਨਾ ਸੋਪਦੇ। ਮੇਰੀ ਜਵਾਨੀ ਕੱਢ ਕੇ, ਮੇਰੀ ਜਵਾਨੀ ਬਲ ਕੇ, ਗਾਵੇਗੀ ਕੋ ਰਾਗਨੀ ਕੀ ਧਰਮ ਪਿੱਛੇ ਦਸ਼ਮੇਰ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ। ਕੋਈ ਜ਼ੁਲਮ, ਕੋਈ ਸਿਤਮ ਸਾਨੂੰ ਹਰਾ ਨਹੀਂ ਸਕਦਾ, ਸਾਨੂੰ ਝੁਕਾ ਨਹੀਂ ਸਕਦਾ। ਅਜੇ ਤਾਂ ਸਾਡੀਆਂ ਰਗਾਂ ਵਿੱਚ ਕਲਗੀਧਰ ਦਾ ਖੂਨ ਹੈ, ਅਜੇ ਤਾਂ ਸਾਡੀਆਂ ਰਗਾਂ ਵਿੱਚ ਕਲਗੀਧਰ ਦਾ ਖੂਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਲਾ ਬੱਚਾ ਹੈ ਸੁਖਵਰਨ ਸਿੰਘ, ਉਹ ਬੇਟਾ ਤੁਹਾਡੇ ਸਾਹਮਣੇ ਮੂਲ ਮੰਤਰ ਦਾ ਜਾਪ ਕਰੇਗਾ। ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ, ਭੈਣਾਂ ਨੂੰ ਬੇਨਤੀ ਕਰਾਂਗੇ ਕਿ ਉਹਦੇ ਨਾਲ ਨਾਲ ਤੁਸੀਂ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ। ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ। ਆਓ ਬੇਟਾ ਜੀ, ਸੁਖਵਰਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੂਲ ਮੰਤਰ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਬੱਚੇ ਨੇ ਹੁਣ ਸਾਡੇ ਕੋਲ ਪ੍ਰਣ ਵੀ ਕੀਤਾ ਹੈ ਕਿ ਆਉਂਦੀ ਵਾਰੀ ਤੁਹਾਨੂੰ ਬਾਬਾ ਜੀ ਮੇਰੇ ਕੇਸ ਸਿਰ ਦੇ ਉੱਤੇ ਤੁਹਾਨੂੰ ਦਿਖਾਈ ਦੇਣਗੇ। ਮੈਂ ਅੱਜ ਤੋਂ ਬਾਅਦ ਕੇਸਾਂ ਨੂੰ ਕਤਲ ਨਹੀਂ ਕਰਾਂਗਾ। ਇਹ ਬਹੁਤੀ ਜ਼ਿੰਮੇਵਾਰੀ ਭੈਣਾਂ ਦੀ ਹੁੰਦੀ ਹੈ, ਕਿਉਂਕਿ ਭੈਣਾਂ ਕਈਆਂ ਸਾਡੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਕਿ ਉਹ ਸਿਰ ਵਾਹੁਣ ਤੋਂ ਦੁਖੀ ਹੋ ਕੇ ਨਾ ਤੇ ਉਹ ਬੋਝ ਸਮਝੀਆਂ ਨੇ ਸਿਰ ਤੇ। ਕੁਝ ਤਾਂ ਟੀਵੀ ਨੇ ਸਾਡੀ ਜਿਹੜੀ ਹੈ ਨਾ ਉਹ ਬਿਜੀ ਕਰ ਛੱਡਿਆ ਪਹਿਲਾਂ, ਤੇ ਹੁਣ ਫੋਨ ਆ ਗਏ ਨੇ। ਬਸ
ਜਿਹੜੀ ਭੈਣ ਵੇਲੀ ਹੁੰਦੀ ਉਹ ਸਟੇਟਸ ਵੇਖੀ ਜਾਂਦੀ, ਭੈਣ ਦੂਜੀ ਨੇ ਕੀ ਪਾਇਆ, ਫਲਾਨੀ ਨੇ ਕੀ ਪਾਇਆ, ਬਸ ਇਧਰੋਂ ਹੀ ਵੇਲ ਨਹੀਂ ਮਿਲਦਾ। ਇਸ ਕਰਕੇ ਬੱਚਿਆਂ ਵੱਲ ਜ਼ਿਆਦਾ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇੱਕ ਛੋਟੇ ਦਰਖਤ ਦੀ ਤਰ੍ਹਾਂ ਹੁੰਦੀ ਹੈ, ਜਿਸ ਤਰ੍ਹਾਂ ਛੋਟੇ ਦਰਖਤ ਦੀ ਟਾਹਣੀ ਨੂੰ ਜਿੱਧਰ ਆਪਾਂ ਮਰਜ਼ੀ ਮੋੜ ਦਈਏ ਉਧਰ ਇਹਨੇ ਘੁੰਮ ਜਾਣਾ। ਇਹ ਬੱਚੇ ਵੀ ਸਾਡੇ ਕੋਲੋਂ ਸਿੱਖਿਆ ਲੈ ਕੇ ਇਹਨਾਂ ਨੇ ਚੰਗੇ ਕੰਮਾਂ ਵਾਸਤੇ ਲੱਗਣਾ ਹੈ। ਤੇ ਜੇ ਮਾਂ ਨੇ ਟੀਵੀ ਵੱਲ ਜਾਂ ਫੋਨ ਵੱਲ ਧਿਆਨ ਜ਼ਿਆਦਾ ਰੱਖਿਆ ਤੇ ਫਿਰ ਬੱਚੇ ਸਾਡੇ ਹੱਥਾਂ ਵਿੱਚੋਂ ਨਿਕਲ ਜਾਣਗੇ। ਫਿਰ ਸਾਨੂੰ ਬੱਚਿਆਂ ਕੋਲ ਸੁੱਖ ਰੱਖਣ ਦੀ ਆਸ ਨਹੀਂ ਚਾਹੀਦੀ, ਕਿਉਂਕਿ ਫਿਰ ਬੱਚਿਆਂ ਦਾ ਕਸੂਰ ਨਹੀਂ, ਕਸੂਰ ਮਾਂ ਦਾ। ਸਭ ਤੋਂ ਵੱਡਾ ਜਿਹੜਾ ਸਿੱਖਿਆ ਨਾ ਉਹ ਮਾਂ ਨੇ ਦੇਣੀ ਹੁੰਦੀ ਹੈ। ਬਾਪ ਨੇ ਤੇ ਕੰਮਕਾਰ ਕਰਨਾ ਹੁੰਦਾ ਘਰ ਦਾ, ਜਾਂ ਨੌਕਰੀ ਪੇਸ਼ੀ ਕਰਨਾ, ਪਰਿਵਾਰ ਦੀ ਰੋਜੀ ਰੋਟੀ ਵਾਸਤੇ ਕੁਝ ਕਰਨਾ ਪੈਂਦਾ ਹੈ। ਇਹ ਮਾਂ ਨੂੰ ਚਾਹੀਦਾ ਹੈ ਕਿ ਮਾਂ ਜਿਹੜੀ ਉਹ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਉਹਨੂੰ ਸੁਰੱਖਿਅਤ ਰੱਖਣਾ ਹੈ ਤੇ ਕਿਸ ਤਰ੍ਹਾਂ ਉਹਨੂੰ ਮਾੜੇ ਸਮੇਂ ਤੋਂ ਬਚਾ ਕੇ ਰੱਖਣਾ ਹੈ, ਨਸ਼ਾ ਤੋਂ ਕਿੱਦਾਂ ਦੂਰ ਰੱਖਣਾ ਹੈ। ਤੁਸੀਂ ਚੰਗੀ ਗੱਲ ਬੱਚੇ ਦੇ ਕੋਲ ਕਰੋਗੇ, ਬੱਚਾ ਉਹੀ ਗ੍ਰਹਿਣ ਕਰੇਗਾ। ਇਸ ਕਰਕੇ ਇਹਨਾਂ ਬੱਚਿਆਂ ਵੱਲ ਵੇਖ ਕੇ ਤੇ ਬੜਾ ਸਾਡਾ ਤੇ ਮਨ ਖੁਸ਼ ਹੋਇਆ ਕਿ ਬੱਚੇ ਜਿਹੜੇ ਆ ਉਹ ਜਿੱਦਣ ਪਹਿਲੇ ਦਿਨ ਆਏ ਸੀ ਉਹਨਾਂ ਦੇ ਜਿਹੜੇ ਹਾਵ ਭਾਵ ਕੁਝ ਹੋਰ ਸੀ ਤੇ ਅੱਜ ਉਹਨਾਂ ਦੇ ਹੋਰ ਨੇ। ਹਰ ਬੱਚੇ ਦੇ ਮਨ ਵਿੱਚ ਚਾਹ ਹੈ ਕਿ ਅਸੀਂ ਵੀ ਕਵਿਤਾ ਬੋਲੀਏ। ਹੁਣ ਅਗਲਾ ਬੱਚਾ ਸਾਡੇ ਕੋਲ ਇੱਕ ਬੇਟੀ ਹੈ ਮੁਸਕਾਨਪ੍ਰੀਤ ਕੌਰ, ਉਹ ਇੱਕ ਧਾਰਮਿਕ ਗੀਤ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹੈ, ਉਹਨੂੰ ਸਰਵਣ ਕਰੋ। ਆਓ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜਦ ਹਵਾ ਚਲੇਗੀ ਠੰਡੀ ਤਨ ਨੂੰ ਚੰਬਦੀ, ਸਾਸ ਕਰੋ ਉਹ ਮੇਰੀ ਮਾਂ ਹੈ ਕੰਮ ਦੀ। ਗੋਦੀ ਵਿੱਚ ਬੈਠੇ ਲਾਲਾਂ ਤਾਈ ਨਿਹਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਉਹ ਨੀਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ, ਦੁੱਖ ਵੱਡਾ ਸੀ ਤੇ ਮੇਰੇ ਲਾਡਲੇ ਛੋਟੇ ਸੀ। ਕਹਿੰਦੇ ਦੁੱਖ ਸਹਿ ਲਿਓ ਸਿਦਕ ਨਾ ਹਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ, ਜਿੱਥੇ ਡੁੱਲਾ ਖੂਨ ਮੇਰਾ ਉੱਥੇ ਲੈ ਜਾਇਓ ਜੀ। ਜੇ ਮੇਰੇ ਹੋ ਤਾਂ ਮੇਰਾ ਹੀ ਰੂਪ ਧਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੈਂ ਖਰਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਜੀਤ ਜੁਝਾਰਾਂ ਨੂੰ। ਮੈਂ ਚਾਰੇ ਪੁੱਤਰ ਕਿਉਂ ਵਾਰੇ ਜਰਾ ਸੋਚ ਵਿਚਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬੱਚਿਆਂ ਨੇ ਜੋ ਗੁਰਮਤਿ ਦੀਆਂ ਕਵਿਤਾਵਾਂ ਅਤੇ ਧਾਰਮਿਕ ਗੀਤ ਆਪ ਜੀ ਨੂੰ ਸਰਵਣ ਕਰਾਏ ਨੇ। ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਨਾਲ ਇਸ ਕੈਂਪ ਵਿੱਚ ਲਗਾਤਾਰ ਹਾਜ਼ਰੀ ਭਰ ਰਹੇ ਗਿਆਨੀ ਦਿਲਬਾਗ ਸਿੰਘ ਜੀ ਕਾਲੇ ਕੀ, ਉਹਨਾਂ ਦੇ ਸਮੁੱਚੇ ਕਵੀਸ਼ਰੀ ਜਥੇ ਨੂੰ, ਕਿ ਉਹ ਕਵੀਸ਼ਰੀ ਦੀ ਇੱਕ ਵੰਨਗੀ, ਕਿਉਂਕਿ ਬੱਚਿਆਂ ਦੇ ਵਿੱਚੋਂ ਵਧੀਆ ਪ੍ਰਚਾਰਕ ਪੈਦਾ ਹੋ ਸਕਦੇ ਨੇ, ਬੱਚਿਆਂ ਦੇ ਵਿੱਚੋਂ ਵਧੀਆ ਕਵੀਸ਼ਰ ਪੈਦਾ ਹੋ ਸਕਦੇ ਨੇ, ਢਾਡੀ ਪੈਦਾ ਹੋ ਸਕਦੇ ਨੇ, ਜੇਕਰ ਉਹਨਾਂ ਨੂੰ ਇੱਕ ਚੰਗਾ ਰੋਲ ਮਾਡਲ ਮਿਲੇ। ਇਸ ਕਰਕੇ ਬੱਚਿਆਂ ਨੂੰ ਇੱਕ ਕਵੀਸ਼ਰੀ ਦੀ ਵਧੀਆ ਵੰਨਗੀ ਜਿਹੜੀ ਹੈ ਇਹ ਕਵੀਸ਼ਰੀ ਜਥਾ ਸਰਵਣ ਕਰਾਏਗਾ। ਉਸ ਤੋਂ ਉਪਰੰਤ ਅਗਲਾ ਪ੍ਰੋਗਰਾਮ ਜਿਹੜਾ ਹੈ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇਗਾ। ਗਿਆਨੀ ਦਿਲਬਾਗ ਸਿੰਘ ਜੀ ਕਾਲੇ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਮੈਨੂੰ ਲੋੜ ਹੈ। ਵਾਹਿਗੁਰੂ। ਕੁੰਜਾਂ ਵਾਂਗ ਕਰਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਹੋ ਯਾਦ ਕਰਦੇ, ਉਹ ਤੇ ਹਰ ਵੇਲੇ ਹੋਈ ਆਖਦੇ ਸੀ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ। ਮੇਰਾ ਪਿਤਾ ਲਿਆ ਮੇਰੇ ਪੁੱਤ ਲੈ ਲੈ,
ਬਰਬਾਦ ਕਰ ਦੇ। ਚੁਣ ਲੈ ਨੌਆਂ ਦੇ ਨਾਲ ਪਰਿਵਾਰ ਮੇਰਾ, ਮੇਰੇ ਦੇਸ਼ ਨੂੰ ਐ ਪਰ ਆਜ਼ਾਦ ਕਰ ਦੇ। ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਹਾਜ਼ਰੀ ਭਰ ਕੇ ਆਪਾਂ ਨੂੰ ਜੀਵਨ ਨੂੰ ਸਫਲਾ ਕਰ ਰਹੇ ਸੰਗੀ ਜਨੋ, ਆਓ ਫਤਿਹ ਦੀ ਸਾਂਝ ਪਾਈਏ ਕਲਗੀਧਰ ਪਾਤਸ਼ਾਹ ਦਾ ਬੁਲਾਇਆ ਹੋਇਆ ਨਾਰਾ, ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ। ਇੱਕੇ ਵਾਰੀ ਕਹਿਣ ਤੇ ਫਤਿਹ ਦੀ ਸਾਂਝ ਪਾਓ, ਝੁਕਾਓ ਸੀਸ, ਅਦਬ ਸਹਿਤ ਸਤਿਗੁਰਾਂ ਨੂੰ ਹੱਥ ਜੋੜ ਕੇ ਨਮਸਕਾਰ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸਾਰਾ ਪ੍ਰੋਗਰਾਮ ਹੈ ਇਹ 16 ਤਰੀਕ ਤੋਂ ਚੱਲੇ ਹੋਏ ਇਸ ਗੁਰਮਤਿ ਕੈਂਪ ਵਿੱਚ ਜਿਹੜੇ ਬੱਚੇ ਭਾਗ ਲੈ ਰਹੇ ਨੇ ਉਹਨਾਂ ਦੀ ਇਸ ਕੈਂਪ ਦੀ ਅੱਜ ਸਮਾਪਤੀ ਹੈ। ਕੱਲ ਇਹਨਾਂ ਦਾ ਪੇਪਰ ਹੋਇਆ ਸੀ, ਅੱਜ ਇਹਨਾਂ ਦੇ ਰਿਜ਼ਲਟ ਅਨਾਉਂਸ ਕਰਨੇ ਨੇ, ਇਸੇ ਕਰਕੇ ਬੱਚਿਆਂ ਕੋਲੋਂ ਪਹਿਲਾਂ ਇੱਕ ਇੱਕ ਕਵਿਤਾ ਸੁਣੀ ਗਈ। ਮੈਂ ਫਿਰ ਗੱਲ ਮੇਰੀ ਉੱਥੇ ਹੀ ਹੈ ਕਿ ਬਹੁਤ ਵੱਡਾ ਸਹਿਯੋਗ ਹੈ ਸਾਨੂੰ ਇਸ ਨਗਰ ਵਿੱਚੋਂ ਮਿਲਿਆ ਹੈ, ਜਿਹੜੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ, ਬੜੇ ਰੱਬ ਦੇ ਨਾਲ ਜੁੜੇ ਹੋਏ ਨੇ, ਸਰਦਾਰ ਪ੍ਰਕਾਸ਼ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਹੈ। ਤੇ ਨਾਲ ਨਾਲ ਮੇਰੀਆਂ ਭੈਣਾਂ ਜਿਹੜੀਆਂ 16 ਤਰੀਕ ਤੋਂ ਲੈ ਕੇ ਅੱਜ ਦੇ ਦਿਨ ਤੱਕ ਕੈਂਪ ਵਿੱਚ ਹਾਜ਼ਰੀ ਭਰਦੀਆਂ ਰਹੀਆਂ ਨੇ, ਮਾਤਾ ਗੁਰਬਚਨ ਕੌਰ ਜੀ, ਮਾਤਾ ਮਲਕੀਤ ਕੌਰ ਜੀ, ਮਨਪ੍ਰੀਤ ਕੌਰ ਜੀ, ਹਰਪ੍ਰੀਤ ਕੌਰ, ਸੁਖਦੀਪ ਕੌਰ ਜੀ, ਮਾਤਾ ਸੰਤੋਸ਼ ਕੌਰ ਜੀ, ਰਾਜ ਰਾਣੀ ਕੌਰ ਮਾਤਾ, ਇਹਨਾਂ ਦਾ ਬੜਾ ਵੱਡਾ ਸਹਿਯੋਗ ਹੈ। ਇਹ ਵੀ ਭੈਣਾਂ ਮਾਤਾ ਨੇ ਦੱਸਿਆ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਨਾ ਪ੍ਰਭਾਤ ਫੇਰੀਆਂ ਤੇ ਵੀ ਸਾਡਾ ਰੋਲ ਹੁੰਦਾ। ਇਹ ਬੜੀ ਵੱਡੀ ਦੇਣ ਹੈ, ਕਿਉਂਕਿ ਭੈਣਾਂ ਦੀ ਜਿਹੜੀ ਹੈ ਨਾ ਉਹ ਜ਼ਿਆਦੀ ਹਾਜ਼ਰੀ ਇਸੇ ਕਰਕੇ ਵੱਧ ਜਾਂਦੀ ਹੈ, ਕਿਉਂਕਿ ਭੈਣਾਂ ਇੱਕ ਤਾਂ ਹਰ ਐਤਵਾਰ ਕਈ ਵਾਰ ਪਿੰਡਾਂ ਦੇ ਵਿੱਚ ਸੁਖਮਨੀ ਸਾਹਿਬ ਦਾ ਜਾਪ ਹੀ ਹੁੰਦਾ ਹੈ। ਮੈਂ ਹੋਰ ਵੀ ਜਿਹੜੀਆਂ ਭੈਣਾਂ ਨਹੀਂ ਕਰਦੀਆਂ ਜਾਪ ਗੁਰੂ ਸੁਖਮਨੀ ਸਾਹਿਬ ਜੀ ਦਾ ਜਾਂ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੁੰਦੀਆਂ, ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਆਪਣੇ ਘਰ ਦੇ ਕੰਮਾਂ ਨੂੰ ਸੰਕੋਚ ਕਰਕੇ ਨਾ ਤੇ ਇਹਨਾਂ ਮਾਤਾ ਦੇ ਨਾਲ, ਸਾਰੀਆਂ ਦੇ ਨਾਲ, ਸਾਰੇ ਗਰੁੱਪ ਦੇ ਨਾਲ ਤੁਸੀਂ ਸ਼ਾਮਲ ਹੋਇਆ ਕਰੋ, ਗੁਰਸਿੱਖੀ ਨਾਲ ਜੁੜੋ ਤੇ ਨਾਲ ਤਾਂ ਆਪਣੇ ਬੱਚਿਆਂ ਨੂੰ ਉਂਗਲ ਲਾ ਕੇ ਲਿਆ ਕੇ ਆਇਆ ਕਰੋ, ਕਿਉਂਕਿ ਮਾਂ ਦਾ ਜਿਹੜਾ ਉਹ ਰੋਲ ਬਹੁਤ ਵੱਡਾ ਹੈ। ਗੱਲ ਦੁਨਿਆਵੀ ਹੈ, ਕਰਨੀ ਵੀ ਪੈਂਦੀ ਹੈ, ਕਿਉਂਕਿ ਮਾਂ ਦੀ ਜਿਹੜੀ ਸਿੱਖਿਆ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਜ਼ਿਆਦੀ ਹੈ, ਤੇ ਸਿੱਖਿਆ ਤਾਂ ਮਿਲੇਗੀ ਜੇ ਬੱਚੇ ਸਾਡੇ ਗੁਰਬਾਣੀ ਨਾਲ ਜੁੜਨਗੇ। ਕਿਵੇਂ? ਸਿਆਣੇ ਲੋਕ ਜਿਹੜੇ ਸੁੱਖ ਲੈ ਰਹੇ ਨੇ ਅੱਜ ਬੱਚਿਆਂ ਦੇ ਸਿਰ ਦੇ ਉੱਤੇ, ਕਿਉਂਕਿ ਬੱਚੇ ਜਿਹੜੇ ਨੇਕ ਨੇ ਉਹ ਕਿਤਨਾ ਨੇਕ ਨੇ। ਹੁਣ ਜੇ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਹੋਇਆ ਟੀਵੀ ਵੇਖਦੇ ਆ ਜਾਂ ਫੋਨ ਵੇਖਦੇ ਆ, ਫਿਰ ਹਰੀ ਸਿੰਘ ਨਲੂਏ ਵਰਗੇ ਪੈਦਾ ਨਹੀਂ ਹੋਣਗੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ, ਅਕਾਲੀ ਫੂਲਾ ਸਿੰਘ ਵਰਗੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੇ ਇਹੋ ਜਿਹੇ ਸੂਰਮੇ ਪੈਦਾ ਨਹੀਂ ਹੋਣਗੇ, ਫਿਰ ਤਾਂ ਸਾਡੇ ਐਕਟਰਾਂ ਵਰਗੇ ਪੈਦਾ ਹੋਣਗੇ। ਮਾਂ ਦਾ ਬਹੁਤਾ ਰੋਲ ਹੈ। ਜਦੋਂ ਬੱਚੇ ਦੀ ਪੈਦਾਇਸ਼ ਹੋਣ ਤੋਂ ਪਹਿਲਾਂ ਜੇ ਮਾਂ ਨਾਮ ਸਿਮਰਨ ਨਾਲ ਜੁੜੀ ਹੋਈ ਨਾ, ਨਿਤਨੇਮ ਬਾਣੀ ਪੜ੍ਹਦੀ ਹੋਈ, ਕਰਦੀ ਹੋਈ ਨਿਤਨੇਮ, ਫਿਰ ਤੁਹਾਡੇ ਘਰ ਦੇ ਵਿੱਚੋਂ ਕਦੇ ਸਿੱਖੀ ਗਾਇਬ ਨਹੀਂ ਹੋਵੇਗੀ, ਕਿਉਂਕਿ ਇਹ ਬਹੁਤ ਵੱਡਾ ਰੋਲ ਹੈ। ਕਿਉਂਕਿ ਮਾਂ ਦੀ ਜਿਹੜੀ ਖਾਧੀ ਹੋਈ ਖੁਰਾਕ, ਜਿਹੜੀ ਡਾਕਟਰ ਕਹਿੰਦੇ ਨੇ ਕਿ ਬੱਚੇ ਨੂੰ ਪਹੁੰਚਦੀ ਹੈ ਗਰਭ ਵਿੱਚ, ਤੇ ਮਾਂ ਦੀਆਂ ਪੜ੍ਹੀ ਹੋਈ ਗੁਰਬਾਣੀ ਰਸਨਾ ਉੱਤੋਂ ਕਿਉਂ ਨਾ ਬੱਚੇ ਦੇ ਅੰਦਰ ਪ੍ਰਵੇਸ਼ ਕਰੇਗੀ। ਇਸ ਕਰਕੇ ਜਿਹੜੀ ਮਾਂ ਨੇ ਗੁਰਬਾਣੀ ਪੜ੍ਹ ਕੇ ਬੱਚੇ ਨੂੰ ਜਨਮ ਦਿੱਤਾ, ਪੁਰਾਤਨ ਸਮਿਆਂ ਦੇ ਵਿੱਚ ਮਾਤਾਵਾਂ ਸਾਡੀਆਂ ਬੈਠੀਆਂ ਨੇ, ਸੁਣੀਦਾ ਸੀ ਤੇ ਵੇਖਿਆ ਵੀ ਹੈ, ਉਦੋਂ ਅਸੀਂ ਵੀ ਛੋਟੇ ਸੀ ਕਿ ਮਾਤਾ ਜਿਹੜੀ ਸਾਡੀ ਘਰ ਦੀ ਸਵਾਣੀ ਹੁੰਦੀ ਸੀ, ਉਹਨੇ ਦੁੱਧ ਰਿੜਕਣਾ ਤੇ ਨਾਲ ਉਹਨੇ ਦੁੱਧ ਰਿੜਕਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ, ਬਹੂਕਰ ਫੇਰਨੀ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ। ਇਸੇ ਕਰਕੇ ਹੀ ਸਾਡੇ ਬੱਚੇ ਬਲਵਾਨ ਸਨ ਤੇ ਸਾਨੂੰ ਸਾਰੇ ਪਾਸੇ ਤੋਂ ਸੁੱਖ ਸਹੂਲਤਾਂ ਮਿਲੀਆਂ ਸੀ। ਅੱਜ ਉਹ ਸਮਾਂ ਜਿਹੜਾ ਸਾਡੇ ਵਿੱਚੋਂ ਗਾਇਬ ਹੋ ਗਿਆ, ਉਹ ਸਾਨੂੰ ਆਪ ਹੀ ਅਸੀਂ ਗਾਇਬ ਕੀਤਾ ਤੇ ਸਾਨੂੰ ਲਿਆਉਣਾ ਪਵੇਗਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਪਰਿਵਾਰ ਦੇ 27 ਜੀ ਸਤਿਗੁਰੂ ਪਾਤਸ਼ਾਹ ਨੇ ਸਾਡੇ ਉੱਤੋਂ ਕੁਰਬਾਨ ਕੀਤੇ ਨੇ। ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਤਿਗੁਰੂ ਪਾਤਸ਼ਾਹ ਨੇ ਇੱਕ ਨਵੀਂ ਦਿੱਖ, ਇੱਕ ਨਵੀਂ ਕੌਮ ਜਿਹੜੀ ਹੈ ਉਹ ਸਾਜੀ, ਤੇ ਜਿਹੜਾ ਲੱਖਾਂ ਕਰੋੜਾਂ ਵਿੱਚ ਵੀ ਸਿੱਖ ਪਛਾਣਿਆ ਜਾ ਸਕਦਾ ਹੈ। ਕੋਈ ਵੀ ਧਰਮ ਦੇ ਲੋਕ ਜਿੰਨੇ ਮਰਜ਼ੀ ਬੈਠੇ ਹੋਣ, ਜਿੱਥੇ ਪਗੜੀ ਧਾਰੀ ਹੋਵੇਗਾ ਉੱਥੋਂ ਪਤਾ ਲੱਗ ਜਾਏਗਾ ਕਿ ਉਹ ਗੁਰੂ ਦਾ ਸਿੱਖ ਬੈਠਾ ਹੋਇਆ ਹੈ। ਪਗੜੀ ਧਾਰੀ ਦੇ ਕੋਲੋਂ ਹਰ ਬੰਦਾ ਪੈਸਾ ਖਾਂਦਾ ਹੈ। ਇੱਕ ਸਾਡੇ ਪਿੰਡ ਦਾ ਲੜਕਾ ਹੈ, ਉਹਨੇ ਕੇਸ ਕਟਾ ਲਏ। ਮੈਂ ਉਹਨੂੰ ਬੜਾ ਪ੍ਰੇਰਿਤ ਕੀਤਾ ਵੀ ਤੇਰੇ ਸੋਹਣਾ ਜਵਾਨ ਹੈ ਤੂੰ, ਤੇ ਕੇਸ ਕਟਾਏ ਤੈਨੂੰ ਚੰਗੇ ਨਹੀਂ ਲੱਗਦੇ। ਅੱਜ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਕਿਵੇਂ ਲੱਗਾ? ਕਹਿੰਦਾ ਚਾਚਾ ਜੀ ਤੁਹਾਡੀ ਕਈ ਗੱਲ ਮੇਰੇ ਬੜੀ ਹਿਰਦੇ ਉੱਤੇ ਲੱਗੀ। ਕਹਿੰਦਾ ਮੈਨੂੰ ਅੱਜ ਪਤਾ ਲੱਗ ਗਿਆ ਕਿ ਵਾਕਿਆ ਜਿਹੜੀ ਸਿੱਖੀ ਦੀ ਮਹਾਨਤਾ ਹੈ ਨਾ, ਕੋਈ ਵਿਲੱਖਣਤਾ ਰੱਖਦੀ ਹੈ। ਕਹਿੰਦਾ ਜੋ ਸਿੱਖੀ ਵਿੱਚ ਪਗੜੀ ਦੀ ਤਾਂ ਇੱਜ਼ਤ ਹੈ ਨਾ, ਕਹਿੰਦਾ ਹਰ ਗੈਰ ਬੰਦਾ ਜਿਹੜਾ ਕੋਈ ਵੀ ਹੈ ਨਾ, ਦੁੱਕੀ ਤਿੱਕੀ ਬੰਦਾ ਕਹਿੰਦਾ ਲਾਗੇ ਨਹੀਂ ਆਣ ਕੇ ਖੁਸ਼, ਕਿਉਂਕਿ ਉਹਨੂੰ ਭੈ ਹੁੰਦਾ ਕਿ ਗੁਰੂ ਦਾ ਸਿੱਖ ਖਲੋਤਾ, ਤੇ ਕੋਨੇ ਬੰਦੇ ਨੂੰ ਜਦੋਂ ਮਰਜ਼ੀ ਕੋਈ ਗਲੋਂ ਫੜ ਲੈਂਦਾ। ਮੈਂ ਬੱਚਿਆਂ ਨੂੰ ਦੱਸਦਾ ਰਹਿੰਦਾ ਕਿ ਜੇ ਕਿਤੇ ਤੁਹਾਨੂੰ ਟ੍ਰੇਨ ਵਿੱਚ ਚੜ੍ਹਨ ਦਾ, ਕਿਤੇ ਸਫ਼ਰ ਕਰਨ ਦਾ ਕਿਤੇ ਮੌਕਾ ਮਿਲੇ ਨਾ, ਭੈਣਾਂ ਸਾਡੀਆਂ ਕਈ ਟ੍ਰੇਨਾਂ ਵਿੱਚ ਜਾਂਦੀਆਂ ਕਿਤੇ ਦੂਰ ਨੇੜੇ ਹਜ਼ੂਰ ਸਾਹਿਬ ਦੀ ਯਾਤਰਾ ਤੇ ਜਾਂ ਜਲੰਧਰ ਲੁਧਿਆਣੇ ਵਗੈਰਾ ਤੁਹਾਡੇ ਲਾਗੇ ਸਟੇਸ਼ਨ ਹੈ, ਜਦੋਂ ਕਿਤੇ ਬਿਆਸ ਤੋਂ ਗਾਂਹ ਆਪਾਂ ਜਲੰਧਰ ਟੱਪ ਜੀਏ ਨਾ,
ਤੇ ਰਾਹ ਦੇ ਵਿੱਚ ਖੁਸਰੇ ਚੜ੍ਹਦੇ ਨੇ ਜਿਹੜੇ ਅੱਗੇ ਸਾਡੇ ਪਿੰਡਾਂ ਵਿੱਚ ਵਿਆਹਾਂ ਸ਼ਾਦੀਆਂ ਤੇ ਮੰਗਦੇ ਹੁੰਦੇ ਸੀ। ਤੇ ਉਹ ਖੁਸਰੇ ਕੀ ਕਰਦੇ ਨੇ, ਜਿਹੜਾ ਬੰਦਾ ਘੁਲਣਾ ਭਈਏ ਫਿਰਦੇ ਨੇ ਟ੍ਰੇਨਾਂ ਵਿੱਚ ਚਪੇੜਾ ਮਾਰ ਮਾਰ ਕੇ ਉਹਨਾਂ ਕੋਲੋਂ ਪੈਸੇ ਲੈਂਦੇ ਨੇ। ਜਿੱਥੇ ਪਗੜੀ ਧਾਰੀ ਖਲੋਤਾ ਹੋਵੇ ਨਾ, ਬੈਠਾ ਹੋਵੇ ਸੀਟ ਤੇ, ਉਹਨੂੰ ਉਹ ਨਮਸਕਾਰ ਕਰਕੇ ਗੋਡੀ ਹੱਥ ਲਾ ਕੇ ਅੱਗੇ ਲੰਘ ਜਾਂਦੇ ਆ। ਇੰਨੀ ਇੱਜ਼ਤ ਹੈ ਪੱਗ ਦੀ। ਆਓ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਜਿਹੜੀ ਸ਼ਹਾਦਤਾਂ ਪਰਿਵਾਰ ਦੀਆਂ ਹੋਈਆਂ ਨੇ, ਸਤਿਗੁਰੂ ਪਾਤਸ਼ਾਹ ਨੇ ਕੀ ਸਾਡੇ ਬਾਰੇ ਕੀਤਾ ਹੈ, ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ, ਉਹ ਜੀਵਨ ਦੇ ਵਿੱਚੋਂ ਇੱਕ ਝਾਤ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋ ਕੁਝ ਸਾਡੇ ਪ੍ਰਤੀ ਕੀਤਾ, ਇੱਕ ਕਵਿਤਾ ਵਿੱਚ ਕਵੀ ਨੇ ਬੰਦ ਕਰਨ ਦਾ ਯਤਨ ਕੀਤਾ ਹੈ। ਆਓ ਇੱਕ ਇੱਕ ਕਵਿਤਾ ਦੇ ਵਿੱਚ ਆਪਾਂ ਸਮਾਪਤੀ ਕਰਨੀ ਹੈ। ਸਾਥੀ ਤੁਹਾਡੇ ਸਾਹਮਣੇ ਬੇਨਤੀ ਕਰ ਰਹੇ ਨੇ, ਉਹ ਕਵਿਤਾ ਤੁਹਾਡੇ ਸਾਹਮਣੇ ਇਹੋ ਸਰਵਣ ਹੋ ਰਹੀ ਹੈ। ਧੰਨ ਗੁਰੂ ਬਾਜਾਂ ਵਾਲਿਆ, ਤੇਰਾ ਹੋਰ ਨਾ ਜਗਤ ਵਿੱਚ ਸਾਨੀ, ਚਾਰੇ ਪੁੱਤ ਵਾਰੇ ਦੇਸ਼ ਤੋਂ, ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ। ਤੇਰਾ ਬੱਚਾ ਛੋਟੀ ਉਮਰੇ ਜਿਹੜਾ ਆਪਣੇ ਪਿਤਾ ਨੂੰ ਕਹਿ ਸਕਦਾ, ਤੇਰਾ ਬੱਚਾ ਛੋਟੀ ਉਮਰੇ ਜਿਹੜਾ ਆਪਣੇ ਪਿਤਾ ਨੂੰ ਕਹਿ ਸਕਦਾ। ਇਸ ਵਾਰੇ ਤੋਂ ਬਿਨਾ ਹਿੰਦੂ ਧਰਮ ਜਿੰਦਾ ਨਹੀਂ ਰਹਿ ਸਕਦਾ, ਇਸ ਵਾਰੇ ਤੋਂ ਬਿਨਾ ਹਿੰਦੂ ਧਰਮ ਜਿੰਦਾ ਨਹੀਂ ਰਹਿ ਸਕਦਾ। ਪਿਤਾ ਆਪਣਾ ਦੇਣ ਹਿੰਦੀਆਂ ਦੇ ਲਈ ਕੁਰਬਾਨੀ, ਧੰਨ ਗੁਰੂ ਬਾਜਾਂ ਵਾਲਿਆ, ਤੇਰਾ ਹੋਰ ਨਾ ਜਗਤ ਵਿੱਚ ਸਾਨੀ, ਚਾਰੇ ਪੁੱਤ ਵਾਰੇ ਦੇਸ਼ ਤੋਂ, ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ। ਖੰਡੇ ਨਾਲ ਖੋਰ ਖੋਰ ਕੇ ਸਾਡੇ ਦਿਲਾਂ ਉੱਤੋਂ ਹੰਗਤਾ ਉਤਾਰੀ, ਉਹ ਖੰਡੇ ਨਾਲ ਖੋਰ ਖੋਰ ਕੇ, ਉਹ ਖੰਡੇ ਨਾਲ ਖੋਰ ਖੋਰ ਕੇ ਸਾਡੇ ਦਿਲਾਂ ਉੱਤੋਂ ਹੰਗਤਾ ਉਤਾਰੀ। ਸਾਰਿਆਂ ਨੂੰ ਇੱਕ ਕਰਤਾ ਜਾਤ ਪਾਤ ਵਾਲੀ ਕੱਟ ਕੇ ਬਿਮਾਰੀ, ਸਾਰਿਆਂ ਨੂੰ ਇੱਕ ਕਰਤਾ ਜਾਤ ਪਾਤ ਵਾਲੀ ਕੱਟ ਕੇ ਬਿਮਾਰੀ। ਆਖਿਆ ਪਿਆਰੇ ਪੰਜਾਂ ਨੂੰ ਹੋਵੇ ਜ਼ੁਲਮ ਤੇ ਤੇਗ ਜੇ ਉਠਾਨੀ, ਧੰਨ ਗੁਰੂ ਬਾਜਾਂ ਵਾਲਿਆ, ਤੇਰਾ ਹੋਰ ਨਾ ਜਗਤ ਵਿੱਚ ਸਾਨੀ, ਚਾਰੇ ਪੁੱਤ ਵਾਰੇ ਦੇਸ਼ ਤੋਂ, ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ। ਹੰਸਾਂ ਦੇ ਕਿਨਾਰੇ ਦਾਤਿਆ ਜਦੋਂ ਵੈਰੀਆਂ ਨੇ ਜੰਗ ਸੀ ਮਚਾ ਲਿਆ, ਦੇ ਕਿਨਾਰੇ ਦਾਤਿਆ ਜਦੋਂ ਵੈਰੀਆਂ ਨੇ ਜੰਗ ਸੀ ਮਚਾ ਲਿਆ। ਯਾਰ ਤਾਂ ਨਾ ਡੋਲਿਓ ਖੇਰੂ ਖੇਰੂ ਪਰਿਵਾਰ ਸੀ ਕਰਾ ਲਿਆ, ਯਾਰ ਤਾਂ ਨਾ ਡੋਲਿਓ ਖੇਰੂ ਖੇਰੂ ਪਰਿਵਾਰ ਸੀ ਕਰਾ ਲਿਆ। ਉਹ ਦਾਨੀਆਂ ਰਤਾ ਨਾ ਡੋਲਿਓ ਖੇਰੂ ਖੇਰੂ ਪਰਿਵਾਰ ਸੀ ਕਰਾ ਲਿਆ। ਦੀ ਕਲਮ ਦਾਤਿਆ ਤੇਰੀ ਲਿਖਾ ਜਦੋਂ ਦਰਦ ਕਹਾਣੀ, ਧੰਨ ਗੁਰੂ ਬਾਜਾਂ ਵਾਲਿਆ, ਤੇਰਾ ਹੋਰ ਨਾ ਜਗਤ ਵਿੱਚ ਸਾਨੀ, ਚਾਰੇ ਪੁੱਤ ਵਾਰੇ ਦੇਸ਼ ਤੋਂ, ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ। ਚਮਕੌਰ ਦੀ ਗੜੀ ਪਾਇਆ 10 ਲੱਖ ਵੈਰੀਆਂ ਨੇ ਘੇਰਾ, ਚਮਕੌਰ ਦੀ ਗੜੀ ਪਾਇਆ 10 ਲੱਖ ਵੈਰੀਆਂ ਨੇ ਘੇਰਾ। ਮੌਤ ਨੂੰ ਵੇ ਆਉਣ ਬਦਲੇ ਹੱਥੀ ਪੁੱਤ ਤੋਰੇ ਧੰਨ ਤੇਰਾ ਜੇਰਾ, ਮੌਤ ਨੂੰ ਵੇ ਆਉਣ ਬਦਲੇ ਹੱਥੀ ਤੋਰੇ ਪੁੱਤ ਧੰਨ ਤੇਰਾ ਜੇਰਾ। ਆਗੇ ਸ਼ਹੀਦੀ ਲਾਡਲੇ ਮਾਰ ਵੈਰੀਆਂ ਦੇ ਸੀਨਿਆਂ ਚ ਕਾਨੀ, ਧੰਨ ਗੁਰੂ ਬਾਜਾਂ ਵਾਲਿਆ, ਤੇਰਾ ਹੋਰ ਨਾ ਜਗਤ ਵਿੱਚ ਸਾਨੀ, ਚਾਰੇ ਪੁੱਤ ਵਾਰੇ ਦੇਸ਼ ਤੋਂ, ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ। ਉਹਦੇ ਦੋਵੇਂ ਲਾਲ ਲਾਡਲੇ ਮਾਤਾ ਗੁਜਰੀ ਨੂੰ ਗੰਗੂ ਖੇੜੀ ਲੈ ਗਿਆ, ਦੋਵੇਂ ਲਾਲ ਲਾਡਲੇ ਉਹ ਛੋਟੇ ਦੋਵੇਂ ਲਾਲ ਲਾਡਲੇ ਮਾਤਾ ਗੁਜਰੀ ਨੂੰ ਗੰਗੂ ਖੇੜੀ ਲੈ ਗਿਆ। ਆਇਆ ਮੋਣੀ ਮੱਤ ਮਾਰਤੀ ਥੈਲੀ ਮੋਹਰਾਂ ਦੀ ਚੁਰਾ ਕੇ ਪਾਪੀ ਬਹਿ ਗਿਆ, ਆਇਆ ਮੋਣੀ ਮੱਤ ਮਾਰਤੀ ਥੈਲੀ ਮੋਹਰਾਂ ਦੀ ਚੁਰਾ ਕੇ ਪਾਪੀ ਬਹਿ ਗਿਆ। ਰਿਪੋਰਟ ਕਰਤੀ ਪਾਪੀ ਦਿਲੋਂ ਨਾ ਗਵਾਈ ਬੇਈਮਾਨੀ,
ਧੰਨ ਗੁਰੂ ਬਾਜਾਂ ਵਾਲਿਆ ਤੇਰਾ ਹੋਣਾ ਜਗਤ ਵਿੱਚ ਸਾਮੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਰੱਖ ਦੇ ਕਲਮ ਮੌਜੀਆ ਲਿਖ ਹੋਣੀਆਂ ਨੀ ਤੈਥੋਂ ਕੁਰਬਾਨੀਆਂ ਰੱਖ ਦੇ ਕਲਮ ਮੌਜੀਆ ਲਿਖ ਹੋਣੀਆਂ ਨੀ ਤੈਥੋਂ ਕੁਰਬਾਨੀਆਂ ਦੁੱਖ ਝੱਲੇ ਸ਼ਹਿਨਸ਼ਾਹ ਵਾਰਾਂ ਜਾਣੀਆਂ ਨੀ ਤੇਰੇ ਤੋਂ ਬਿਆਨੀਆਂ ਦੁੱਖ ਝੱਲੇ ਸ਼ਹਿਨਸ਼ਾਹ ਵਾਰਾਂ ਤੇਰੇ ਤੋਂ ਨਹੀਂ ਜਾਣੀਆਂ ਬਿਆਨੀਆਂ ਕਲਮ ਦਾਤਿਆ ਤੇਰੀ ਲਿਖਾ ਜਦੋਂ ਦਰਦ ਕਹਾਣੀ ਧੰਨ ਗੁਰੂ ਬਾਜਾਂ ਵਾਲਿਆ ਤੇਰਾ ਹੋਣਾ ਜਗਤ ਵਿੱਚ ਸਾਮੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਬਾਜਾਂ ਵਾਲੇ ਮਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਤੋਂ 4 ਸਾਹਿਬਜ਼ਾਦੇ ਕੁਰਬਾਨ ਕੀਤੇ ਨੇ, 27 ਜੀ ਪਰਿਵਾਰ ਦੇ ਕੁਰਬਾਨ ਕੀਤੇ ਨੇ। ਆਪਣੇ ਕੋਲ ਕੋਈ ਨਿਸ਼ਾਨੀ ਨਹੀਂ ਰੱਖੀ, ਕੋਈ ਸੰਸਾਰ ਉੱਤੇ ਐਸਾ ਬਾਬਾ ਦੇਹਧਾਰੀ ਗੁਰੂ ਨਹੀਂ ਜਿਹੜਾ ਲੋਕਾਂ ਦੀ ਖਾਤਰ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਸਕੇ। ਉਹ ਇੱਕੋ ਇੱਕ ਗੁਰੂ ਨੇ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਜਿਹੜਾ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਦੀ ਕੁਰਬਾਨੀ ਤੋਂ ਐਸਾ ਸਿਲਸਿਲਾ ਸ਼ੁਰੂ ਹੋਇਆ ਕਿ 27 ਜੀ ਪਾਤਸ਼ਾਹ ਨੂੰ ਇਸ ਪਰਿਵਾਰ ਦੇ ਜਿਹੜੇ ਵਾਰਨੇ ਪਏ ਸਿੱਖ ਕੌਮ ਨੂੰ ਪ੍ਰਫੁੱਲਤ ਕਰਨ ਵਾਸਤੇ। ਤੇ ਅੱਜ ਕਈ ਭੈਣਾਂ ਦੀ ਇਹ ਮੈਨੂੰ ਸ਼ਿਕਾਇਤ ਆ ਰਹੀ ਹੈ ਕਿ ਅਸੀਂ ਕਿਹੜਾ ਕੇਸ ਰੱਖ ਕੇ ਅਸੀਂ ਕਿਹੜਾ ਖੰਡ ਪਾਠੀ ਲੱਗਣਾ, ਅਸੀਂ ਕਿਹੜਾ ਕੀਰਤਨ ਕਰਨਾ ਹੈ। ਗੱਲ ਭੈਣੋ ਕੀਰਤਨ ਕਰਨ ਦੀ ਮੈਂ ਫੇਰ ਉਹੀ ਰਿਪੀਟ ਕਰ ਰਿਹਾ, ਕੀਰਤਨ ਕਰਨ ਦੀ ਜਾਂ ਕਥਾ ਕਰਨ ਦੀ ਨਹੀਂ। ਤੁਹਾਡੇ ਬੱਚੇ ਜਿਹੜੇ ਆ ਉਹ ਗੁਰਸਿੱਖੀ ਨਾਲ ਜੁੜਨਗੇ ਤਾਂ ਤੁਹਾਨੂੰ ਸੁੱਖ ਮਿਲੇਗਾ। ਜੇ ਬੱਚੇ ਪਤਤ ਹੋ ਗਏ ਤੇ ਫਿਰ ਸੁੱਖ ਦੀ ਆਸ ਬੱਚਿਆਂ ਦੇ ਕੋਲੋਂ ਨਾ ਰੱਖਿਓ। ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਨੂੰ ਯਾਦ ਰੱਖਿਓ। ਸਤਿਗੁਰੂ ਪਾਤਸ਼ਾਹ ਨੇ ਜਿਨ੍ਹਾਂ ਬੱਚਿਆਂ ਨੂੰ ਅਸੀਂ ਠੰਡ ਤੱਕ ਨਹੀਂ ਲੱਗਣ ਦਿੰਦੇ, ਗਰਮੀਆਂ ਵਿੱਚ ਉਹਨਾਂ ਨੂੰ ਏਸੀ ਲਾ ਕੇ ਦਈਦਾ ਹੈ ਤੇ ਸਰਦੀਆਂ ਦੇ ਵਿੱਚ ਉਹਨਾਂ ਨੂੰ ਹੀਟ ਲਾ ਕੇ ਦਈਦੀ ਹੈ ਕਿ ਕਿਤੇ ਸਾਡੇ ਬੱਚੇ ਨੂੰ ਠੰਡ ਨਾ ਲੱਗ ਜੇ। ਵੇਲਾ ਕਿਤੇ ਯਾਦ ਆਪਣੇ ਉੱਤੇ ਪਾ ਕੇ ਵੇਖੀਏ ਨਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਕੈਦ ਸਨ, ਉਦੋਂ ਕੀ ਮੁਸੀਬਤ ਕਿਤਨਾ ਦੀ ਹੋਵੇਗੀ, ਕਿਤਨਾ ਦਾ ਭਿਆਨਕ ਦ੍ਰਿਸ਼ ਹੋਵੇਗਾ। ਕਿਉਂਕਿ ਇੱਕ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਕਹਿੰਦਾ ਮਾਂ ਮੈਨੂੰ ਠੰਡ ਲੱਗਦੀ ਹੈ, ਤੇ ਮਾਂ ਕੀ ਕਰਦੀ ਹੈ, ਕੋਈ ਮੋਟਾ ਕੱਪੜਾ ਨਹੀਂ ਮਾਂ ਕੋਲ ਹੈਗਾ, ਜਿਹੜਾ ਸਿਰ ਦੇ ਉੱਤੇ ਲੀੜਾ ਲਿਆ ਉਹੀ ਹੈ। ਮਾਂ ਆਪਣੀਆਂ ਛਾਤੀ ਨਾਲ ਲਾ ਕੇ ਨਿੱਘ ਦੇਣ ਦਾ ਯਤਨ ਕਰਦੀ ਹੈ। ਫਿਰ ਬਾਬਾ ਜੋਰਾਵਰ ਕਹਿੰਦਾ ਮਾਂ ਮੇਰੇ ਪੈਰ ਠਰ ਗਏ। ਮਾਂ ਆਪਣੇ ਚੋਲੇ ਦੀ ਕੰਨੀ ਉਹਦੇ ਪੈਰਾਂ ਤੇ ਦੇਣ ਦਾ ਯਤਨ ਕਰਦੀ ਹੈ, ਮੇਰੇ ਲਾਲ ਨਹੀਂ ਠੰਡ ਲੱਗੇਗੀ। ਆਹ ਤੈਨੂੰ ਮੈਂ ਸਾਖੀ ਸੁਣਾਵਾਂ। ਮਾਤਾ ਗੁਜਰ ਕੌਰ ਜੀ ਨੇ ਉਹਨਾਂ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਗੁਰੂ ਅਰਜਨ ਦੇਵ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੀਆਂ ਸਾਖੀਆਂ ਸੁਣਾ ਕੇ ਬੱਚਿਆਂ ਦੀ ਰਾਤ ਕੱਢੀ ਸੀ ਇੰਨੀ ਠੰਡ ਦੇ ਵਿੱਚ। ਕਾਹਦੇ ਕਰਕੇ ਕਿਰੇ ਗੁਰੂ ਗੋਬਿੰਦ ਸਿੰਘ ਨੂੰ ਸੁੱਖ ਦੀ ਲੋੜ ਨਹੀਂ ਸੀ। ਸਾਰੇ ਆਪਾਂ ਦੁਨਿਆਵੀ ਲੋਕ ਬੈਠੇ ਆ, ਆਪਾਂ ਨੂੰ ਜਿਸ ਤਰ੍ਹਾਂ ਚਾਹ ਹੈ ਨਾ ਕਿ ਬੱਚਿਆਂ ਦੀਆਂ ਸ਼ਾਦੀਆਂ ਕਰਨੀਆਂ, ਇਸ ਤਰ੍ਹਾਂ ਸਾਰੇ ਉਸ ਮਾਤਾ ਗੁਜਰ ਕੌਰ ਜੀ, ਮਾਤਾ ਜੀਤਾ ਜੀ ਨੂੰ ਸਾਰਿਆਂ ਨੂੰ ਚਾਹ ਸੀ ਕਿ ਸਾਡੇ ਵੀ ਪੁੱਤਰ ਜਿਹੜੇ ਵਿਆਹੇ ਜਾਣ। ਪਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਅੱਜ ਦਾ ਭੇਖੀ ਕੋਈ ਰੀਸਾ ਨਹੀਂ ਕਰ ਸਕਦਾ। ਆ ਨੀਲੇ ਘੋੜੇ ਵਾਲੇ ਸ਼ਾਹ ਸਵਾਰ ਦੀਆਂ ਸਿੰਘਾਂ ਦੀ ਕੁਰਬਾਨੀ ਨੂੰ ਵੇਖ ਕੇ ਤੇ ਆ ਅੱਖਾਂ ਗਈਆਂ ਚੰਦਿਆ ਸੰਸਾਰ ਦੀਆਂ। ਓ ਕਲਗੀ ਵਾਲੇ ਨੇ ਪੁੱਤਾਂ ਦਾ ਖੂਨ ਪਾ ਕੇ ਆਨੀਆਂ ਰੱਖੀਆਂ ਪੰਥਕ ਦਵਾਰ ਦੀਆਂ। ਇੱਕ ਦਰ ਖੋਪਰੀ ਪਈ ਅਜੀਤ ਦੀ ਐ, ਇੱਕ ਦਰ ਅੰਦਰਾਂ ਪਈਆਂ ਜੁਝਾਰ ਦੀਆਂ। ਪੁੱਤਾਂ ਵਾਲੇ ਸ੍ਰੀ ਦਸ਼ਮੇਸ਼ ਜੀ ਨੇ ਤੇ ਕਿੱਦਾਂ ਜਨ ਚੜਾਈ ਏ ਪੁੱਤਰਾਂ ਦੀ। ਦੋ ਨਾਲ ਦਾਦੀ ਤੇ ਦੋ ਨੂੰ ਨਾਲ ਪਿਤਾ, ਵੰਡ ਇਸ ਤਰ੍ਹਾਂ ਪਾਈਏ ਪੁੱਤਰਾਂ ਦੀ। ਦੋ ਚਮਕੌਰ ਤੇ ਦੋ ਸਰਹੰਦ ਅੰਦਰ ਇਹਨੇ ਜਨ ਟਕਾਈਏ ਪੁੱਤਰਾਂ ਦੀ।
ਆ ਕਲਗੀ ਵਾਲਿਆ ਤੇਰੇ ਪਰਿਵਾਰ ਤੋਂ ਮੈਂ ਤੇ ਕਿਵੇਂ ਕਰਾਂ ਬਿਆਨ ਜੋ ਜੋ ਬੀਤੀਆਂ ਨੇ। ਆਲੋਕ ਪੁੱਤ ਵਿਆਹ ਕੇ ਕਰਨ ਖੁਸ਼ੀਆਂ ਤੂੰ ਪਰ ਸ਼ਹੀਦ ਕਰਵਾ ਕੇ ਕੀਤੀਆਂ ਨੇ। ਤੂੰ ਪਰ ਸ਼ਹੀਦ ਕਰਵਾ ਕੇ ਕੀਤੀਆਂ ਨੇ। ਸਾਰੀ ਸੰਗਤ ਵੱਲੋਂ ਇਤਿਹਾਸ ਭੇਟ ਮਾਇਆ ਹਾਜ਼ਰ ਹੈ। ਮਾਤਾਵਾਂ ਵੱਲੋਂ ਛੋਟੇ ਛੋਟੇ ਬੱਚਿਆਂ ਵੱਲੋਂ ਇਤਿਹਾਸ ਦਾ ਸਤਿਕਾਰ ਕੀਤਾ ਗਿਆ। ਸਤਿਗੁਰੂ ਪਾਤਸ਼ਾਹ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਈ ਹੋਈ ਸੰਗਤ ਨੂੰ ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਇਸੇ ਤਰ੍ਹਾਂ ਭੈਣਾਂ ਨੂੰ ਫਿਰ ਦੁਬਾਰਾ ਬੇਨਤੀ ਹੈ ਨਗਰ ਨੂੰ ਕਿ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਦਾ ਵੱਧ ਤੋਂ ਵੱਧ ਯਤਨ ਕਰੋ, ਕਿਉਂਕਿ ਤੁਸੀਂ ਇੱਕ ਤੁਹਾਡੇ ਗੜੀ ਮੈਂ ਹੋਰ ਬੇਨਤੀ ਕਰਦਾ, ਮੇਰੇ ਕੋਲ ਤੇ ਭਾਈ ਜਸਪਾਲ ਸਿੰਘ ਜੀ ਦੇ ਕੋਲ ਇੱਕ ਗੁਰਮਤਿ ਪ੍ਰਕਾਸ਼ ਦੀ ਬੁੱਕ ਹੈ ਜਿਹਦਾ ਚੰਦਾ 50 ਰੁਪਏ ਸਾਲ ਦਾ, ਬਹੁਤਾ ਕੋਈ ਜ਼ਿਆਦਾ ਚੰਦਾ ਨਹੀਂ। ਜੇ ਤੁਹਾਡੇ ਘਰ ਵਿੱਚ ਉਹ ਕਿਤਾਬ ਪਈ ਹੋਏਗੀ ਤੁਹਾਡੇ ਬੱਚਿਆਂ ਦਾ, ਤੁਹਾਡਾ ਆਪਣਾ ਵੀ ਪੜ੍ਹਨ ਨੂੰ ਬਦੋ-ਬਦੀ ਦਿਲ ਕਰੇਗਾ। ਜਿੰਨੇ ਵੀ ਇਤਿਹਾਸਕ ਦਿਹਾੜੇ ਉਸ ਮਹੀਨੇ ਦੀ, ਜਿਹੜੇ ਮਹੀਨੇ ਦੀ ਕਿਤਾਬ ਛਪਦੀ ਉਸ ਮਹੀਨੇ ਵਿੱਚ ਜਿੰਨੇ ਇਤਿਹਾਸਕ ਦਿਹਾੜੇ ਆਉਂਦੇ ਨੇ, ਜਿਹੜਾ ਮਹੀਨਾ ਦੇਸੀ ਆਉਂਦਾ ਹੈ ਉਹਦੀ ਵਿਆਖਿਆ ਸਾਰਾ ਕੁਝ ਉਸ ਕਿਤਾਬ ਵਿੱਚ ਲਿਖਿਆ ਹੁੰਦਾ ਹੈ। ਮੈਂ ਸਾਰੀ ਨਗਰ ਨੂੰ ਬੇਨਤੀ ਕਰਾਂਗਾ, ਜਿਹੜੀਆਂ ਭੈਣਾਂ ਇੱਥੇ ਸੁਣਦੀਆਂ ਨੇ ਜਾਂ ਘਰ ਵਿੱਚ ਸੁਣਦੇ ਨੇ, ਕਿ 50 ਰੁਪਏ ਚੰਦਾ ਜਿਹੜਾ ਉਹ ਕਬੂਤਾ ਨਹੀਂ। ਜੇ ਤੁਸੀਂ ਨਹੀਂ ਦੇ ਸਕਦੇ ਤਾਂ ਵੀ ਮੈਨੂੰ ਐਡਰੈਸ ਲਿਖਾ ਦਿਓ, ਮੈਂ ਸੇਵਾ ਕਰਾਂਗਾ ਜ਼ਰੂਰ। ਤੁਸੀਂ ਉਹ ਘਰ ਦੇ ਵਿੱਚ ਆਪਣਾ ਸ਼ਿੰਗਾਰ ਉਸ ਗੁਰਮਤਿ ਪ੍ਰਕਾਸ਼ ਦਾ ਜਿਹੜਾ ਪ੍ਰਕਾਸ਼ ਹੈ ਆਪਣੇ ਘਰ ਦੇ ਵਿੱਚ ਉਸ ਕਿਤਾਬ ਦਾ ਸ਼ਿੰਗਾਰ ਜ਼ਰੂਰ ਬਣਾਓ, ਤਾਂ ਕਿ ਤੁਹਾਡੇ ਬੱਚੇ ਤੇ ਤੁਹਾਡਾ ਕੋਈ ਆਇਆ ਹੋਇਆ ਰਿਸ਼ਤੇਦਾਰ ਵੀ ਜਿਹੜਾ ਨਾ ਉਹ ਵੀ ਕਿਤਾਬ ਪੜ੍ਹ ਕੇ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਿਆ ਲੈ ਸਕੇ। ਕੋਈ ਬਹੁਤੀ ਵੱਡੀ ਗੱਲ ਨਹੀਂ ਕਿ 50 ਰੁਪਏ ਕੋਈ ਜ਼ਿਆਦਾ ਚੰਦਾ ਨਹੀਂਗਾ। ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ, ਆਪਣਾ ਐਡਰੈਸ ਲਿਖਾ ਕੇ ਤੇ ਮੇਰੇ ਕੋਲੋਂ ਰਸੀਦ ਪ੍ਰਾਪਤ ਕਰ ਲਿਓ। ਮੇਰੇ ਕੋਲ ਰਸੀਦ ਬੁੱਕ ਮੈਂ ਲੈ ਕੇ ਨਾਲ ਆਇਆ। ਕੱਲ ਵੀ ਦੋ ਮਾਤਾਵਾਂ ਨੇ ਆਪਣੀ ਕਿਤਾਬ ਦਾ ਐਡਰੈਸ ਲਿਖਾਇਆ ਸੀ ਕਿ ਸਾਡੇ ਘਰੋਂ ਕਿਤਾਬ ਜ਼ਰੂਰ ਆਉਣੀ ਚਾਹੀਦੀ ਹੈ। ਹੋਰ ਵੀ ਜਿਨ੍ਹਾਂ ਨੇ ਲਾਉਣੀ ਚਾਹੁੰਦੇ ਨੇ ਕਿਤਾਬ ਉਹ ਗੁਰਮਤਿ ਪ੍ਰਕਾਸ਼ ਦੀ ਬੁੱਕ, ਉਹ ਮੈਨੂੰ ਆਪਣਾ ਐਡਰੈਸ ਜ਼ਰੂਰ ਲਿਖਾ ਦਿਓ। ਇੰਨੀਆਂ ਬੇਨਤੀਆਂ ਸਤਿਗੁਰੂ ਪਾਤਸ਼ਾਹ ਦਰ ਤੇ ਪ੍ਰਵਾਨ ਕਰਨ। ਹੋਈਆਂ ਭੁੱਲਾਂ ਦੀ ਮਾਫੀ। ਹੁਣ ਮੇਰੇ ਤੋਂ ਬਾਅਦ ਭਾਈ ਜਸਪਾਲ ਸਿੰਘ ਜੀ, ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਗੁਰਮਤਿ ਕੈਂਪ ਦੇ ਵਿੱਚ, ਕਿਉਂਕਿ ਉਹਨਾਂ ਦਾ ਲੰਗਰ ਵੀ ਤੁਹਾਡੇ ਲਾਗੇ ਹੀ ਹੈ, ਤੇ ਉਹਨਾਂ ਦੇ ਉਤਸ਼ਾਹ ਦੇ ਨਾਲ ਅੱਜ ਬੱਚੇ ਜਿਹੜੇ ਆ ਉਹ ਗੁਰਸਿੱਖੀ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਹੁਣ ਤੁਸੀਂ ਸਰਵਣ ਕਰੋ, ਆਪਣੇ ਬਚਨਾਂ ਦੇ ਰਾਹੀਂ ਤੁਹਾਨੂੰ ਨਿਹਾਲ ਕਰਨਗੇ। ਸਾਡੇ ਨਾਲ ਫਤਿਹ ਬੁਲਾਓ। ਹੋਈਆਂ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਇਹ ਸਨ ਗਿਆਨੀ ਦਿਲਬਾਗ ਸਿੰਘ ਜੀ ਕਾਲੇ ਕੇ ਕਵੀਸ਼ਰੀ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ, ਕਿ ਕਿਵੇਂ ਉਹਨਾਂ ਨੇ ਸਾਡੇ ਉੱਪਰ, ਇਸ ਮਨੁੱਖਤਾ ਉੱਪਰ ਹੋ ਰਿਹਾ ਜ਼ੁਲਮ ਨੂੰ ਖਤਮ ਕਰਨ ਵਾਸਤੇ ਆਪਣੇ ਜਾਨ ਤੋਂ ਪਿਆਰੇ ਗੁਰਸਿੱਖ, ਆਪਣੇ ਜਿਗਰ ਦੇ ਟੋਟੇ, ਆਪਣੇ ਲਾਲ ਸਾਹਿਬਜ਼ਾਦੇ ਕਿਵੇਂ ਉਹਨਾਂ ਨੇ ਕੁਰਬਾਨ ਕੀਤੇ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਵੀ ਧਰਮ ਵਿੱਚ ਪਰਪੱਕਤਾ ਜਿਹੜੀ ਹੈ ਉਹ ਹਾਸਲ ਕਰਨੀ ਹੈ। ਗੁਰੂ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਅਸੀਂ ਆਪਣੇ ਜੀਵਨ ਨੂੰ, ਆਪਣੇ ਬੱਚਿਆਂ ਦੇ ਜੀਵਨ ਨੂੰ ਢਾਲਣਾ ਹੈ। ਸੋ ਬੱਚਿਓ, ਤੁਹਾਡੀਆਂ ਲਾਈਨਾਂ ਜਿਹੜੀਆਂ ਨਾ ਹੌਲੀ ਹੌਲੀ ਟੇਢੇ ਮੇਢੇ ਆਪਾਂ ਹੋ ਰਹੇ ਆ, ਬਿਲਕੁਲ ਸਿੱਧੇ ਹੋ ਕੇ ਬੈਠਣਾ, ਤੇ ਤੁਹਾਨੂੰ ਥੋੜਾ ਥੋੜਾ ਆਪਾਂ ਨਾ ਚੈੱਕ ਵੀ ਕਰਨਾ। ਜਿਵੇਂ ਕੱਲ ਤੁਸੀਂ ਟੈਸਟ ਦਿੱਤਾ ਸੀ ਨਾ, ਤੇ ਅੱਜ ਆਪਾਂ ਇਹ ਵੇਖਣਾ ਕਿ ਸੱਚਮੁੱਚ ਤੁਸੀਂ ਉਹ ਜਾਣਦੇ ਹੋ ਜੋ ਲਿਖਿਆ, ਠੀਕ ਹੈ ਨਾ। ਕਈ ਵਾਰ ਅਸੀਂ ਇਹ ਛੋਟੀਆਂ ਛੋਟੀਆਂ ਗੱਲਾਂ, ਮੁੱਢਲੀਆਂ ਗੱਲਾਂ ਵੀ ਜਿਹੜੀਆਂ ਨਾ ਅਸੀਂ ਨਹੀਂ ਜਾਣਦੇ, ਜੋ ਬੱਚੇ ਸਿੱਖ ਚੁੱਕੇ ਨੇ। ਜਿਵੇਂ ਬੱਚਿਓ ਜੈਕਾਰੇ ਦੀ ਗੱਲ ਆਉਂਦੀ ਹੈ, ਠੀਕ ਹੈ, ਆਪਾਂ ਜਾਣਦੇ ਜੈਕਾਰਾ ਕੀ ਹੁੰਦਾ? ਕਿੰਨੇ ਬੱਚੇ ਜਾਣਦੇ ਜੈਕਾਰਾ ਕੀ ਹੁੰਦਾ? ਹੱਥ ਖੜਾ ਕਰੋ, ਗੱਜ ਕੇ ਬੁਲਾਈਏ ਫਿਰ। ਚਲੋ ਬੁਲਾਓ ਫਿਰ। ਹਾਂਜੀ ਬੱਚਿਓ, ਇਹ ਕੀ ਹੁੰਦਾ? ਜੈਕਾਰਾ, ਠੀਕ ਆ। ਇਹਦਾ ਭਾਵ ਕੀ ਆ? ਬੋਲੇ ਸੋ ਨਿਹਾਲ। ਜੋ ਵੀ ਬੋਲੇਗਾ ਉਹ ਨਿਹਾਲ ਹੋ ਜਾਏਗਾ, ਆਨੰਦ ਵਿੱਚ ਆ ਜਾਏਗਾ, ਵਿਗਾਸ ਵਿੱਚ ਆਏਗਾ। ਕੀ ਬੋਲੇਗਾ? ਸਤਿ ਸ੍ਰੀ ਅਕਾਲ। ਕਈ ਵਾਰੀ ਆਪਣੀ ਜਿਹੜੀ ਬੋਲੀ ਆ ਨਾ, ਸ਼ਬਦ ਮੀਨਿੰਗਲੈਸ ਹੋ ਜਾਂਦੇ ਆ, ਆਪਾਂ ਬਿਨਾਂ ਸੁਣਨ ਤੋਂ ਬੋਲਦੇ। ਜਿਵੇਂ ਬੋਲੇ ਸੋ ਨਿਹਾਲ ਸੁਣਿਆ, ਪਿੱਛੇ ਬੋਲਤਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦਾ ਬੱਚਿਓ ਕੋਈ ਅਰਥ ਹੈ ਨਹੀਂ। ਸਤਿ ਸ੍ਰੀ ਅਕਾਲ, ਸਤ ਤੋਂ ਭਾਵ ਹੈ ਸਰੀਰ ਹੀ ਕਾਇਮ ਰਹਿਣ ਵਾਲਾ। ਸਰੀਰ ਹੀ ਕਾਇਮ ਰਹਿਣ ਵਾਲਾ ਕੌਣ ਹੈ? ਉਹ ਹੈ ਅਕਾਲ ਪੁਰਖ। ਤੇ ਸ੍ਰੀ ਤੋਂ ਭਾਵ ਸਭ ਤੋਂ ਵੱਡਾ ਸ਼੍ਰੋਮਣੀ। ਅਕਾਲ ਦਾ ਅਰਥ ਕੀ ਆ?
ਜਿਹੜਾ ਕਾਲ ਤੋਂ, ਮੌਤ ਦੇ ਬੰਧਨਾਂ ਤੋਂ, ਸਮੇਂ ਦੇ ਬੰਧਨਾਂ ਤੋਂ ਰਹਿਤ ਹੋਵੇ, ਉਸ ਪ੍ਰਮਾਤਮਾ ਨੂੰ ਜਿਹੜਾ ਯਾਦ ਕਰਦਾ, ਜਿਹੜਾ ਬੋਲਦਾ, ਉਹ ਨਿਹਾਲ ਹੋ ਜਾਂਦਾ, ਵਿਗਾਸ ਖੁਸ਼ੀ ਵਿੱਚ ਆ ਜਾਂਦਾ। ਸੋ ਇਸ ਕਰਕੇ ਬੱਚਿਓ ਆਪਾਂ ਜਕਾਰਾ ਲਾ ਕੇ ਬਿਲਕੁਲ ਫਰੈਸ਼, ਠੀਕ ਹੈ ਨਾ, ਤਰੋ ਤਾਜ਼ਾ ਹੋ ਜਾਂਦੇ ਆ। ਤੇ ਇਹ ਜਕਾਰਾ ਬੱਚਿਓ ਕਿੱਥੇ ਬੁਲਾਇਆ ਜਾਂਦਾ, ਕਦੋਂ ਬੁਲਾਇਆ ਜਾਂਦਾ ਪਤਾ ਜੇ? ਹਾਂਜੀ ਹਾਂਜੀ, ਅਰਦਾਸ ਤੋਂ ਬਾਅਦ। ਹੋਰ ਜਦੋਂ ਜੰਗਾਂ ਯੁੱਧਾਂ ਵਿੱਚ ਸਿੰਘ ਉਤਸ਼ਾਹ ਭਰਦੇ ਆ, ਆਪਣੇ ਸਾਥੀਆਂ ਵਿੱਚ, ਫੌਜੀਆਂ ਵਿੱਚ ਜਦੋਂ ਉਤਸ਼ਾਹ ਭਰਦੇ ਆ, ਉਦੋਂ ਇਹ ਜੈਕਾਰਾ ਬੁਲਾਇਆ ਜਾਂਦਾ। ਪਰ ਬੱਚਿਓ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਇਹ ਜੈਕਾਰਾ ਜਿਹੜਾ ਪੂਰਾ ਕੰਪਲੀਟ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ, ਇਹਦੇ ਨਾਲ ਵੀ ਕਈ ਵਾਰੀ ਕੋਈ ਸ਼ਬਦ ਲਾ ਦਿੱਤਾ ਜਾਂਦਾ, ਜੋ ਬੋਲੇ ਸੋ ਨਿਹਾਲ। ਜੋ ਸ਼ਬਦ ਵਿੱਚ ਕੋਈ ਨਹੀਂ ਹੈਗਾ, ਕੇਵਲ ਤੇ ਕੇਵਲ ਜੋ ਪੰਥ ਵੱਲੋਂ ਪ੍ਰਮਾਣਿਤ ਇਹ ਜੈਕਾਰਾ ਉਹ ਬੋਲੇ ਸੋ ਨਿਹਾਲ ਆ। ਫਿਰ ਬੱਚਿਓ ਇੱਕ ਹੋਰ ਆਪਾਂ ਵੇਖਦੇ ਆ, ਸਾਡੇ ਘਰਾਂ ਦੇ ਵਿੱਚ ਜਦੋਂ ਸਾਡੇ ਘਰ ਰਿਸ਼ਤੇਦਾਰ ਆਉਂਦੇ ਆ ਜਾਂ ਆਪਾਂ ਉਹਨਾਂ ਦੇ ਕੋਲ ਜਾਂਦੇ ਆ, ਉਦੋਂ ਕੀ ਬੋਲਦੇ ਆ ਭਲਾ? ਸੱਚੋ ਸੱਚ ਦੱਸਿਓ, ਉਦੋਂ ਆਪਾਂ ਕੀ ਬੋਲਦੇ ਆ? ਹਾਂ, ਸਤਿ ਸ੍ਰੀ ਅਕਾਲ। ਤੇ ਸਤਿ ਸ੍ਰੀ ਅਕਾਲ ਵੀ ਕੋਈ ਸ਼ਬਦ ਨਹੀਂ ਆ, ਜਿਵੇਂ ਹੁਣੇ ਦੱਸਿਆ, ਇਹ ਸਤਿ ਸ੍ਰੀ, ਠੀਕ ਹੈ ਨਾ। ਤੇ ਕਈ ਤੇ ਹੌਲੀ ਜੀ ਬੋਲਦੇ ਸਤਿ ਸ੍ਰੀ ਅਕਾਲ, ਕਈ ਇੱਥੋਂ ਤੱਕ ਕਿ ਹਾਏ ਗਏ ਕੀ ਸਾਰ ਦਿੰਦੇ ਆ ਅੱਜ ਕੱਲ ਦੇ ਪੜ੍ਹੇ ਲਿਖੇ। ਤੇ ਇਸ ਕਰਕੇ ਸਤਿ ਸ੍ਰੀ ਅਕਾਲ ਵੀ ਨਹੀਂ, ਸਤਿ ਸ੍ਰੀ ਅਕਾਲ ਵੀ ਨਹੀਂ, ਤੇ ਸਤਿ ਸ੍ਰੀ ਅਕਾਲ ਜਿਹੜਾ ਨਾ ਉਹ ਜਕਾਰੇ ਦਾ ਅੱਧਾ ਪਾਰਟ ਹੈਗਾ, ਅੱਧਾ ਭਾਗ। ਪੂਰਾ ਜਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਤੇ ਆਪਾਂ ਸਤਿ ਸ੍ਰੀ ਅਕਾਲ ਬੁਲਾਉਣੇ ਆ, ਠੀਕ ਆ। ਤੇ ਗੁਰੂ ਸਾਹਿਬ ਵੱਲੋਂ ਸਾਨੂੰ ਕੀ ਹੁਕਮ ਆ? ਜਦੋਂ ਸਿੱਖ ਨੇ ਆਪਸ ਵਿੱਚ ਮਿਲਣਾ, ਜਿਵੇਂ ਮੁਸਲਮਾਨ ਸਲਾਮ ਅਲੈਕਮ ਕਰਦੇ ਆ, ਹਿੰਦੂ ਧਰਮ ਵਿੱਚ ਰੂਲ ਉਹਨਾਂ ਦਾ ਕੋਈ ਨਮਸਕਾਰ, ਨਮਸਤੇ, ਰਾਮ ਰਾਮ ਕਰਦੇ ਆ, ਠੀਕ ਹੈ ਨਾ। ਤੇ ਅੰਗਰੇਜ਼ਾਂ ਦੇ ਵਿੱਚ ਕੀ ਪ੍ਰਚਲਿਤ ਆ? ਗੁੱਡ ਮਾਰਨਿੰਗ, ਗੁੱਡ ਈਵਨਿੰਗ, ਹੈ ਨਾ। ਪਰ ਵੈਸੇ ਵੱਖਰੀ ਗੱਲ ਹੈ ਕਿ ਅੱਜ ਵੀ ਆਪਾਂ ਵੀ ਅੰਗਰੇਜ਼ ਬਣ ਰਹੇ ਆ। ਗੁਰੂ ਸਾਹਿਬ ਦੇ ਵੱਲੋਂ, ਗੁਰੂ ਸਾਹਿਬ ਵੱਲੋਂ ਸਾਨੂੰ ਕੀ ਹੁਕਮ ਆ? ਜਦੋਂ ਅਸੀਂ ਆਪਸ ਵਿੱਚ ਮਿਲਣਾ, ਭਾਵੇਂ ਮਾਮੀ ਕੋ ਜਾਣਾ ਹੋਵੇ, ਮਾਸੀ ਕੋ ਜਾਣਾ ਹੋਵੇ, ਜਾਂ ਉਹਨਾਂ ਸਾਡੇ ਕੋਲ ਆਉਣਾ ਹੋਵੇ, ਉਦੋਂ ਆਪਾਂ ਕੀ ਬੋਲਣਾ? ਕੀ ਬੋਲਣਾ ਉਦੋਂ? ਵਾਹਿਗੁਰੂ ਜੀ ਕਾ। ਜਿਹੜਾ ਵੰਸ਼ਦੀਪ ਆ ਸਾਰਿਆਂ ਤੋਂ ਮਗਰੋਂ ਆਇਆ, ਤੇ ਇਸ ਕਰਕੇ ਉਹ ਜ਼ਿਆਦਾ ਜਾਣਦਾ ਕਿ ਆਪਸ ਵਿੱਚ ਮਿਲਣ ਸਮੇਂ ਕੀ ਬੁਲਾਉਣਾ, ਕੀ ਬੁਲਾਉਣਾ ਭਲਾ? ਸ਼ਾਬਾਸ਼, ਮੈਨੂੰ ਪਤਾ ਸੀ ਸਭ ਤੋਂ ਮਗਰੋਂ ਆਇਆ, ਅਖੀਰਲੇ ਦਿਨ ਆਇਆ, ਕਿਉਂਕਿ ਭੂਆ ਕੋ ਚਲਿਆ ਗਿਆ, ਤੇ ਭੂਆ ਕੋ ਜਾ ਕੇ ਤੇ ਪੜ੍ਹਦਾ ਰਿਹਾ ਵੀ ਆਪਾਂ ਕੀ ਪੜ੍ਹਨਾ ਤੇ ਕੀ ਬੋਲਣਾ, ਠੀਕ ਹੈ ਨਾ। ਤੇ ਇਹਦੇ ਨੰਬਰ ਵੀ ਬੜੇ ਜ਼ਿਆਦਾ ਆਏ ਆ, ਸਭ ਤੋਂ ਵੱਧ ਨੰਬਰ ਇਹਦੇ ਆਏ ਆ। ਇਸ ਕਰਕੇ ਬੱਚਿਓ ਫਿਰ ਮੈਂ ਦੁਬਾਰਾ ਪੁੱਛਦਾ ਕਿ ਸਾਨੂੰ ਗੁਰੂ ਸਾਹਿਬ ਦਾ ਕੀ ਹੁਕਮ ਆ? ਹੁਣ ਜਦੋਂ ਆਪਾਂ ਆਪਸ ਵਿੱਚ ਮਿਲਾਂਗੇ, ਸਕੂਲੋਂ ਘਰ ਆਵਾਂਗੇ, ਕੀ ਮੰਮੀ ਡੈਡੀ ਨੂੰ ਬੁਲਾਵਾਂਗੇ? ਆਪਾਂ ਕੀ ਬੁਲਾਵਾਂਗੇ ਬੱਚਿਓ? ਇਹ ਫਤਿਹ ਜਿਹੜੀ ਆ ਨਾ, ਕੋਈ ਐਵੇਂ ਕਿਵੇਂ ਨਹੀਂ, ਬੜੀ ਵੱਡੀ ਆ ਫਤਿਹ। ਇਹ ਆਰੰਭਤਾ ਕਿੱਥੋਂ ਹੋਈ? ਦਸ਼ਮੇਸ਼ ਪਾਤਸ਼ਾਹ ਨੇ ਜਦੋਂ ਪਹਿਲਾ ਜੰਗ ਭੰਗਾਣੀ ਦਾ ਯੁੱਧ ਜਿੱਤਿਆ, ਤੇ ਨਾਲ ਹੀ ਉਹਨਾਂ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ, ਬਾਬਾ ਅਜੀਤ ਸਿੰਘ ਜੀ ਦਾ। ਤੇ ਸਿੰਘਾਂ ਨੇ ਵਧਾਈਆਂ ਦਿੱਤੀਆਂ ਗੁਰੂ ਸਾਹਿਬ ਨੂੰ ਕਿ ਤੁਹਾਡੀ ਫਤਿਹ ਹੋਈ ਆ ਜੰਗ ਵਿੱਚ। ਤੇ ਗੁਰੂ ਸਾਹਿਬ ਕਹਿੰਦੇ ਸਾਡੀ ਫਤਿਹ ਨਹੀਂ ਆ, ਤੇ ਸਿੰਘ ਕਹਿੰਦੇ ਸਾਡੀ ਫਤਿਹ ਨਹੀਂ ਆ, ਤੇ ਫਤਿਹ ਕਿਹਦੀ ਆ? ਗੁਰੂ ਸਾਹਿਬ ਕਹਿੰਦੇ ਫਤਿਹ ਉਹਦੀ ਆ ਜਿਹਦੇ ਅਸੀਂ ਲੜ ਲੱਗੇ ਆ, ਜਿਹਦੇ ਅਸੀਂ ਸਿੱਖ ਵਾਂ, ਅਸੀਂ ਸਿੱਖ ਵਾਂ ਅਕਾਲ ਪੁਰਖ ਪ੍ਰਮਾਤਮਾ ਦੇ, ਉਹ ਸਾਡੀ ਅੰਗ ਸੰਗ ਹੋ ਕੇ ਸਹਾਇਤਾ ਕਰਦਾ। ਤੇ ਫਤਿਹ ਵੀ ਫਿਰ ਸਾਡੀ ਥੋੜਾ ਹੋਈ, ਜਿਹੜਾ ਸਹਾਇਤਾ ਕਰਦਾ, ਜਿਹੜਾ ਸਾਡੀ ਰੱਖਿਆ ਕਰਦਾ, ਫਤਿਹ ਵੀ ਤਾਂ ਉਹਦੀ ਹੋਈ ਨਾ, ਉਹਨੇ ਬਖਸ਼ਿਸ਼ ਕੀਤੀ ਆ ਨਾ। ਇਸ ਕਰਕੇ ਆਪਾਂ ਫਤਿਹ ਸਾਡੀ ਨਹੀਂ, ਤੁਹਾਡੀ ਨਹੀਂ, ਇਹ ਫਤਿਹ ਕਿਹਦੀ ਹੈ? ਵਾਹਿਗੁਰੂ ਦੀ। ਤੇ ਆਪਾਂ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ। ਇਸ ਕਰਕੇ ਫਤਿਹ ਦੀ ਆਰੰਭਤਾ ਜਿਹੜੀ ਆ ਨਾ, ਉਹ ਦਸ਼ਮੇਸ਼ ਪਾਤਸ਼ਾਹ ਜੀ ਨੇ ਕੀਤੀ। ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ, ਉਦੋਂ ਬਿਲਕੁਲ ਇੱਕ ਨਿਯਮ ਬਣ ਗਿਆ, ਰੂਲ ਬਣ ਗਿਆ, ਰਹਿਤ ਬਣ ਗਈ ਕਿ ਸਿੱਖ ਜਿਹੜਾ ਉਹ ਨਿਆਰਾ, ਪਹਿਚਾਣ ਵਿੱਚ ਵੀ ਨਿਆਰਾ, ਖਾਲਸੇ ਦੇ ਬੋਲ ਬਾਲੇ ਵੀ ਨਿਆਰੇ ਆ। ਤੇ ਇਸ ਕਰਕੇ ਖਾਲਸਾ ਜਿਹੜਾ ਹਮੇਸ਼ਾ ਜਦੋਂ ਆਪਸ ਵਿੱਚ ਮਿਲਣਾ, ਉਦੋਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ, ਯਾਦ ਕਰਨਾ। 2 ਵਾਰ ਵਾਹਿਗੁਰੂ ਚੇਤੇ ਆਉਂਦਾ ਜਦੋਂ ਆਪਾਂ ਫਤਿਹ ਬੁਲਾਉਨੇ ਆ। ਪਹਿਲੇ ਨੰਬਰ ਤੇ ਇਹ ਅਹਿਸਾਸ ਹੁੰਦਾ ਕਿ ਅਸੀਂ ਕਿਹਦੇ ਆ? ਖਾਲਸਾ ਕਿਹਦਾ ਵਾ? ਖਾਲਸਾ ਕਿਹਦਾ ਵਾ?
ਖਾਲਸੇ ਦੇ ਬੱਚਿਓ ਅਰਥ ਹੀ ਇਹ ਆ, ਅਰਬੀ ਭਾਸ਼ਾ ਦਾ ਸ਼ਬਦ ਆ। ਖਾਲਸੇ ਦੇ ਅਰਥ ਹੀ ਇਹ ਆ ਕਿ ਜਿਹੜਾ ਮਨੁੱਖ ਸਿੱਧਾ ਹੀ ਅਕਾਲ ਪੁਰਖ ਨਾਲ ਜੁੜਿਆ ਹੋਇਆ, ਉਹਦੇ ਵਿੱਚ ਕੋਈ ਵਿਚੋਲਾ ਨਹੀਂ, ਕੋਈ ਹੋਰ ਸ਼ਕਤੀ ਦੇਵੀ ਦੇਵਤਾ ਪੀਰ ਪੈਗੰਬਰ ਨਹੀਂ। ਜਿਹੜਾ ਸਿੱਖ, ਜਿਹੜਾ ਮਨੁੱਖ ਇੱਕ ਅਕਾਲ ਪੁਰਖ ਨਾਲ ਜੁੜਿਆ ਹੋਇਆ, ਇਸ ਕਰਕੇ ਉਹਨੂੰ ਖਾਲਸਾ ਕਿਹਾ ਜਾਂਦਾ। ਤੇ ਗੁਰੂ ਸਾਹਿਬ ਨੇ ਆਖਿਆ ਖਾਲਸਾ ਵਾਹਿਗੁਰੂ ਦਾ, ਤੇ ਵਾਹਿਗੁਰੂ ਨੇ ਹੀ ਆਪਣੇ ਖਾਲਸੇ ਦੀ ਹਰ ਸਮੇਂ ਰੱਖਿਆ ਕਰਨੀ ਆ, ਤੇ ਫਤਿਹ ਜਿਹੜੀ ਆ ਉਹ ਵਾਹਿਗੁਰੂ ਦੀ ਆ। ਤੇ ਇਹਦੇ ਨਾਲ ਖਾਲਸਾ ਅਸੀਂ ਜਾਂ ਸਿੱਖ ਜਿਹੜੇ ਆ ਉਹ ਇੱਕ ਅਹੰਕਾਰ ਤੋਂ ਬਚ ਜਾਂਦੇ ਆ। ਜਿਵੇਂ ਅਸੀਂ ਕਹਿੰਦੇ ਆ ਜੀ ਇਹ ਮੈਂ ਕੀਤਾ, ਕੋਈ ਪ੍ਰਾਪਤੀ ਹੋਵੇ, ਜੇ ਗਲਤ ਕੰਮ ਹੋਵੇ ਅਸੀਂ ਕਹਿੰਦੇ ਮੈਂ ਨਹੀਂ ਕੀਤਾ, ਦੂਜੇ ਨੇ ਕੀਤਾ, ਇਹ ਰੱਬ ਨੇ ਕਰ ਦਿੱਤਾ। ਜਦੋਂ ਕੋਈ ਵੱਡੀ ਗੱਲ ਪ੍ਰਾਪਤੀ ਹੋਵੇ, ਜਿੱਤ ਹੋਵੇ, ਅਸੀਂ ਕਹਿੰਦੇ ਮੈਂ ਕੀਤਾ। ਤੇ ਮੈਂ ਜਿਹੜੀ ਆ ਨਾ ਉਹ ਧਰਮ ਦੇ ਵਿੱਚ ਬਹੁਤ ਮਾੜੀ ਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਮੈਂ ਖਤਮ ਹੋਵੇਗੀ, ਹੰਕਾਰ ਖਤਮ ਹੋਵੇਗਾ। ਕਦੋਂ? ਜਦੋਂ ਅਸੀਂ ਆਖਾਂਗੇ ਵਾਹਿਗੁਰੂ ਜੀ ਕੀ, ਠੀਕ ਹੈ ਨਾ। ਇਸ ਕਰਕੇ ਆਪਾਂ ਗੱਜ ਵੱਜ ਕੇ ਫਤਿਹ ਬੁਲਾਉਣੀ ਆ ਜਦੋਂ ਵੀ ਅਸੀਂ ਆਪਸ ਵਿੱਚ ਮਿਲਣਾ। ਤੇ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਦਰਮਿਆਨ ਸਰਦਾਰ ਬਲਵਿੰਦਰ ਸਿੰਘ ਜੀ ਛੋਟੇ ਰਈਏ ਤੋਂ, ਜਿਹੜੇ ਕਿ ਤੁਹਾਡੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾ ਰਹੇ ਨੇ। ਉਹਨਾਂ ਦਾ ਚੈਨਲ BSR ਚੈਨਲ ਹੈ, ਉਹ ਤੁਹਾਡੇ ਇਸ ਸਾਰੇ ਪ੍ਰੋਗਰਾਮ ਦੀ ਕਵਰੇਜ ਕਰਕੇ, ਰਿਕਾਰਡਿੰਗ ਕਰਕੇ ਉਹ ਦੂਰ ਦਰੇਡੇ ਤੱਕ ਇਸ ਗੁਰਦੁਆਰਾ ਪੱਤੀ ਚੰਦੋਕੀ ਪਿੰਡ ਦੌਲੋ ਨੰਗਲ ਵਿਖੇ ਜੋ ਗੁਰਮਤਿ ਸਿਖਲਾਈ ਕੈਂਪ ਲੱਗਾ, ਉਹ ਦੂਰ ਦਰੇਡੇ ਤੱਕ ਇਹ ਖਬਰ, ਇੱਕ ਨਿਊਜ਼, ਇਹ ਤੁਹਾਡੀ ਸਾਰਾ ਕੁਝ ਦੂਜਿਆਂ ਨੂੰ ਦੱਸਣਗੇ। ਇਸ ਕਰਕੇ ਉਹਨਾਂ ਦਾ ਧੰਨਵਾਦ। ਬਹੁਤ ਸਾਰੇ ਰੁਝੇਵੇਂ ਸਨ, ਪਰ ਜਦੋਂ ਬੇਨਤੀ ਕੀਤੀ ਕਹਿਣ ਲੱਗੇ ਕੋਈ ਗੱਲ ਨਹੀਂ, ਇਹ ਸੇਵਾ ਦਾ ਕਾਰਜ ਹੈ, ਇਹ ਗੁਰੂ ਘਰ ਦਾ ਕਾਰਜ ਹੈ, ਮੈਂ ਆਪਣੇ ਨਿੱਜੀ ਕੰਮ ਬਾਅਦ ਵਿੱਚ ਕਰ ਲਵਾਂਗਾ। ਤੇ ਉਹ ਸਾਡੇ ਕੋਲ ਆਏ ਨੇ। ਸੋ ਪ੍ਰਬੰਧਕਾਂ ਵੱਲੋਂ, ਇਸ ਗੁਰੂ ਘਰ ਦੇ ਪ੍ਰਧਾਨ ਜੀ ਵੱਲੋਂ ਉਹਨਾਂ ਨੂੰ ਜੀਓ ਆਇਆ। ਇਸੇ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਸਵੰਤ ਸਿੰਘ ਜੀ, ਇਸ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ, ਗਿਆਨੀ ਦਿਲਬਾਗ ਸਿੰਘ ਜੀ, ਜਿਹੜੇ ਕਿ ਪੱਤੀ ਬੱਠਿਆਂ ਗੁਰਦੁਆਰੇ ਸੇਵਾ ਨਿਭਾਉਂਦੇ ਨੇ, ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ। ਸੋ ਬੱਚਿਓ, ਇਹ ਜੋ ਅਸੀਂ ਪੜ੍ਹਿਆ ਉਹ ਨਿੱਕੀਆਂ ਨਿੱਕੀਆਂ ਗੱਲਾਂ ਜ਼ਰੂਰ ਚੇਤੇ ਰੱਖਣੀਆਂ, ਜੋ ਆਪਾਂ ਕੱਲ ਟੈਸਟ ਵਿੱਚ ਜਿਹੜਾ ਤੁਹਾਨੂੰ ਸਵਾਲ ਪਾਏ ਸਨ। ਇਸੇ ਤਰ੍ਹਾਂ ਬੱਚਿਓ, ਬਹੁਤ ਘੱਟ ਬੱਚਿਆਂ ਨੇ ਉੱਤਰ ਦਿੱਤਾ ਸੀ। ਇੱਕ ਜੈਕਾਰਾ ਕਦੋਂ ਅਰਦਾਸ ਤੋਂ ਬਾਅਦ ਬੁਲਾਇਆ ਜਾਂਦਾ, ਇਹ ਤੇ ਦੱਸ ਰਹੇ ਸਨ, ਪਰ ਜੰਗਾਂ ਯੁੱਧਾਂ ਦੇ ਵਿੱਚ ਬੁਲਾਇਆ ਜਾਂਦਾ, ਇਹ ਬੱਚਿਆਂ ਨੇ ਘੱਟ ਦੱਸਿਆ ਸੀ। ਪਰ ਅੱਜ ਜਦੋਂ ਤੁਹਾਨੂੰ ਪੁੱਛਿਆ ਗਿਆ, ਚੈੱਕ ਕੀਤਾ, ਬਹੁਤ ਸਾਰੇ ਬੱਚਿਆਂ ਨੇ ਜਿਹੜਾ ਉਹ ਠੀਕ ਜਿਹੜਾ ਵਾ ਸਾਨੂੰ ਉੱਤਰ ਦਿੱਤਾ। ਇਸੇ ਤਰ੍ਹਾਂ ਬੱਚਿਓ, ਕੁਝ ਜਿਹੜੇ ਸਵਾਲ ਜਿਹੜੇ ਕਿ ਸਾਨੂੰ ਬੜਾ ਲੰਮਾ ਸਮਾਂ ਮਿਹਨਤ ਕਰੀਏ ਤੇ ਫਿਰ ਪਤਾ ਚੱਲਦਾ, ਜਾਂ ਕੋਈ ਸਹਿਜ ਪਾਠ ਕਰੇ, ਜਿਵੇਂ ਸੋ ਦਰ ਕਿਹਾ ਸੋ ਘਰ ਕਿਹਾ ਵਾਲਾ ਸ਼ਬਦ ਆ, ਇਹ ਬੱਚਿਓ ਕਿੱਥੇ ਆਉਂਦਾ ਭਲਾ? ਹਾਂਜੀ, ਰਹਿਰਾਸ ਸਾਹਿਬ ਵਿੱਚ ਇਕੱਲੀ ਵਿੱਚ ਆਉਂਦਾ, ਜਪਜੀ ਸਾਹਿਬ ਵਿੱਚ ਵੀ ਆਉਂਦਾ, ਆਸਾ ਦੀ ਵਾਰ ਵਿੱਚ ਤਿੰਨ ਵਾਰ ਆਉਂਦਾ ਨਾ। ਤੇ ਜਪਜੀ ਸਾਹਿਬ ਅਤੇ ਰਹਿਰਾਸ ਵਿੱਚ ਇਹ ਸ਼ਬਦ ਆਉਂਦਾ, ਪਰ ਕਿੰਨੇ ਅੰਤਰ ਬੱਚਿਓ? 52 ਅੰਤਰ। ਜੇ ਅਸੀਂ ਥੋੜਾ ਜਿਹਾ ਵੀ ਸੁਚੇਤ ਹੋ ਕੇ ਪਾਠ ਨਾ ਕੀਤਾ ਤੇ ਰਹਿਰਾਸ ਵਾਲਾ ਜਪਜੀ ਸਾਹਿਬ ਕਰੀ ਜਾਵਾਂਗੇ ਤੇ ਜਪਜੀ ਸਾਹਿਬ ਵਾਲਾ ਰਹਿਰਾਸ ਵਿੱਚ ਕਰੀ ਜਾਵਾਂਗੇ। ਇਸ ਕਰਕੇ ਸਾਨੂੰ ਸੁਚੇਤ ਹੋ ਕੇ ਅਸੀਂ ਪਾਠ ਕਰੀਏ, ਸੁਚੇਤ ਹੋ ਕੇ ਪਾਠ ਕਰੀਏ। ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆ। ਤੇ ਜਦੋਂ ਅਸੀਂ ਸ਼ੁੱਧ ਤੇ ਸਪਸ਼ਟ ਬਾਣੀ ਪਿਆਰ ਨਾਲ ਪੜ੍ਹਦੇ ਹਾਂ, ਜਦੋਂ ਅਸੀਂ ਸ਼ੁੱਧ ਤੇ ਸਪਸ਼ਟ ਪਿਆਰ ਨਾਲ ਬਾਣੀ ਲੈ ਵਿੱਚ ਪੜ੍ਹਦੇ ਹਾਂ, ਗੁਰੂ ਦੀ ਭੈ ਭਾਵਨੀ ਵਿੱਚ ਬੈਠ ਕੇ ਪੜ੍ਹਦੇ ਹਾਂ, ਫਿਰ ਕੁਝ ਮਿਲਦਾ, ਸਾਨੂੰ ਮਿਲਦਾ। ਜੇ ਕੀ ਮਿਲਦਾ ਬੱਚਿਓ? ਇੱਕੋ ਬੱਚਾ ਕਿਉਂ ਬੋਲ ਰਿਹਾ? ਗੁਰੂ ਜੀ ਸਾਨੂੰ ਪਿਆਰ ਕਰਦੇ ਆ, ਸਾਡੀ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਆ। ਇਤਿਹਾਸ ਵਿੱਚ ਕਿਸੇ ਸਿੱਖ ਦੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ? ਕਿਹੜੇ ਸਿੱਖ ਦੀਆਂ? ਹਾਂਜੀ, ਭਾਈ ਗੋਪਾਲਾ ਜੀ। ਕਿਹੜੇ ਗੁਰੂ ਸਾਹਿਬ ਸੀ? ਗੁਰੂ ਹਰਗੋਬਿੰਦ ਸਾਹਿਬ। ਕਿਹੜੇ ਸਥਾਨ ਤੇ ਪਤਾ ਜੇ? ਸ੍ਰੀ ਹਰਗੋਬਿੰਦਪੁਰ। ਸ੍ਰੀ ਹਰਗੋਬਿੰਦਪੁਰ ਜਦੋਂ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਸ਼ੁੱਧ ਰੂਪ ਵਿੱਚ, ਤੇ ਉਹਦੇ ਮਨ ਦੀ ਭਾਵਨਾ ਅਨੁਸਾਰ ਉਹਨੂੰ ਆਪਣਾ ਬਹੁਤ ਕੀਮਤੀ ਘੋੜਾ ਕਾਠੀ ਸਮੇਤ ਦਿੱਤਾ ਸੀ, ਬੜਾ ਪਿਆਰ ਕੀਤਾ ਸੀ। ਇਸ ਕਰਕੇ ਸਾਨੂੰ ਵੀ ਬਾਣੀ ਪੜ੍ਹਨੀ ਚਾਹੀਦੀ ਆ, ਕੇਵਲ ਪੜ੍ਹਨੀ ਨਹੀਂ, ਸ਼ੁੱਧ। ਜਿਵੇਂ ਦੂਜੇ ਦੁਨਿਆਵੀ ਕੰਮ ਆਪਾਂ ਸਿੱਖ ਕੇ ਕਰਦੇ ਆ ਨਾ,
ਜੇ ਡਾਕਟਰ ਬਣਨਾ ਹੋਵੇ ਤੇ ਆਪਾਂ ਐਵੇਂ ਥੋੜਾ ਕਿ ਦੂਜਾ ਕਿਵੇਂ ਇੰਜੈਕਸ਼ਨ ਲਾਉਂਦਾ ਤੇ ਆਪਾਂ ਵੇਖ ਕੇ ਲਾਉਣ ਲੱਗ ਪਈ, ਕਦੀ ਲਾਇਆ ਨਹੀਂ ਨਾ। ਜੇ ਕੋਈ ਦੂਜਾ ਡਰਾਈਵਰੀ ਕਰਦਾ ਤੇ ਆਪਾਂ ਵੇਖ ਕੇ ਆਖੇ ਇਦਾਂ ਸਟੀਅਰਿੰਗ ਮੋੜਨਾ ਤੇ ਆਪਾਂ ਮੋੜ ਹੀ ਲੈਣਾ, ਗੱਡੀ ਚਲਾ ਲਾਂਗੇ ਨਹੀਂ ਨਾ। ਇਸੇ ਤਰ੍ਹਾਂ ਗੁਰਬਾਣੀ ਵੀ ਜਿਹੜੀ ਆ ਸਾਨੂੰ ਸੇਧ ਲੈ ਕੇ ਨਿਯਮ ਆਪਣੇ ਗੁਰੂ ਘਰ ਦੇ ਗ੍ਰੰਥੀ ਸਿੰਘ ਕੋਲ ਬੈਠ ਕੇ ਸੰਥਿਆ ਲੈ ਕੇ ਜੇ ਕਰਾਂਗੇ ਤੇ ਸ਼ੁੱਧ ਬਾਣੀ ਹੋਵੇਗੀ। ਕਿਉਂਕਿ ਹੁਣ ਅਸੀਂ ਵੇਖਿਆ ਕਿ ਜਦੋਂ ਬੱਚੇ ਸਾਡੇ ਕੋਲ ਆਏ ਆ ਤੇ ਮੂਲ ਮੰਤਰ ਵੀ ਸ਼ੁੱਧ ਨਹੀਂ ਸੀ। ਹੁਣ ਇੱਕ ਬੱਚਾ ਤੁਹਾਡੇ ਸਾਹਮਣੇ ਮੂਲ ਮੰਤਰ ਦਾ ਪਾਠ ਸੁਣਾ ਕੇ ਗਿਆ ਬਿਲਕੁਲ ਸ਼ੁੱਧ ਰੂਪ ਵਿੱਚ, ਨਹੀਂ ਤੇ ਸਭ ਤੋਂ ਪਹਿਲਾ ਸ਼ਬਦ ਹੀ ਇੱਕ ਓੰਕਾਰ, ਜਿਹੜਾ ਉਹਨੂੰ ਆਪਾਂ ਕੀ ਬੋਲਦੇ ਆ, ਕੋਈ ਇੱਕ ਓੰਕਾਰ ਕਹੀ ਜਾਂਦਾ, ਕੋਈ ਏਕਮਕਾਰ ਕਹੀ ਜਾਂਦਾ, ਸ਼ੁੱਧ ਰੂਪ ਵਿੱਚ ਬਹੁਤ ਘੱਟ ਬੋਲਦੇ ਆ। ਅਸੀਂ ਜਦੋਂ ਕਿਤੇ ਸੰਥਿਆ ਦੇਣ ਜਾਂ ਟ੍ਰੇਨਿੰਗ ਕੈਂਪ ਵਿੱਚ ਜਾਈਏ ਉਸੇ ਵੇਲੇ ਪਤਾ ਚੱਲ ਜਾਂਦਾ ਕਿ ਇਸ ਬੱਚੇ ਨੇ ਜਾਂ ਇਸ ਗੁਰਸਿੱਖ ਨੇ ਸੰਥਿਆ ਲਈ ਹੋਈ ਜਦੋਂ ਉਹ ਇੱਕ ਓੰਕਾਰ ਸ਼ਬਦ ਉਚਾਰਨ ਕਰਦਾ। ਇਸ ਕਰਕੇ ਜੇ ਸ਼ੁੱਧ ਤੇ ਸਪਸ਼ਟ ਬਾਣੀ ਪੜਾਂਗੇ ਤੇ ਗੁਰੂ ਸਾਹਿਬ ਦੀ ਭੈ ਭਾਵਨਾ ਵਿੱਚ ਪੜਾਂਗੇ ਤੇ ਗੁਰੂ ਸਾਹਿਬ ਸਾਨੂੰ ਪਿਆਰ ਵੀ ਕਰਨਗੇ, ਸਾਡੀਆਂ ਮਨ ਦੀਆਂ ਭਾਵਨਾਵਾਂ ਨੂੰ ਫਲ ਵੀ ਲਾਉਣਗੇ। ਬੱਚਿਓ ਇੱਕ ਕੁਐਸਚਨ ਜਿਹੜਾ ਸੀ ਨਾ ਉਹ ਥੋੜਾ ਜਿਹਾ ਢਿਲਾ ਰਿਹਾ ਸੀ, ਉਹ ਕਿਹੜਾ ਸੀ ਕਿ ਮੱਥਾ ਟੇਕਣ ਦਾ ਕੀ ਭਾਵ ਹੈ। ਮੱਥਾ ਟੇਕਣ ਦਾ ਕੀ ਭਾਵ, ਉੱਤਰ ਦਿੱਤਾ ਬੱਚਿਆਂ ਨੇ, ਉੱਤਰ ਹਾਂ ਉੱਤਰ ਤੁਸੀਂ ਲਿਖਿਆ ਪਰ ਉਹਦਾ ਭਾਵ ਅਰਥ ਨਹੀਂ ਲਿਖਿਆ, ਠੀਕ ਹੈ ਨਾ। ਕਿਸੇ ਬੱਚੇ ਨੂੰ ਪਤਾ ਜੇ ਮੱਥਾ ਟੇਕਣ ਦਾ ਕੀ ਭਾਵ ਹੈ? ਬਹੁਤ ਵਧੀਆ। ਮੱਥਾ ਟੇਕਣ ਦਾ ਭਾਵ ਹੈ ਕਿ ਅਸੀਂ ਜਿਸ ਦੇ ਅੱਗੇ ਮੱਥਾ ਟੇਕ ਰਹੇ ਹਾਂ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਉਹਦੇ ਅੱਗੇ ਆਪਾਂ ਸਮਰਪਿਤ ਕਰ ਦੇਣਾ ਕਿ ਅਸੀਂ ਤੇਰੇ ਹਾਂ, ਅਸੀਂ ਤੇਰੇ ਅੱਗੇ ਆਪਾਂ ਸਮਰਪਿਤ ਕਰ ਦਿੱਤਾ, ਸਾਨੂੰ ਮੱਤ ਕੋਈ ਨਹੀਂ ਆ। ਆਪਣੀ ਜਿਹੜੀ ਸਾਡੀ ਮੱਤ ਹੀ ਗੁਰੂ ਸਾਹਿਬ ਤੁਹਾਡੇ ਚਰਨਾਂ ਵਿੱਚ ਅਰਪਣ ਕਰ ਦਿੱਤੀ ਆ ਤੇ ਤੁਸੀਂ ਸਾਨੂੰ ਮੱਤ ਬਖਸ਼ੋ। ਤੇ ਮੈਂ ਵਾਅਦਾ ਕਰਦਾ, ਜਦੋਂ ਅਸੀਂ ਮੱਥਾ ਟੇਕ ਰਹੇ ਹੁੰਦੇ ਨਾ ਉਦੋਂ ਅਸੀਂ ਗੁਰੂ ਨਾਲ ਇੱਕ ਵਾਅਦਾ ਕਰ ਰਹੇ ਹੁੰਦੇ ਆ। ਕੀ ਵਾਅਦਾ ਕਰ ਰਹੇ ਹੁੰਦੇ ਆ ਕਿ ਗੁਰੂ ਸਾਹਿਬ ਜੀ ਆਪ ਜੀ ਦੇ ਦਰ ਤੇ ਆਏ ਆ, ਆਪ ਜੀ ਦੇ ਦਰਬਾਰ ਵਿੱਚ ਆਏ ਆ ਤੇ ਜੋ ਤੁਸੀਂ ਸਾਨੂੰ ਹੁਕਮ ਸੁਣਾਓਗੇ ਉਹਦੇ ਅਨੁਸਾਰ ਅਸੀਂ ਚੱਲਾਂਗੇ, ਇਹ ਵਾਅਦਾ ਕਰਦੇ ਆ। ਮੱਥਾ ਟੇਕਣ ਦਾ ਭਾਵ ਇਹ ਹੈ। ਤੇ ਜਦੋਂ ਅਸੀਂ ਘਰ ਨੂੰ ਫੇਰ ਵਾਪਸ ਜਾਣਾ ਉਦੋਂ ਵੀ ਮੱਥਾ ਟੇਕਦੇ ਆ। ਉਹਦਾ ਭਾਵ ਕੀ ਆ ਕਿ ਅਸੀਂ ਜੋ ਸੁਣਿਆ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਜੀਵਾਂਗੇ, ਆਪਣੇ ਜੀਵਨ ਦਾ ਆਧਾਰ ਬਣਾਵਾਂਗੇ, ਇਹ ਵਾਅਦਾ ਕਰਦੇ ਆ। ਪਰ ਬੱਚਿਓ ਅਸੀਂ ਮੱਥਾ ਟੇਕਣ ਤੋਂ ਬਾਅਦ ਵੀ ਜੇ ਵੀਰਵਾਰ ਵਾਲੇ ਬਾਬੇ ਦੇ ਜਾ ਕੇ ਚਿਰਾਗਾਂ ਵਿੱਚ ਤੇਲ ਪਾਵਾਂਗੇ, ਮੱਥਾ ਟੇਕਣ ਤੋਂ ਬਾਅਦ ਵੀ ਜੇ ਅਸੀਂ ਆਪਣੇ ਹੱਥਾਂ ਦੇ ਨਾਲ ਧਾਗੇ ਬੰਨਾਂਗੇ, ਲੱਤਾਂ ਦੇ ਨਾਲ ਧਾਗੇ ਬੰਨਾਂਗੇ, ਗਲਾਂ 'ਚ ਪਾਵਾਂਗੇ, ਤੇ ਫਿਰ ਗੁਰੂ ਸਾਹਿਬ ਕੀ ਆਂਦੇ ਆ ਭਲਾ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਮੱਥਾ ਵੀ ਟੇਕਿਆ, ਸਲਾਮ ਵੀ ਕੀਤੀ, ਜਵਾਬ ਤੋਂ ਭਾਵ ਗੱਲ ਵੀ ਨਾ ਮੰਨੀ, ਮੁੱਢੋਂ ਕੁੱਥਾ, ਸਾਰਾ ਕੁਝ ਬੇਅਰਥ ਚਲਿਆ ਗਿਆ। ਇਸ ਕਰਕੇ ਬੱਚਿਓ ਸਾਨੂੰ ਵਹਿਮ ਭਰਮ ਕਰਨੇ ਚਾਹੀਦੇ ਆ? ਨਹੀਂ ਕਰਨੇ ਚਾਹੀਦੇ ਨਾ। ਤਾਂ ਸਾਨੂੰ ਧਾਗੇ ਤਵੀਤ ਇਹੋ ਜਿਹੇ ਆਪਣੇ ਸਰੀਰ ਦੇ ਉੱਤੇ ਬੰਨਣੇ ਚਾਹੀਦੇ ਆ, ਕਿਉਂਕਿ ਸਾਡਾ ਰਾਖਾ ਕੇਵਲ ਇੱਕ ਅਕਾਲ ਪੁਰਖ ਆ। ਹੁਣ ਇਹ ਸ਼ਬਦ ਵਿੱਚ ਪੜ੍ਹਿਆ ਸੀ ਨਾ, ਰਾਖਾ ਏਕ ਹਮਾਰਾ ਸੁਆਮੀ, ਸਾਡਾ ਸੁਆਮੀ, ਸਾਡਾ ਮਾਲਕ ਉਹ ਰੱਖਿਆ ਕਰਦਾ। ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਦੁੱਖ ਤੇ ਸੁੱਖ ਆਉਂਦੇ ਆ। ਸੋ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਆ ਕਿ ਅਸੀਂ ਵਹਿਮਾਂ ਭਰਮਾਂ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਜੇ ਪਾ ਦੇਵਾਂਗੇ, ਧਾਗਿਆਂ ਵਾਲੇ ਪਾਸੇ ਪਾ ਦੇਵਾਂਗੇ, ਬਾਬਿਆਂ ਵਾਲੇ ਪਾਸੇ ਪਾ ਦੇਵਾਂਗੇ, ਇਹ ਮਾਨਸਿਕ ਤੌਰ ਤੇ ਜਿਹੜੇ ਨੇ ਬਹੁਤ ਕਮਜ਼ੋਰ ਹੋ ਜਾਣਗੇ। ਇਹ ਰਾਤ ਨੂੰ ਹਨੇਰੇ ਵਿੱਚ ਨਿਕਲਣ ਵੇਲੇ ਡਰਨਗੇ ਕਿ ਇੱਥੇ ਪਤਾ ਨਹੀਂ ਕਿਹੜਾ ਭੂਤ ਬੈਠਾ, ਇੱਥੇ ਪਤਾ ਨਹੀਂ ਕਿਹੜੀ ਚੜੇਲ ਬੈਠੀ ਆ। ਜੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਅਸੀਂ ਲਿਜਾਣਾ ਚਾਹੁੰਦੇ ਆ, ਬਿਲਕੁਲ ਨਿਰਭੈ ਨਿਡਰ ਯੋਧੇ ਸੂਰਮੇ ਬਣਾਉਣਾ ਚਾਹੁੰਦੇ ਆ, ਤੇ ਫਿਰ ਵਹਿਮਾਂ ਭਰਮਾਂ ਤੋਂ ਆਪ ਵੀ ਮੁਕਤ ਹੋਈਏ, ਇੱਕ ਪਰਮੇਸ਼ਰ ਜਾਂ ਇੱਕ ਗੁਰੂ ਤੇ ਵਿਸ਼ਵਾਸ ਕਰੀਏ। ਉਹੀ ਸਾਨੂੰ ਸੁੱਖ, ਉਹੀ ਸਾਨੂੰ ਖੁਸ਼ੀਆਂ, ਸਾਰੇ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਕੇਵਲ ਇੱਕ ਹੀ ਅਕਾਲ ਪੁਰਖ ਆ। ਇੱਕ ਬੱਚੇ ਬਹੁਤ ਜ਼ਰੂਰੀ ਸਵਾਲ ਸੀ, ਮਨੁੱਖ ਇਨਸਾਨ ਤੋਂ ਪਸ਼ੂ ਕਦੋਂ ਬਣਦਾ? ਜਦੋਂ ਉਹਦੀਆਂ ਹਰਕਤਾਂ ਜਿਹੜੀਆਂ ਪਸ਼ੂਆਂ ਵਾਲੀਆਂ ਹੋ ਜਾਂਦੀਆਂ, ਤੇ ਖਾਸ ਕਰਕੇ ਉਦੋਂ ਹਰਕਤਾਂ ਹੁੰਦੀਆਂ ਪਸ਼ੂਆਂ ਵਾਲੀਆਂ ਜਦੋਂ ਉਹਦੇ ਅੰਦਰ ਕੁਝ ਗਿਆਨ ਦਾ, ਠੀਕ ਹੈ ਨਾ। ਜਦੋਂ ਨਸ਼ਾ ਕੋਈ ਵੀ ਇਨਸਾਨ ਕਰਦਾ ਉਹ ਦਿਮਾਗ ਦੇ ਉੱਤੇ ਸਿੱਧਾ ਅਸਰ ਕਰਦਾ ਤੇ ਉਹ ਫਿਰ ਅਰਲ ਬਰਲ ਬੋਲਦਾ, ਭਾਵ ਜੋ ਮੂੰਹ 'ਚ ਆਉਂਦਾ ਉਦੋਂ ਬੋਲਦਾ। ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਗਾਏ। ਕੀ ਅਸੀਂ ਪਸ਼ੂ ਬਣਨਾ ਚਾਹਾਂਗੇ? ਡੰਗਰ ਬਣਨਾ ਚਾਹਾਂਗੇ?
ਕਿਉਂਕਿ ਅਸੀਂ ਉਦੋਂ ਡੰਗਰ ਬਣਦੇ ਆ ਜਦੋਂ ਖੁਦ ਪੈਸੇ ਦੇ ਕੇ ਨਾ ਤੇ ਨਸ਼ਾ, ਬੱਚੇ ਬੈਠੋ, ਕਿੱਥੇ ਚਲੇ ਜੇ, ਉੱਥੇ ਬੈਠੋ। ਜਦੋਂ ਅਸੀਂ ਖੁਦ ਪੈਸੇ ਦੇ ਕੇ ਆਪ ਨਸ਼ਾ ਕਰਦੇ ਆ ਨਾ ਤੇ ਆਪਣੀ ਮੱਤ ਨੂੰ ਖਤਮ ਕਰਦੇ ਆ, ਉਦੋਂ ਅਸੀਂ ਇਨਸਾਨ ਤੋਂ ਹੈਵਾਨ ਬਣ ਜਾਂਦੇ ਆ, ਪਸ਼ੂ ਬਣ ਜਾਂਦੇ ਆ। ਇਸ ਕਰਕੇ ਆਪਾਂ ਪਸ਼ੂ ਨਹੀਂ ਬਣਨਾ। ਗੁਰੂ ਸਾਹਿਬ ਦਾ ਹੁਕਮ ਆ, ਪੁੱਠਾ ਹੁੱਕਾ, ਚਰਸ ਤਮਾਕੂ, ਗਾਂਜਾ ਟੋਪੀ, ਤਾੜੀ ਖਾਕੂ, ਇਨਕੀ ਔਰ ਨਾ ਕਬਹੂ ਦੇਖਿਆ ਰਹਿਤਵੰਤ ਜੋ ਸਿੰਘ ਬਸੇਖਾ। ਇਸ ਕਰਕੇ ਵਧੀਆ ਇਨਸਾਨ ਆਪਾਂ ਬਣਨਾ, ਆਪਣਾ ਨਾਮ, ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ। ਤੇ ਹੱਥ ਵਿੱਚ ਪਾਇਆ ਹੋਇਆ ਕੜਾ ਜਿਹੜਾ ਵਾ ਨਾ, ਕਿਸ ਗੱਲ ਦਾ ਪ੍ਰਤੀਕ ਆ ਭਲਾ? ਸਿੱਖ ਜਿਹੜਾ ਕੋਈ ਵਹਿਮ ਭਰਮ ਨਹੀਂ ਕਰਦਾ। ਤੇ ਕੜਾ ਜਿਹੜਾ ਇਹ ਵੀ ਗੱਲ ਦਾ ਸੂਚਕ ਆ ਕਿ ਸਾਨੂੰ ਸੁਚੇਤ ਕਰਦਾ ਸੀ ਇਸ ਹੱਥ ਨਾਲ ਕੋਈ ਮਾੜਾ ਕੰਮ, ਇਹ ਗੁਰੂ ਦੀ ਕੀ ਆ, ਹੱਥ ਘੜੀ ਆ ਕੜਾ, ਠੀਕ ਆ। ਇਸ ਕਰਕੇ ਕੈਂਪ ਤੋਂ ਬਾਅਦ ਆਪਾਂ ਹਰ ਰੋਜ਼ ਸਵੇਰੇ ਜੋ ਬਾਣੀ ਸਿੱਖੀ ਆ, ਹਰ ਰੋਜ਼ ਜਿਵੇਂ ਅਸੀਂ ਖਾਣਾ ਖਾਣ ਤੋਂ ਬਿਨਾਂ ਨਹੀਂ ਰਹਿ ਸਕਦੇ ਤੇ ਇਸੇ ਤਰ੍ਹਾਂ ਹੀ ਬਾਣੀ ਪੜ੍ਹਨ ਤੋਂ ਵੀ ਆਪਾਂ ਨਹੀਂ ਰਹਿ ਸਕਦੇ। ਬਾਣੀ ਜ਼ਰੂਰ ਪੜ੍ਹਨੀ ਆ, ਥੋੜੀ ਪੜ੍ਹ ਲਓ ਕੋਈ ਗੱਲ ਨਹੀਂ, ਠਹਿਰਾ ਕੇ, ਕਾਹਲੀ ਨਹੀਂ ਕਰਨੀ, ਸ਼ੁੱਧ ਉਚਾਰਨ ਕਰਨਾ। ਤੇ ਇਹ ਯਤਨ ਕਰਨਾ ਕਿ ਸੰਥਿਆ ਅੱਜ ਜਪਜੀ ਸਾਹਿਬ ਦੀ ਹੋਈ ਆ ਜਾਂ ਸੋਹਿਲਾ ਸਾਹਿਬ ਦੀ ਹੋਈ ਆ, ਬਾਕੀ ਬਾਣੀਆਂ ਦੀ ਵੀ ਆਪਾਂ ਹੌਲੀ ਹੌਲੀ ਸੰਥਿਆ ਕਰੀਏ ਤੇ ਨਾਲ ਦੀ ਨਾਲ ਗੁਰਬਾਣੀ ਪੜ੍ਹੀਏ। ਧਾਰਮਿਕ ਪ੍ਰੀਖਿਆ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਲਈ ਜਾਂਦੀ ਆ। ਲੱਖਾਂ ਦੇ ਵਜੀਫੇ ਜਿਹੜੇ ਆ ਬੱਚਿਆਂ ਵਿੱਚ ਵੰਡੇ ਜਾਂਦੇ ਆ ਤੇ ਆਪਾਂ ਵੀ ਯਤਨ ਕਰੀਏ ਕਿ ਨਵੰਬਰ ਦੇ ਵਿੱਚ ਹੋਣ ਵਾਲੀ ਧਾਰਮਿਕ ਪ੍ਰੀਖਿਆ ਦੇ ਵਿੱਚ ਆਪਾਂ ਹਿੱਸਾ ਲਈਏ। ਤੇ ਦੂਜੇ ਜਿਹੜੇ ਘਰਾਂ ਵਿੱਚ ਰਹਿਣ ਵਾਲੇ ਤੁਹਾਡੇ ਮਾਤਾ ਪਿਤਾ ਕੋਈ ਵੀ ਕਿਸੇ ਵੀ ਉਮਰ ਦਾ ਹੋਵੇ, ਉਹ ਵੀ ਗੁਰਮਤਿ ਦੀ ਸਿੱਖਿਆ ਲੈਣ ਵਾਸਤੇ ਉਹਨਾਂ ਵਾਸਤੇ ਇੱਕ ਪੱਤਰ ਵਿਹਾਰ ਕੋਰਸ ਜਿਹੜਾ 2 ਸਾਲ ਦਾ ਉਹ ਕਰਵਾਇਆ ਜਾਂਦਾ। ਉਹਦੇ ਵਿੱਚ ਜਿਹੜਾ ਟੌਪ ਤੇ ਆਉਂਦਾ ਨਾ ਸਟੂਡੈਂਟ, ਉਹਨੂੰ 5100 ਰੁਪਈਆ ਦਿੱਤਾ ਜਾਂਦਾ। ਦੂਜੀ ਪੋਜੀਸ਼ਨ ਵਾਲੇ ਨੂੰ 4100 ਰੁਪਈਆ, ਤੀਜੀ ਵਾਲੇ ਪੋਜੀਸ਼ਨ ਵਾਲੇ ਨੂੰ 3100 ਰੁਪਈਆ ਦੇ ਕੇ ਸਨਮਾਨਿਤ ਕੀਤਾ ਜਾਂਦਾ। ਜਿੰਨੇ ਵੀ ਆਲ ਇੰਡੀਆ ਦੇ ਵਿੱਚ 80% ਨੰਬਰ ਲੈਂਦੇ ਨੇ ਬੱਚੇ, ਉਹ ਸਾਰਿਆਂ ਨੂੰ 1100 ਰੁਪਈਆ ਦੇ ਕੇ ਸਨਮਾਨ ਕੀਤਾ ਜਾਂਦਾ। ਕੇਵਲ ਸਾਲ ਦੇ ਵਿੱਚ ਇੱਕ ਹੀ ਕਿਤਾਬ ਪੜ੍ਹਨੀ ਹੁੰਦੀ ਆ। ਇਸ ਕਰਕੇ ਭੈਣਾਂ ਨੂੰ ਬੇਨਤੀ ਆ ਕਿ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਘਰਾਂ 'ਚ ਬਹਿ ਕੇ ਜੇ ਰੋਜ਼ ਦੇ 10-15 ਮਿੰਟ ਕੱਢਾਂਗੇ ਤੇ ਉਹ ਗੁਰਮਤਿ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸ਼ੁਰੂ ਕੀਤਾ ਹੈ ਉਪਰਾਲਾ ਧਰਮ ਪ੍ਰਚਾਰ ਕਮੇਟੀ ਦਾ, ਉਹ ਤੋਂ ਲਾਹਾ ਪ੍ਰਾਪਤ ਕਰਾਂਗੇ। ਤੁਹਾਨੂੰ ਫਾਰਮ ਦੇ ਦਿੱਤੇ ਜਾਣਗੇ, ਉਹ ਭਰ ਕੇ ਦੇ ਦਿਓ। ਤੁਹਾਡਾ ਸੈਂਟਰ ਇੱਥੇ ਹੀ ਬਣਾ ਦੇਵਾਂਗੇ ਜੇ ਆਪਾਂ ਘੱਟੋ ਘੱਟ 30-40 ਸਟੂਡੈਂਟ ਕਰ ਲਈਏ। ਸੋ ਬੀਬੀਆਂ ਸ੍ਰੀ ਸੁਖਮਨੀ ਸਾਹਿਬ ਦਾ ਜੋ ਪਾਠ ਕਰਦੀਆਂ ਨੇ ਸੁਸਾਇਟੀ ਬਣਾ ਕੇ, ਉਹ ਕਾਫੀ ਵੱਡੀ ਗਿਣਤੀ ਵਿੱਚ ਇਸ ਨਗਰ ਵਿੱਚ ਨੇ, ਹਰ ਗੁਰਦੁਆਰੇ ਵਿੱਚ ਨੇ। ਤੇ ਉਹ ਘੱਟੋ ਘੱਟ ਬੀਬੀਆਂ ਜ਼ਰੂਰ ਇਹ ਕੋਰਸ ਕਰਨ, ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨ। ਹੁਣ ਬੱਚਿਆਂ ਨੂੰ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਆ। ਕਾਹਦਾ ਇੰਤਜ਼ਾਰ ਭਲਾ? ਹਾਂਜੀ ਹਾਂਜੀ, ਰਿਜ਼ਲਟ ਦਾ ਇੰਤਜ਼ਾਰ ਆ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਆ ਨਾ, ਉਹਨਾਂ ਨੂੰ ਬੜਾ ਮਨ ਵਿੱਚ ਇੱਕ ਚਾਅ ਹੁੰਦਾ। ਕਾਹਦਾ ਚਾਅ ਹੁੰਦਾ? ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕੀ ਪੋਜੀਸ਼ਨ ਪ੍ਰਾਪਤ ਕੀਤੀ ਆ। ਸੋ ਹੁਣ ਤੁਹਾਨੂੰ ਤੁਹਾਡਾ ਰਿਜ਼ਲਟ ਜਿਹੜਾ ਉਹ ਦੱਸਿਆ ਜਾਵੇਗਾ। ਨਾਲ ਦੀ ਨਾਲ ਤੁਹਾਡੇ ਵਾਸਤੇ ਸ਼ੀਲਡਾਂ, ਜਿਸ ਦਿਨ ਕੈਂਪ ਦੀ ਆਰੰਭਤਾ ਹੋਈ ਸੀ ਉਸੇ ਦਿਨ ਤੁਹਾਨੂੰ ਇਹ ਸ਼ੀਲਡਾਂ ਵਿਖਾ ਦਿੱਤੀਆਂ ਸਨ ਕਿ ਬੱਚਿਓ ਸ਼ੀਲਡਾਂ ਤੁਸੀਂ ਕਿੰਨੇ ਲੈਣੀਆਂ? ਤੇ ਆਪਾਂ ਕਹਿੰਦੇ ਹਾਂ ਕੀ ਕਹਿੰਦੇ ਸਾਂ ਭਲਾ? ਸਾਰਿਆਂ ਲੈਣੀਆਂ। ਤੇ ਅਸੀਂ ਆਖਿਆ ਵੀ ਸਾਰਿਆਂ ਦੇ ਨਹੀਂ ਲੈ ਸਕਦੇ, ਉਹ ਲੈਣਗੇ ਜਿਹੜੇ ਮਿਹਨਤ ਕਰਨਗੇ, ਜਿਹੜੇ ਕਲਾਸ ਵਿੱਚ ਦਿਮਾਗ ਨੂੰ ਵੀ ਹਾਜ਼ਰ ਰੱਖਣਗੇ, ਘਰ ਜਾ ਕੇ ਵੀ ਪੜ੍ਹਨਗੇ। ਸੋ ਇਹੋ ਜਿਹੇ ਬੱਚੇ ਜਿਹੜੇ ਆ ਨਾ, ਉਹ ਅੱਗੇ ਆਏ ਜਿਨ੍ਹਾਂ ਨੇ 75 ਨੰਬਰ ਦਾ ਪੇਪਰ ਸੀ ਤੇ 75 ਨੰਬਰ ਹੀ ਲੈ ਲਏ, ਜਾਂ ਕਿਤੇ 75 ਨੰਬਰ ਦਾ ਪੇਪਰ ਸੀ ਤੇ 74 ਨੰਬਰ ਲੈ ਲਏ। ਉਹਨਾਂ ਨੇ ਸ਼ੀਲਡਾਂ ਲੈਣੀਆਂ। ਇਹ ਨਹੀਂ ਕਿ ਜੇ 75 ਦੇ ਵਿੱਚੋਂ 6 ਨੰਬਰ, ਇੱਕੋ ਬੱਚੇ ਇੱਕੋ ਕਲਾਸ ਵਿੱਚ ਪੜ੍ਹ ਰਹੇ ਆ, ਬਰਾਬਰ ਪੜ੍ਹ ਰਹੇ ਆ, ਤੇ ਉਸੇ ਕਲਾਸ ਵਿੱਚੋਂ ਬੱਚਾ 75 ਚੋਂ 75 ਨੰਬਰ ਲੈ ਰਿਹਾ, ਉਸੇ ਕਲਾਸ ਵਿੱਚ ਬੱਚਾ 75 ਚੋਂ 6 ਨੰਬਰ ਲੈ ਰਿਹਾ। ਇਹ ਸਾਡੀ ਕਾਰਗੁਜ਼ਾਰੀ ਹੈ ਨਾ। ਇਸ ਕਰਕੇ ਉਹ ਹੁਸ਼ਿਆਰ ਬੱਚੇ, ਉਹਨਾਂ ਦੇ ਮਾਤਾ ਪਿਤਾ, ਉਹਨਾਂ ਨੂੰ ਬਹੁਤ ਬਹੁਤ ਵਧਾਈ ਆ ਜਿਨ੍ਹਾਂ ਨੇ ਅੱਜ ਉਹ ਸ਼ੀਲਡਾਂ ਜਿਹੜੀਆਂ ਤੁਹਾਡੇ ਵਾਸਤੇ ਸਪੈਸ਼ਲ ਪ੍ਰਧਾਨ ਜੀ ਨੇ ਅੰਮ੍ਰਿਤਸਰ ਤੋਂ ਤਿਆਰ ਕਰਵਾਈਆਂ। ਉਹ ਜਿਹੜੇ ਵੀ ਘਰਾਂ ਵਿੱਚ ਜਾਣਗੀਆਂ, ਉਹ ਸਾਰੇ ਪਰਿਵਾਰ, ਉਹ ਬੱਚੇ, ਉਹਨਾਂ ਨੂੰ ਲੱਖ ਲੱਖ ਵਧਾਈਆਂ ਆਪਾਂ ਪਹਿਲਾਂ ਦੇ ਦਿੰਦੇ ਆ। ਸੋ ਹੁਣ ਗਿਆਨੀ ਦਿਲਬਾਗ ਸਿੰਘ ਜੀ ਨੂੰ ਬੇਨਤੀ ਆ ਕਿ ਉਹ ਰਿਜ਼ਲਟ ਜਿਹੜਾ ਅਨਾਉਂਸ ਕਰਨਗੇ। ਨਾਲ ਸਾਡੇ ਪੰਥਪ੍ਰੀਤ ਸਿੰਘ, ਸਬੇਗ ਸਿੰਘ, ਉਹ ਵੀ ਸਹਿਯੋਗ ਦੇਣਗੇ। ਸਾਡੇ ਪ੍ਰਧਾਨ ਜੀ ਬੱਚਿਆਂ ਨੂੰ ਸਨਮਾਨਿਤ ਕਰਨਗੇ, ਬਾਬਾ ਦਿਲਬਾਗ ਸਿੰਘ ਜੀ, ਬਾਬਾ ਜਸਵੰਤ ਸਿੰਘ ਜੀ, ਉਹ ਵੀ ਸਾਥ ਦੇਣ, ਬੱਚਿਆਂ ਨੂੰ ਆਸ਼ੀਰਵਾਦ ਦੇਣ ਕਿ ਬੱਚੇ ਅੱਗੇ ਤੋਂ ਵੀ ਇਸੇ ਤਰ੍ਹਾਂ ਗੁਰਮਤਿ ਨਾਲ
ਜੁੜੇ ਰਹਿਣ ਤੇ ਹੋਰ ਅੱਗੇ ਵਧਦੇ ਰਹਿਣ, ਤਰੱਕੀਆਂ ਕਰਨ, ਦਿਨੋਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਕੇ ਆਪਣੇ ਮਾਤਾ ਪਿਤਾ ਦਾ ਆਪਣਾ ਨਾਮ ਰੋਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬੱਚੇ ਦਾ ਨਾਮ ਅਨਾਉਂਸ ਕੀਤਾ ਜਾਏਗਾ ਨਾ, ਉਹ ਆਣ ਕੇ ਸਟੇਜ ਤੋਂ ਆਪਣਾ ਨਾਮ ਪ੍ਰਾਪਤ ਕਰ ਲਵੇ। ਤੇ ਬੱਚਿਆਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਥੋੜੀ ਦੇਰ ਹੋਰ ਆਪਾਂ ਚੁੱਪ ਦਾ ਆਨੰਦ ਬਖਸ਼ਿਸ਼ ਕਰੀਏ, ਕੋਈ ਰੌਲਾ ਨਾ ਪਾਇਓ। ਜਿਸ ਤਰ੍ਹਾਂ ਤੁਸੀਂ ਇੱਕ ਦੂਜੇ ਅੱਗੇ ਸ਼ਰਾਰਤਾਂ ਕਰਦੇ ਸੀ ਨਾ, ਇਸ ਤਰ੍ਹਾਂ ਨਹੀਂ ਕਰਨੀਆਂ, ਆਰਾਮ ਨਾਲ ਬੈਠੇ ਰਹਿਣਾ, ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਗੁਰੂ ਘਰ ਵਿੱਚ ਬੈਠਣ ਦਾ ਅਸੂਲ ਕੀ ਹੈ। ਇੱਥੇ ਰੌਲਾ ਨਹੀਂ ਬੇਟਾ ਜੀ ਪਾਇਆ ਜਾਂਦਾ, ਨਾ ਕੋਈ ਸ਼ਰਾਰਤ ਕੀਤੀ ਜਾਂਦੀ ਹੈ, ਠੀਕ ਹੈ। ਇੱਥੇ ਬਿਲਕੁਲ ਸ਼ਾਂਤੀਪੂਰਵਕ ਬੈਠਾ ਜਾਂਦਾ ਹੈ ਤੇ ਐਨ ਚੁੱਪ ਕਰਕੇ ਸ਼ਾਂਤੀ ਦਾ ਪ੍ਰਤੀਕ ਜਿਹੜਾ ਹੋਣਾ ਚਾਹੀਦਾ, ਸ਼ਾਂਤੀ ਰੱਖਣੀ ਹੈ, ਕਿਸੇ ਨੇ ਕੋਈ ਸ਼ਰਾਰਤ ਨਹੀਂ ਕਰਨੀ। ਜੂਨੀਅਰ ਗਰੁੱਪ ਜਿਹੜਾ ਹੈ ਨਾ, ਉਹਦੇ ਵਿੱਚ ਤੀਸਰੀ ਪੋਜੀਸ਼ਨ ਜਿਸ ਬੱਚੇ ਨੇ ਹਾਸਲ ਕੀਤੀ ਹੈ, ਉਹਦਾ ਨਾਮ ਹੈ ਸਰਬਦਿਆਲ ਸਿੰਘ ਸਨ ਆਫ ਸਰਦਾਰ ਨਵਦੀਪ ਸਿੰਘ। ਉਹਦੇ 53 ਨੰਬਰ ਉਹਨੇ ਪ੍ਰਾਪਤ ਕੀਤੇ ਨੇ। ਤੀਜੀ ਬੋਲੇ ਸੋ ਨਿਹਾਲ। ਭਾਈ ਜਸਪਾਲ ਸਿੰਘ ਜੀ ਦੱਸ ਰਹੇ ਨੇ ਜੰਕਾਰਾ ਕਦੋਂ ਬੁਲਾਉਣਾ। ਅਰਦਾਸ ਤੋਂ ਬਾਅਦ ਜਦੋਂ ਜੰਗਾਂ ਜੁੱਧਾਂ ਨੇ ਜਾਣਾ, ਉਦੋਂ ਜਾਂ ਕੋਈ ਇਸ ਤਰ੍ਹਾਂ ਕਿਸੇ ਨੂੰ ਮਾਣ ਸਨਮਾਨ ਮਿਲਦਾ ਹੈ, ਉਦੋਂ ਜੰਕਾਰਾ ਬੁਲਾਇਆ ਜਾਂਦਾ ਹੈ। ਇਸ ਕਰਕੇ ਵੱਧ ਚੜ ਕੇ ਜੰਕਾਰੇ ਵਿੱਚ ਤੁਸੀਂ ਭਾਗ ਲੈਣਾ, ਠੀਕ ਹੈ। ਜਿਹੜੇ ਹੁਣ ਤੁਸੀਂ ਅੱਜ ਬੱਚੇ ਸਵਾਲ ਕੱਢ ਗਏ ਨਾ, ਜਿਹੜਾ ਆਪਾਂ ਇਨਾਮ ਲੈ ਰਹੇ ਆ, ਆਪਣੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਿਤੇ ਸਵਾਲ ਕਰਕੇ ਵੇਖਿਓ। ਮੇਰੇ ਹਿਸਾਬ ਨਾਲ ਉਹਨਾਂ ਨੂੰ ਨਹੀਂ ਆਉਂਦੇ ਹੋਣੇ ਕਿ ਸਵਾਲ ਕੀ ਹੈ। ਵੇਖੋ ਤੁਸੀਂ ਸਿੱਖ ਗਏ ਹੋ, ਤੇ ਵੀ ਦਿਖਾਉਣ ਹੈ ਕਿ ਸਾਡੇ ਤੁਹਾਡੇ ਮਾਈ ਬਾਪ ਨੂੰ, ਮੇਰੀਆਂ ਭੈਣਾਂ ਨੂੰ, ਕਈਆਂ ਨੂੰ ਨਹੀਂ ਸਵਾਲ ਆਉਂਦੇ ਹੋਣੇ। ਕੱਲ ਵੀ ਸਾਨੂੰ ਬਜ਼ੁਰਗ ਦੱਸ ਕੇ ਗਏ ਸੀ, ਕਹਿੰਦੇ ਜਿਹੜੇ ਬੱਚੇ ਸਵਾਲ ਦੱਸ ਰਹੇ ਨਾ, ਉਹ ਆਪ ਬਜ਼ੁਰਗ ਜੀ ਨੂੰ ਕਹਿਣ, ਕਹਿੰਦੇ ਮੈਨੂੰ ਇਹਨਾਂ ਦਾ ਨਹੀਂ ਪਤਾ, ਕਿਉਂਕਿ ਅਸੀਂ ਉਹਨਾਂ ਪਾਸੇ ਧਿਆਨ ਹੀ ਨਹੀਂ ਦਿੱਤਾ, ਅਸੀਂ ਉਹ ਪਾਸੇ ਗਏ ਹੀ ਨਹੀਂ। ਤੇ ਤੁਹਾਡੇ ਵਾਸਤੇ ਤਾਂ ਬੜੀ ਤਕੜੀ ਗੱਲ ਹੈ ਕਿ ਤੁਹਾਨੂੰ ਸ਼ੁਰੂ ਤੋਂ ਇਸ ਕੰਮ ਵਾਸਤੇ ਪਾਇਆ ਗਿਆ, ਤੇ ਇਸ ਕਰਕੇ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਬੱਚਿਆਂ ਦਾ ਹੁਣ ਜਿਹੜਾ ਨਾ ਉਤਸ਼ਾਹ ਇਸ ਪਾਸੇ ਬਣਾਈ ਰੱਖੋ, ਤੋੜਿਓ ਨਾ। ਇਹ ਨਾ ਆਖਿਓ ਬਾਬੇ ਚਲੇ ਗਏ ਨੇ ਪ੍ਰੋਗਰਾਮ ਕਰਕੇ, ਸ਼ੀਲਡਾਂ ਮਿਲ ਗਈਆਂ ਤੇ ਉੱਥੇ ਅੰਗੀਠੀ ਤੇ ਟੰਗਦੇ, ਬਸ ਸਾਡਾ ਕੰਮ ਖਤਮ ਹੈ। ਖਤਮ ਨਹੀਂ, ਇਹ ਸ਼ੁਰੂਆਤ ਹੈ, ਠੀਕ ਹੈ। ਇਹ ਸਿੱਖੀ ਨਾਲ ਜੋੜਨ ਦੀ ਸ਼ੁਰੂਆਤ ਹੈ, ਤੁਸੀਂ ਹੁਣ ਜੋੜ ਕੇ ਰੱਖਣਾ ਹੈ, ਕਿਉਂਕਿ ਸਾਡੇ ਨਾਲੋਂ ਬਹੁਤੀ ਹਾਜ਼ਰੀ ਬੱਚਿਆਂ ਦੀ ਤੁਹਾਡੇ ਕੋਲ ਹੀ ਰਹਿੰਦੀ ਹੈ। ਤੁਸੀਂ ਇਹਨਾਂ ਦੇ ਪਾਲਣ ਪੋਸ਼ਣ ਕਰ ਰਹੇ ਹੋ। ਅਸੀਂ ਤਾਂ ਇੱਕ ਪਿੰਡ ਕੈਂਪ ਲਾਇਆ ਤੇ ਹੁਣ ਸਮਾਪਤੀ ਕਰਕੇ ਚੱਲ ਅਗਲੇ ਪਿੰਡ, ਠੀਕ ਹੈ। ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ। ਹੁਣ ਦੂਸਰੀ ਪੋਜੀਸ਼ਨ ਜਿਸ ਬੱਚੇ ਦੀ ਹੈ, ਉਹ ਬੇਟੀ ਹੈ ਕੋਮਲਪ੍ਰੀਤ ਕੌਰ ਸੁਪੁੱਤਰੀ ਸਰਦਾਰ ਪਾਲ ਸਿੰਘ ਜੀ। ਉਹਦੇ ਨੰਬਰ ਨੇ 63 ਨੰਬਰ ਆਏ ਨੇ ਉਹਦੇ। ਉਹ ਦੂਸਰੀ ਪੋਜੀਸ਼ਨ ਹਾਸਲ ਕੀਤੀ ਉਸ ਬੇਟੀ ਨੇ। ਇਸ ਬੱਚੀ ਨੂੰ ਵੀ ਬਹੁਤ ਜ਼ਿਆਦਾ ਨਾ ਇਸ ਪਾਸੇ ਉਤਸ਼ਾਹ ਹੈ, ਤੇ ਜੇ ਹੁਣ ਇਹਦਾ ਮਾਈ ਬਾਪ ਇਹਦੇ ਨਾਲ ਨਾ ਮੋਢੇ ਨਾਲ ਮੋਢਾ ਲਾ ਕੇ ਚੱਲੇ ਤੇ ਇਹਦਾ ਦਿਲ ਵੀ ਟੁੱਟੇਗਾ ਕਿ ਮੈਨੂੰ ਘਰ ਵਿੱਚ ਉਤਸ਼ਾਹ ਨਹੀਂ ਮਿਲ ਰਿਹਾ। ਕਿਉਂਕਿ ਪਹਿਲਾਂ ਘਰ ਚੋਂ ਉਸ ਦੀ ਪ੍ਰੇਰਨਾ ਮਿਲੇ, ਫਿਰ ਇਲਾਕਾ ਪਿੰਡ ਜਿਹੜਾ ਉਹ ਇਸ ਪਾਸੇ ਨੂੰ ਜ਼ਿਆਦਾ ਪ੍ਰਫੁੱਲਤ ਕਰੇ, ਵੀ ਵਾਕਈ ਉਹਦੀ ਹੌਸਲਾ ਅਫਜ਼ਾਈ ਕਰੇ, ਤੇ ਫਿਰ ਇਲਾਕਾ ਕਰੇ, ਫਿਰ ਅੱਗੇ ਵਧਿਆ ਜਾਂਦਾ ਹੈ। ਇਸ ਮਾਈ ਬਾਪ ਨੂੰ ਬੇਨਤੀ ਹੈ ਇਸ ਬੱਚੀ ਦੇ ਨੂੰ ਕਿ ਇਸ ਬੱਚੀ ਨੂੰ ਹਮੇਸ਼ਾ ਵਾਸਤੇ ਦੇ ਹਰ ਕੰਮ ਵਿੱਚ ਇਹਦਾ ਸਹਿਯੋਗ ਦੇਣਾ, ਕਿਉਂਕਿ ਬੱਚੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਹੈ ਗੁਰਸਿੱਖੀ ਵਾਲੇ ਪਾਸੇ। ਹਰ ਸਵਾਲ ਦਾ ਜਵਾਬ ਬੜੀ ਕੜਕੀ ਆਵਾਜ਼ ਵਿੱਚ ਦਿੰਦੀ ਹੈ। ਬੋਲੇ ਸੋ ਨਿਹਾਲ। ਜਿਸ ਬੱਚੇ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ, ਉਹਦਾ ਨਾਮ ਹੈ ਪਨਮਦੀਪ ਸਿੰਘ ਸਰਦਾਰ ਸਨ ਆਫ ਸਰਦਾਰ ਅਮਰਦੀਪ ਸਿੰਘ। ਉਹਦੇ 65 ਨੰਬਰ ਆਏ ਨੇ। ਇਸ ਬੱਚੇ ਬਾਰੇ ਜਦੋਂ ਮੈਨੂੰ ਕੱਲ ਪਤਾ ਲੱਗਾ ਨਾ, ਕੀਰਤਨ ਵੀ ਕਰ ਲੈਂਦਾ, ਮੇਰਾ ਬਹੁਤ ਮਨ ਖੁਸ਼ ਹੋਇਆ। ਮੈਂ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਇਸ ਬੱਚੇ ਨੂੰ ਜਿੰਨਾ ਵੀ ਹੋ ਸਕੇ, ਮਾਤਾ ਕਹਿੰਦੀ ਕਿ ਅਸੀਂ ਕਈ ਵਾਰ ਅੱਕ ਜੰਨੇ ਵੀ ਬੇਟਾ ਬੰਦ ਕਰ। ਮੈਂ ਕਿਹਾ ਮਾਤਾ ਜੀ ਇਸ ਤਰ੍ਹਾਂ ਨਹੀਂ ਕਹਿਣੀ, ਬੂਹਾ ਬਸ਼ੱਕ ਬੰਦ ਕਰਕੇ ਜਾਂ ਆਪ ਹਵੇਲੀ ਨੂੰ ਚਲ ਜਾ ਕਰੋ, ਇਹਨੂੰ ਲੱਗੇ ਰਹਿਣ ਦਿਆ ਕਰੋ। ਤੁਸੀਂ ਪਹਿਲੀ ਤਾਂ ਗੱਲ ਹੈ, ਤੁਹਾਡਾ ਸਾਰੇ ਪਰਿਵਾਰ ਦਾ ਫਰਜ਼ ਇਹੀ ਬਣਦਾ ਕਿ ਜਿੰਨਾ ਚਿਰ ਵੀ ਲੱਗਾ ਰਹੇ ਬੈਠਾ ਰਿਹਾ ਕਰ ਚੁੱਪ ਕਰਕੇ, ਕਿਉਂਕਿ ਇਸ ਬੱਚੇ ਦੇ ਨਾਲ ਤੁਸੀਂ ਵੀ ਜੁੜ ਜਾਓਗੇ ਗੁਰਬਾਣੀ ਦੇ ਨਾਲ। ਵੈਸੇ ਤਾਂ ਪਰਿਵਾਰ ਦੀ ਤੇ ਬੜੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੈ ਕਿ ਉਹ ਮਾਤਾ ਜੀ ਅੰਮ੍ਰਿਤਧਾਰੀ ਨੇ ਆਪ ਵੀ, ਤੇ ਬੱਚਾ ਇਸੇ ਕਰਕੇ ਹੀ ਮਾਤਾ ਜੀ ਦਾ ਜਿਹੜਾ ਪੋਤਰਾ ਹੈ ਨਾ, ਉਹ ਵੀ ਇਸ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ। ਬੋਲੇ ਸੋ ਨਿਹਾਲ। ਸੀਨੀਅਰ ਗਰੁੱਪ ਦੇ ਵਿੱਚ ਜਿਹਨੇ ਤੀਸਰੀ ਪੋਜੀਸ਼ਨ ਹਾਸਲ ਕੀਤੀ ਹੈ, ਉਸ ਬੇਟੇ ਦਾ ਨਾਮ ਹੈ ਗੁਰਸੇਵਕ ਸਿੰਘ ਸੁਪੁੱਤਰ ਸਰਦਾਰ ਕੁਲਦੀਪ ਸਿੰਘ। ਇਹਦੇ 71 ਨੰਬਰ ਆਏ ਨੇ। ਲਿਖਤੀ ਟੈਸਟ ਜਿਹੜਾ ਦਿੱਤਾ ਸੀ, ਇਸ ਬੱਚੇ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਗੁਰੂ ਦਾ ਸੇਵਕ ਨਾਮ ਇਹਦਾ ਗੁਰਸੇਵਕ ਸਿੰਘ, ਗੁਰੂ ਦਾ ਸੇਵਕ। ਬੋਲੇ ਸੋ ਨਿਹਾਲ।
ਹੁਣ ਦੂਸਰੀ ਪੋਜੀਸ਼ਨ ਜਿਸ ਬੇਟੀ ਨੇ ਹਾਸਲ ਕੀਤੀ ਹੈ ਉਸ ਬੇਟੀ ਦਾ ਨਾਮ ਹੈ ਲਵਜੀਤ ਕੌਰ ਸੁਪੁੱਤਰੀ ਸਰਦਾਰ ਪਾਲ ਸਿੰਘ ਜੀ। ਇਹਦੇ 74 ਨੰਬਰ ਨੇ 75 ਵਿੱਚੋਂ 75 ਦੇ ਵਿੱਚੋਂ ਇੱਕ ਨੰਬਰ ਹੋ ਗਿਆ। ਇੱਕ ਨੰਬਰ ਘਟ ਗਿਆ ਤੇ ਦੂਜੀ ਪੋਜੀਸ਼ਨ ਆ ਗਈ। ਕੋਈ ਗੱਲ ਨਹੀਂ, ਦੂਸਰੀ ਵਾਰੀ ਸਹੀ। ਬੋਲੇ ਸੋ ਨਿਹਾਲ। ਪਹਿਲੀ ਪੋਜੀਸ਼ਨ ਜਿਸ ਨੇ ਹਾਸਲ ਕੀਤੀ ਸੀ ਉਹਦਾ ਨਾਮ ਹੈ ਰੋਜਨਪ੍ਰੀਤ ਕੌਰ ਸੁਪੁੱਤਰੀ ਸਰਦਾਰ ਪਾਲ ਸਿੰਘ, 9ਵੀਂ ਕਲਾਸ ਦੀ ਵਿਦਿਆਰਥਣ ਹੈ ਬੇਟੀ, ਤੇ 75 ਨੰਬਰ 75 ਦੇ ਵਿੱਚੋਂ 75 ਆਏ ਨੇ। ਬੜਾ ਇਸ ਬੱਚੀ ਦਾ ਵੀ ਉਤਸ਼ਾਹ ਹੈ ਤੇ ਬੜੀ ਯਾਦਦਾਸ਼ਤ ਹੈ, ਕਿਉਂਕਿ ਪਿਛਲੀ ਵਾਰੀ ਵੀ ਇਹਨੇ ਕੈਂਪ ਦੇ ਵਿੱਚ ਹਾਜ਼ਰੀ ਭਰੀ ਸੀ ਤੇ ਐਰਕਾ ਫੇਰ ਮੈਨੂੰ ਇਹ ਤੋਂ ਮਹਿਸੂਸ ਹੋਇਆ ਕਿ ਬੱਚੀ ਬਿਲਕੁਲ ਗੁਰਸਿੱਖੀ ਨਾਲ ਜੁੜੀ ਹੋਈ ਅੱਜ ਤੱਕ ਤੇ ਅੱਗੇ ਵੀ ਗੁਰੂ ਪਾਤਸ਼ਾਹ ਕਿਰਪਾ ਕਰਨ ਜੁੜੀ ਰਹੇਗੀ। ਸਤਿਗੁਰੂ ਪਾਤਸ਼ਾਹ ਦੀ ਮਿਹਰ ਚਾਹੀਦੀ ਹੈ, ਕਿਉਂਕਿ ਗੁਰੂ ਦੀ ਮਿਹਰ ਤੋਂ ਬਗੈਰ ਕਿਸੇ ਦਾ ਆਪਣੇ ਕੋਈ ਵੱਸ ਦੀ ਗੱਲ ਨਹੀਂ। ਇਹ ਤਾਂ ਭਾਗਾਂ ਦੀ ਗੱਲ ਹੈ, ਜਿਹਦੇ ਉੱਤੇ ਸਤਿਗੁਰੂ ਪਾਤਸ਼ਾਹ ਟੁੱਟਦੇ ਉਹੀ ਜੁੜਦਾ ਹੈ। ਜੇ ਭਾਗ ਚੰਗੇ ਨਹੀਂ, ਗੁਰੂ ਦੀ ਕਿਰਪਾ ਨਹੀਂ, ਤੇ ਵਾਹਿਗੁਰੂ ਦਾ ਸ਼ਬਦ ਵੀ ਮੂੰਹ ਚੋਂ ਨਹੀਂ ਜੀ ਨਿਕਲਦਾ। ਇਹ ਤਾਂ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰਿਆ ਕਰੀਏ, ਸਤਿਗੁਰੂ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਬੋਲੇ ਸੋ ਨਿਹਾਲ। ਠੀਕ ਹੈ ਜੋ ਨਾਮ ਹੁਣ ਜਿਨ੍ਹਾਂ ਬੱਚਿਆਂ ਨੂੰ ਮੈਡਲ ਦੇਣੇ ਨੇ ਨਾਲ ਉਹਨਾਂ ਨੂੰ ਇੱਕ ਸਰਟੀਫਿਕੇਟ ਮਿਲੇਗਾ, ਪ੍ਰਸ਼ੰਸਾ ਪੱਤਰ। ਉਹ ਜਿਸ ਬੱਚੇ ਦਾ ਮੈਂ ਨਾਂ ਲਵਾਂਗਾ ਉਹ ਆਣ ਕੇ ਆਪਣਾ ਮੈਡਲ ਤੇ ਆਪਣਾ ਸਰਟੀਫਿਕੇਟ ਜਿਹੜਾ ਹਾਸਲ ਕਰ ਲਏ। ਕੰਵਰ ਪ੍ਰਤਾਪ ਸਿੰਘ ਸੁਪੁੱਤਰ ਸਰਦਾਰ ਗੁਰਪ੍ਰੀਤ ਸਿੰਘ। ਬੋਲੇ ਸੋ ਨਿਹਾਲ। ਗੁਰਸਿਮਰਨ ਸਿੰਘ ਸੁਪੁੱਤਰ ਸਰਦਾਰ ਚਰਨਜੀਤ ਸਿੰਘ। ਬੋਲੇ ਸੋ ਨਿਹਾਲ। ਇਹ ਬੱਚਾ ਜ਼ੁਬਾਨੀ ਅਰਦਾਸ ਕਰਦਾ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ। ਮੈਂ ਹੁਣ ਇਹਨੂੰ ਸਵੇਰੇ ਇੱਕ ਗੱਲ ਪੁੱਛੀ ਸੀ, ਮੈਂ ਕਿਹਾ ਤੁਸੀਂ ਬੇਟਾ ਜੀ ਅਰਦਾਸ ਸਿੱਖ ਗਏ ਉਹਦੇ, ਪਰ ਅੱਜ ਜਿਹੜੀ ਤੁਹਾਡੀ ਵਰਦੀ ਹੈ ਨਾ ਇਹ ਅਰਦਾਸੀਆਂ ਵਾਲੀ ਨਹੀਂ, ਕਿਉਂਕਿ ਫੌਜ ਦੇ ਵਿੱਚ ਵੀ ਵਰਦੀ ਹੈ ਤੇ ਪੁਲਿਸ ਦੇ ਵਿੱਚ ਵੀ ਵਰਦੀ ਹੈ, ਹਰ ਮਹਿਕਮੇ ਦੀ ਵਰਦੀ ਹੁੰਦੀ ਹੈ। ਤੇ ਗੁਰੂ ਪਾਤਸ਼ਾਹ ਦਾ ਜਿਹੜਾ ਵਜ਼ੀਰ ਹੈ ਅਰਦਾਸੀਆ ਸਿੰਘ ਜਾਂ ਗ੍ਰੰਥੀ ਸਿੰਘ, ਉਹਦਾ ਪਜਾਮਾ ਕਮੀਜ਼ ਹੁੰਦਾ। ਕਹਿੰਦਾ ਬਾਬਾ ਜੀ ਪਜਾਮਾ ਕਮੀਜ਼ ਅਜੇ ਬਣਾਇਆ ਨਹੀਂ। ਮੈਂ ਇਹਦੀ ਮਾਂ ਨੂੰ ਤੇ ਬਾਪ ਨੂੰ ਬੇਨਤੀ ਕਰਾਂਗਾ ਕਿ ਪਹਿਲੀ ਤੇ ਗੱਲ ਜਿੰਨੇ ਬੱਚੇ ਬੈਠੇ ਨੇ ਸਾਰਿਆਂ ਦੇ ਮਾਈ ਬਾਪ ਨੂੰ ਬੇਨਤੀ ਹੈ ਕਿ ਜਿਹੜੇ ਲੜਕੇ ਨੇ ਉਹਨਾਂ ਦੇ ਚਿੱਟੇ ਪਜਾਮੇ ਕਮੀਜ਼ ਤੇ ਬਲੈਕ ਪੱਗਾਂ ਜਾਂ ਕੇਸਰੀ ਪੱਗਾਂ ਜਿਹੜੀਆਂ ਉਹ ਇਹਨਾਂ ਦੇ ਸਿਰ ਦੇ ਉੱਤੇ ਸਜਾਇਆ ਕਰੋ। ਤੇ ਸ੍ਰੀ ਸਾਹਿਬ ਜਿਹੜੇ ਬੱਚਿਆਂ ਨੇ ਨਹੀਂ ਅੰਮ੍ਰਿਤ ਛਕੇ ਉਹ ਵੀ ਅੰਮ੍ਰਿਤ ਛਕੋ। ਜਿਹੜੇ ਬੱਚੇ ਘੋਨੇ ਨੇ ਨਾ, ਆ ਜਿਹੜੇ ਬੱਚੇ ਬੈਠੇ ਨੇ ਜਿਨ੍ਹਾਂ ਨੇ ਸਿਰਾਂ ਤੇ ਰੁਮਾਲ ਬੱਧੇ ਆ, ਇਹਨਾਂ ਬੱਚਿਆਂ ਦੇ ਮੈਂ ਮਾਈ ਬਾਪ ਨੂੰ ਤੇ ਇਹਨਾਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਹੁਣ ਦੂਸਰੀ ਵਾਰੀ ਜਦੋਂ ਕੰਪ ਲਾਈ ਹੈ ਨਾ ਤੇ ਇਹ ਰੁਮਾਲ ਨਹੀਂ, ਤੁਹਾਡੇ ਸਿਰਾਂ ਦੇ ਉੱਤੇ ਦਸਤਾਰਾਂ ਸਜੀਆਂ ਹੋਣੀਆਂ ਚਾਹੀਦੀਆਂ। ਇਹ ਬੱਚਿਆਂ ਦੇ ਪਜਾਮੇ ਕਮੀਜ਼ ਜਿਹੜੇ ਉਹ ਵਰਦੀ ਜਿਹੜੀ ਬਹੁਤ ਜ਼ਰੂਰੀ ਹੈ। ਇਸ ਬੱਚੇ ਵਿੱਚ ਵੀ ਅਰਦਾਸ ਦੀ ਜਿਹੜੀ ਹੈ ਬਹੁਤ ਮਹਾਨਤਾ ਮਹਾਰਾਜ ਨੇ ਕਿਰਪਾ ਕੀਤੀ ਇਹਦੇ ਉੱਤੇ ਕਿ ਅਰਦਾਸ ਜਿਹੜੀ ਉਹ ਜ਼ੁਬਾਨੀ ਇਹਨੂੰ ਯਾਦ ਹੈ। ਨਹੀਂ ਤਾਂ ਮੈਂ ਕਈ ਵਾਰ ਵੇਖਦਾ, ਕਈ ਵਾਰ ਦਿਖਾਂਤ ਵੀ ਹੈ ਕਿ ਗ੍ਰੰਥੀ ਸਿੰਘ ਹੁੰਦੇ ਨੇ, ਖੰਡ ਪਾਠੀ ਸਿੰਘ ਪਿੰਡਾਂ ਵਿੱਚ ਆਮ ਡਿਊਟੀਆਂ ਘਰ ਘਰ ਜਾ ਕੇ ਲਾਈਦੀਆਂ, ਪਰ ਕਈਆਂ ਪਾਠੀ ਸਿੰਘਾਂ ਨੂੰ ਅਰਦਾਸ ਨਹੀਂ ਕਰਨੀ ਆਉਂਦੀ। ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਇਸ ਬੱਚੇ ਨੂੰ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬੱਚਾ ਅਰਦਾਸ ਕਰ ਲੈਂਦਾ ਹੈ। ਅਗਲਾ ਨਾਮ ਹੈ ਸਿਮਰਨਜੀਤ ਕੌਰ ਸੁਪੁੱਤਰ ਸਰਦਾਰ ਜਤਿੰਦਰ ਸਿੰਘ ਜੀ। ਬੋਲੇ ਸੋ ਨਿਹਾਲ। ਗੁਰਸੇਵਕ ਸਿੰਘ ਸੁਪੁੱਤਰ ਸਰਦਾਰ ਜਗਤਾਰ ਸਿੰਘ। ਬੋਲੇ ਸੋ ਨਿਹਾਲ। ਹਰ ਸਾਹਿਬ ਸਿੰਘ ਸੁਪੁੱਤਰ ਸਰਦਾਰ ਸਤਨਾਮ ਸਿੰਘ। ਬੋਲੇ ਸੋ ਨਿਹਾਲ। ਅਗਲਾ ਨਾਮ ਹੈ ਗੁਰਦੇਵ ਸਿੰਘ ਸੁਪੁੱਤਰ ਸਰਦਾਰ ਕੁਲਦੀਪ ਸਿੰਘ। ਬੋਲੇ ਸੋ ਨਿਹਾਲ। ਅਗਲਾ ਨਾਮ ਹੈ ਬੇਟਾ ਮਨਦੀਪ ਸਿੰਘ ਸੁਪੁੱਤਰ ਸਰਦਾਰ ਅਮਰਜੀਤ ਸਿੰਘ। ਬੋਲੇ ਸੋ ਨਿਹਾਲ। ਅਗਲਾ ਨਾਮ ਹੈ ਗੁਰਨੂਰ ਸਿੰਘ ਸੁਪੁੱਤਰ ਸਰਦਾਰ ਪਲਵਿੰਦਰ ਸਿੰਘ।
ਗੁਰਨੂਰ ਸਿੰਘ ਨਹੀਂ ਆਇਆ, ਅਗਲਾ ਬੋਲ ਅਗਲਾ ਲਓ। ਇਹ ਸਰਟੀਫਿਕੇਟ ਰੱਖ ਲਓ। ਅਮਰਤਪਾਲ ਕੌਰ ਸੁਪੁੱਤਰੀ ਸਰਦਾਰ ਰਾਜਵਿੰਦਰ ਸਿੰਘ। ਬੋਲੇ ਸੋ ਨਿਹਾਲ। ਅਗਲਾ ਨਾਮ ਹੈ ਗਗਨਦੀਪ ਸਿੰਘ ਸੁਪੁੱਤਰ ਸਰਦਾਰ ਸੁਖਦੇਵ ਸਿੰਘ। ਨਹੀਂ ਹੈ। ਅਗਲਾ ਨਾਮ ਹੈ ਗੁਰਪ੍ਰੀਤ ਕੌਰ ਸੁਪੁੱਤਰੀ ਸਰਦਾਰ ਮੁਖਤਾਰ ਸਿੰਘ। ਬੋਲੇ ਸੋ ਨਿਹਾਲ। ਅਗਲਾ ਨਾਮ ਹੈ ਵੰਸ਼ਦੀਪ ਸਿੰਘ ਸੁਪੁੱਤਰ ਸਰਦਾਰ ਬਲਜਿੰਦਰ ਸਿੰਘ। ਬੋਲੇ ਸੋ ਨਿਹਾਲ। ਅਗਲਾ ਨਾਮ ਹੈ ਨਵਦੀਪ ਕੌਰ ਸੁਪੁੱਤਰੀ ਸਰਦਾਰ ਚਰਨਜੀਤ ਸਿੰਘ। ਬੋਲੇ ਸੋ ਨਿਹਾਲ। ਅਗਲਾ ਨਾਮ ਹੈ ਗੁਰਸੇਵਕ ਸਿੰਘ ਸੁਪੁੱਤਰ ਸਰਦਾਰ ਹਰਜੀਤ ਸਿੰਘ। ਬੋਲੇ ਸੋ ਨਿਹਾਲ। ਅਰਸ਼ਪ੍ਰੀਤ ਕੌਰ ਸੁਪੁੱਤਰੀ ਸਰਦਾਰ ਕੁਲਵਿੰਦਰ ਸਿੰਘ। ਬੋਲੇ ਸੋ ਨਿਹਾਲ। ਅਗਲਾ ਨਾਮ ਬੇਟਾ ਅਵਿਦੀਪ ਸਿੰਘ ਸੁਪੁੱਤਰ ਸਰਦਾਰ ਪਾਲ ਸਿੰਘ। ਬੋਲੇ ਸੋ ਨਿਹਾਲ। ਮੁਸਕਾਨਪ੍ਰੀਤ ਕੌਰ ਸੁਪੁੱਤਰੀ ਸਰਦਾਰ ਹਰਜੀਤ ਸਿੰਘ। ਬੋਲੇ ਸੋ ਨਿਹਾਲ। ਜੈਸਮੀਨ ਕੌਰ ਸੁਪੁੱਤਰੀ ਸਰਦਾਰ ਸ਼ਰਨਦੀਪ ਸਿੰਘ। ਬੋਲੇ ਸੋ ਨਿਹਾਲ। ਜੈਸਮੀਨ ਕੌਰ ਸੁਪੁੱਤਰੀ ਸ਼ਰਨਦੀਪ ਸਿੰਘ। ਇਹ ਤੇਰਾ ਸੀ? ਹੁਣ ਮੇਰੇ ਖਿਆਲ ਨਾਂ ਗਲਤ ਨਹੀਂ ਲੱਗੇ। ਚੇਂਜ ਕਰ ਲਓ। ਕਿਹਦਾ ਹੁਣ ਆਏ ਪਹਿਲਾਂ ਦੇ ਆ ਜਾਓ। ਇਹ ਬੋਲ ਲਓ। ਸੁਖਵਰਨ ਸਿੰਘ ਸੁਪੁੱਤਰ ਸਰਦਾਰ ਸੁਖਰਾਜ ਸਿੰਘ। ਬੋਲੇ ਸੋ ਨਿਹਾਲ। ਸਰਦਾਰ ਬੇਟੀ ਹਰਮਨਪ੍ਰੀਤ ਕੌਰ ਸੁਪੁੱਤਰੀ ਸਰਦਾਰ ਹਰਬੰਸ ਸਿੰਘ। ਆਹ ਬੇਟੀ ਜਿਹੜੀ ਆ ਇਹਨੇ ਕੱਲ ਸਾਨੂੰ ਮੈਨੂੰ ਭਾਈ ਜਸਪਾਲ ਸਿੰਘ ਨੂੰ ਹੈਰਾਨ ਕਰ ਦਿੱਤਾ। ਇਹਦਾ ਕਈ ਦਿਨ ਇਹਨੇ ਧਿਆਨ ਹੀ ਨਹੀਂ ਦਿੱਤਾ। ਬਿਲਕੁਲ ਜ਼ੀਰੋ ਸੀ, ਕੁਝ ਨਹੀਂ ਸੀ ਇਹਨੂੰ ਆਉਂਦਾ। ਕੱਲ ਜਦੋਂ ਇਹਨੂੰ ਸਵਾਲ ਕੀਤੇ ਇਹਨੇ ਕਿੰਨੇ ਸਵਾਲ ਸੀ? 50 ਨੰਬਰ ਦਾ ਪੇਪਰ ਸੀ ਤੇ ਇਹ ਮੇਰਾ ਖਿਆਲ 35 ਨੰਬਰ ਲੈ ਗਈ। ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਬੇਟਾ ਇਹਦੀ ਜਿਹੜੀ ਸਿਸਟਰ ਹੈ ਦੂਸਰੀ ਕੁੜੀ ਉਹ ਵੀ ਹੈਰਾਨ ਰਹਿ ਗਈ। ਕਹਿੰਦੀ ਬਾਬਾ ਜੀ ਇੰਨੇ ਸਵਾਲ ਕੱਢ ਗਈ। ਮੈਂ ਕਿਹਾ ਤੈਨੂੰ ਯਕੀਨ ਨਹੀਂ ਸੀ? ਸਤਿ ਸ੍ਰੀ ਅਕਾਲ। ਮੈਂ ਕਿਹਾ ਨਹੀਂ, ਇਹ ਕੱਢ ਗਈ ਨੇ ਸਵਾਲ। ਇਹ ਬਹੁਤ ਧਿਆਨ ਦਿੱਤਾ ਇਸ ਬੇਟੀ ਨੇ। ਸਾਰੇ ਬੱਚਿਆਂ ਦਾ ਇਸੇ ਤਰ੍ਹਾਂ ਫਰਜ਼ ਬਣਦਾ ਹੈ ਕਿ ਜਿਹੜੇ ਨਹੀਂ ਕੁਝ ਪੜ੍ਹਨਾ ਜਾਣਦੇ ਉਹ ਇਸ ਬੇਟੀ ਵਾਂਗੂ ਮਿਹਨਤ ਕਰਿਆ ਕਰੋ ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੋਜੀਸ਼ਨ ਆਪਣੀ ਪਹਿਲੀ ਜਿਹੜੀ ਲੈ ਸਕੋ। ਅਗਲਾ ਨਾਮ ਹੈ ਸੁਖਜੀਤ ਕੌਰ ਸੁਪੁੱਤਰੀ ਸਰਦਾਰ ਬੂਟਾ ਸਿੰਘ। ਇਹ ਦੋਵੇਂ ਭੈਣਾਂ ਨੇ। ਇਹ ਹੈਰਾਨ ਹੋ ਗਈ ਬੇਟੀ। ਅਗਲਾ ਨਾਮ ਹੈ ਮਨਮੀਤ ਕੌਰ ਸੁਪੁੱਤਰੀ ਸਰਦਾਰ ਸਰਬਜੀਤ ਸਿੰਘ। ਬੋਲੇ ਸੋ ਨਿਹਾਲ। ਬੇਟਾ ਯੁਵਰਾਜ ਸਿੰਘ ਸੁਪੁੱਤਰ ਸਰਦਾਰ ਹਰਨੇਕ ਸਿੰਘ। ਯੁਵਰਾਜ ਸਿੰਘ ਸੁਪੁੱਤਰ ਸਰਦਾਰ ਹਰਨੇਕ ਸਿੰਘ। ਤੂੰ ਲੈ ਲੈਣ ਕੇ ਉਹ ਘਰ ਚਲ ਗਿਆ। ਇੱਕ ਮੈਂ
ਸਾਰੀ ਸੰਗਤ ਅੱਗੇ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਇਹ ਬੇਟਾ ਜਰਾਬਾਂ ਪਾ ਕੇ ਆਇਆ ਨਾ ਗੁਰੂ ਕੇ ਦਰਬਾਰ ਦੇ ਵਿੱਚ, ਇਹ ਮਰਜ਼ਾਦਾ ਨਹੀਂ ਕਿ ਆਪਾਂ ਜਰਾਬਾਂ ਪਾ ਕੇ ਦਰਬਾਰ ਦੇ ਵਿੱਚ ਆਈਏ, ਕਿਉਂਕਿ ਚਰਨਾਮਤ ਜਿਹੜੀ ਬਣੀ ਹੁੰਦੀ ਹੈ ਨਾ ਉਹ ਇਸ ਕਰਕੇ ਨਹੀਂ ਹੁੰਦੀ ਕਿ ਉੱਥੋਂ ਚੂੜਾ ਲੈ ਕੇ ਅੰਦਰ ਆਉਣ ਦੀ ਮਰਜ਼ਾਦਾ ਨਹੀਂ ਹੈ, ਉਹ ਸਿਰਫ ਪੈਰ ਧੋ ਕੇ ਉੱਥੋਂ ਆਉਣ ਦੀ ਮਰਜ਼ਾਦਾ ਹੈ। ਕਈ ਮਨਮਤੀ ਵੀ ਕਰਦੇ ਨੇ ਕਿ ਉੱਥੋਂ ਚਰਨਾਮਤ ਦੇ ਵਿੱਚੋਂ ਜਿੱਥੇ ਆਪਾਂ ਪੈਰ ਧੋਣੇ, ਭੈਣਾਂ ਮੇਰੀਆਂ ਮੇਰੀ ਗੱਲ ਵੱਲ ਧਿਆਨ ਦੇਣ, ਸਾਰੀ ਸੰਗਤ ਮੇਰੀ ਗੱਲ ਵੱਲ ਧਿਆਨ ਦਿਓ। ਜਿਹੜੀ ਚਰਨਾਮਤ ਬਣੀ ਹੁੰਦੀ ਹੈ ਨਾ ਗੁਰੂ ਘਰ ਆਉਣ ਵਾਸਤੇ, ਪੈਰ ਸੁੱਚੇ ਕਰਨ ਵਾਸਤੇ, ਉਹ ਤੁਹਾਡੇ ਪੀਣ ਵਾਸਤੇ ਨਹੀਂ, ਉਹ ਪੈਰ ਧੋਣ ਵਾਸਤੇ ਹੁੰਦੀ, ਕਿਉਂਕਿ ਸੁੱਚਤ ਜਿਹੜੀ ਆ ਉਹ ਗੁਰੂ ਘਰ ਵਿੱਚ ਜਿਹੜੀ ਉਹ ਪ੍ਰਵਾਨ ਹੈ। ਇਸ ਕਰਕੇ ਆਪਾਂ ਕੀ ਕਰਦੇ ਆ, ਕਈ ਮਨਮਤ ਕਰਦੇ ਨੇ ਕਿ ਆਪਣੇ ਆਪ ਨੂੰ ਬਹੁਤਾ ਨੀਵਾਂ ਵਿਖਾਉਂਦੇ ਨੇ ਕਿ ਅਸੀਂ ਉਹ ਪਾਣੀ ਪੀ ਕੇ ਜਿਹੜਾ ਪੈਰ ਧੋਣ ਵਾਲਾ ਉਹ ਪੀ ਕੇ ਤੇ ਫਿਰ ਅੰਦਰ ਆਉਨੇ ਆ, ਫਿਰ ਇਹਦਾ ਮਤਲਬ ਵੀ ਆਪਾਂ ਜੋੜੇ ਹੀ ਲੈ ਕੇ ਅੰਦਰ ਆ ਜਾ ਕਰੀਏ, ਫਿਰ ਤਾਂ ਬਹੁਤੀ ਕੋਈ ਗੱਲ ਨਹੀਂ। ਇਸ ਕਰਕੇ ਇਸ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ। ਕਿਸੇ ਵੀ ਤੁਸੀਂ ਗੁਰੂ ਘਰ ਜਾਂਦੇ ਹੋ, ਤੁਸੀਂ ਵੇਖਿਓ ਦਰਬਾਰ ਸਾਹਿਬ ਵੀ ਤੇ ਬਾਬਾ ਬਕਾਲਾ ਸਾਹਿਬ ਵੀ ਮੇਰਾ ਖਿਆਲ ਬੋਰਡ ਵੀ ਲੱਗਾ ਹੈ ਕਿ ਇਹ ਜਲ ਛਕ ਕੇ ਅੰਦਰ ਨਹੀਂ ਜਾਣਾ, ਮਨਾਹੀ ਹੈ, ਇਹ ਜਲ ਨਾ ਛਕਿਆ ਜਾਵੇ। ਇਸ ਕਰਕੇ ਉਹ ਪੈਰ ਧੋਣ ਵਾਸਤੇ ਜਗ੍ਹਾ ਹੁੰਦੀ ਹੈ ਚਰਨਾਮਤ ਜਿਹੜੀ ਹੈ। ਤੇ ਕੋਈ ਵੀ ਜਿਹੜਾ ਜੀਵ ਆਉਂਦਾ ਹੈ ਨਾ ਚੱਲ ਕੇ ਗੁਰੂ ਘਰ, ਉਹ ਬੂਟ ਲਾ ਕੇ ਜਰਾਬਾਂ ਲਾ ਕੇ ਫਿਰ ਪੈਰ ਸੁੱਚੇ ਕਰਕੇ ਫਿਰ ਅੰਦਰ ਆਉਣ ਦੀ ਖੇਚਲ ਕਰਿਆ ਕਰੇ। ਜੇ ਤੁਹਾਡੀ ਨਿਗਾਹ ਵਿੱਚ ਕੋਈ ਆਵੇ ਵੀ ਨਾ ਤੇ ਤੁਸੀਂ ਉਹਨੂੰ ਕਹਿ ਸਕਦੇ ਹੋ ਭਾਈ ਸਾਹਿਬ ਜਾਂ ਭੈਣ ਜੀ ਜਰਾਬਾਂ ਬਾਹਰ ਲਾ ਕੇ ਆਓ, ਤੁਹਾਡੀ ਗੱਲ ਦਾ ਗੁੱਸਾ ਨਹੀਂ ਕਰੇਗਾ, ਉਹਨੂੰ ਤਰੀਕੇ ਨਾਲ ਸਮਝਾਇਆ ਜਾਵੇ। ਇਹ ਨਾ ਸੋਚਿਆ ਕਰੋ ਕਿ ਸਾਡੇ ਗ੍ਰੰਥੀ ਸਿੰਘ ਨੇ ਆਖਣਾ ਸਾਡੀ ਡਿਊਟੀ ਨਹੀਂ ਗੀ, ਇਹ ਗੁਰੂ ਘਰ ਦੀ ਮਰਜ਼ਾਦਾ ਵਾਸਤੇ ਸਾਡੀ ਹਰ ਗੁਰਸਿੱਖ ਦੀ ਡਿਊਟੀ ਹੈ। ਜਿਹੜਾ ਮਰਜ਼ਾਦਾ ਦੀ ਉਲੰਘਣਾ ਕਰਦਾ ਉਹਨੂੰ ਦੱਸਣਾ ਸਾਡਾ ਫਰਜ਼ ਬਣਦਾ ਹੈ। ਇਹਨਾਂ ਬੇਨਤੀਆਂ ਨੂੰ ਵੀ ਨਾਲ ਨਾਲ ਪ੍ਰਵਾਨ ਕਰਾਇਆ ਕਰੋ। ਨਾਮ ਸੁਖਮਨਦੀਪ ਸਿੰਘ, ਸੁਪੁੱਤਰ ਸਰਦਾਰ ਬਲਵਿੰਦਰ ਸਿੰਘ। ਬੋਲੇ ਸੋ ਨਿਹਾਲ। ਰਣਬੀਰ ਸਿੰਘ ਸੁਪੁੱਤਰ ਸਰਦਾਰ ਹਰਨੇਕ ਸਿੰਘ। ਰਣਬੀਰ ਸਿੰਘ ਸੁਪੁੱਤਰ ਸਰਦਾਰ ਹਰਨੇਕ ਸਿੰਘ। ਬੋਲੇ ਸੋ ਨਿਹਾਲ। ਜੈਸਮੀਨ ਕੌਰ ਸੁਪੁੱਤਰੀ ਸਰਦਾਰ ਗੁਰਦੇਵ ਸਿੰਘ। ਬੋਲੇ ਸੋ ਨਿਹਾਲ। ਜਸਕਰਨ ਸਿੰਘ ਸੁਪੁੱਤਰ ਸਰਦਾਰ ਕੁਲਵਿੰਦਰ ਸਿੰਘ। ਬੋਲੇ ਸੋ ਨਿਹਾਲ। ਅਗਲਾ ਪ੍ਰੋਗਰਾਮ ਭਾਈ ਜਸਪਾਲ ਸਿੰਘ ਜੀ ਤੁਹਾਡੇ ਨਾਲ ਸਾਂਝਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੱਚਾ ਜਿਹੜਾ ਨਾ ਇਹ ਆਇਆ ਨਹੀਂ, ਇਹ ਕੱਲ ਆਇਆ ਸੀ ਤੇ ਅੱਜ ਆਇਆ ਸੀ। ਸਾਡੇ ਕੋਲ ਜਿਹੜੇ ਬੱਚਿਆਂ ਦੀ 7 ਦਿਨ ਦੀ ਹਾਜ਼ਰੀ ਹੈ ਰਜਿਸਟਰ ਲੱਗੀ, ਅਸੀਂ ਉਹਨਾਂ ਬੱਚਿਆਂ ਨੂੰ ਇਹ ਜਿਹੜਾ ਨਾ ਸਨਮਾਨਿਤ ਦੇਣਾ ਹੈ। ਹਾਂਜੀ ਵੈਸੇ ਤਾਂ ਕੋਈ ਗੱਲ ਨਹੀਂ, ਬੱਚੇ ਦਾ ਹੌਸਲਾ ਅਫਜ਼ਾਈ ਫਿਰ ਵੀ ਅਸੀਂ ਕਰਦੇ ਹਾਂ, ਕਿਉਂਕਿ ਹੁਣ ਨਹੀਂ ਤੇ ਦੂਸਰੀ ਵਾਰੀ ਜ਼ਰੂਰ ਆਵੇਗਾ। ਇਹਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਬੱਚੇ ਦੇ ਕੋਲ ਵਾਅਦਾ ਵੀ ਲਓ ਵੀ ਕੇਸ ਰੱਖਣੇ ਨੇ ਬੇਟਾ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੱਚਿਓ, ਜਿਨ੍ਹਾਂ ਨੇ ਜਿਵੇਂ ਦੀ ਮਿਹਨਤ ਕੀਤੀ ਆ ਉਸੇ ਤਰ੍ਹਾਂ ਉਹਨਾਂ ਨੂੰ ਸਨਮਾਨ ਜਿਹੜੇ ਗੁਰੂ ਘਰ ਦੇ ਵਜ਼ੀਰ ਗਿਆਨੀ ਦਿਲਬਾਗ ਸਿੰਘ ਜੀ, ਗਿਆਨੀ ਸ਼ਮਸ਼ੇਰ ਸਿੰਘ ਜੀ, ਗਿਆਨੀ ਜਸਵੰਤ ਸਿੰਘ ਜੀ, ਸਾਰਿਆਂ ਨੇ ਆਪਣਾ ਆਸ਼ੀਰਵਾਦ ਉਹਨਾਂ ਬੱਚਿਆਂ ਨੂੰ ਦਿੱਤਾ। ਸੋ ਬੱਚਿਓ ਇੱਕ ਇੱਧਰ ਧਿਆਨ ਦਿਓ ਸਾਰੇ ਬੱਚੇ। ਇੱਕ ਮਿੰਟ, ਆਪਾਂ ਗੁਰਦੁਆਰੇ ਅੰਦਰ ਬੈਠੇ ਆ ਤੇ ਤੁਹਾਨੂੰ ਦੱਸਿਆ ਸੀ ਨਾ ਗੁਰਦੁਆਰੇ ਅੰਦਰ ਜਾ ਕੇ ਆਪਾਂ ਕੀ ਕਰਨਾ, ਗੱਲਾਂ ਕਰਨੀਆਂ ਤੇ ਆਪਾਂ ਨਹੀਂ ਕਰਦੇ ਨਾ, ਹੁਣ ਕਰਦੇ ਆ, ਠੀਕ ਹੈ ਨਾ। ਗੁਰਦੁਆਰੇ ਅੰਦਰ ਕੀ ਕਰਨਾ ਚਾਹੀਦਾ, ਗੱਲਾਂ ਕਰਨੀਆਂ ਚਾਹੀਦੀਆਂ। ਹਾਂ, ਤੇ ਗੁਰਦੁਆਰੇ ਦੇ ਬਾਹਰ ਵਿਹੜੇ ਵਿੱਚ ਕੀ ਕਰਨਾ ਚਾਹੀਦਾ, ਸ਼ੈਤਾਨੀ ਕਰਨੀ ਚਾਹੀਦੀ। ਕੀ ਕਰਨਾ ਚਾਹੀਦੀ, ਸੇਵਾ, ਠੀਕ ਹੈ ਨਾ। ਗੁਰਦੁਆਰੇ ਅੰਦਰ ਆਣ ਕੇ ਜੋ ਵੀ ਪ੍ਰੋਗਰਾਮ ਚੱਲ ਰਿਹਾ ਆਪਾਂ ਚੌਂਕੜੇ ਮਾਰ ਕੇ ਸਿੱਧੇ ਹੋ ਕੇ ਸੁਣਨਾ ਵਾ। ਜੇ ਬਾਬਾ ਜੀ ਪਾਠ ਕਰ ਰਹੇ ਆ ਜਾਂ ਕੀਰਤਨ ਹੋ ਰਿਹਾ, ਕਥਾ ਹੋ ਰਹੀ ਆ, ਆਪਾਂ ਗੁਰਦੁਆਰੇ ਅੰਦਰ ਸੁਣਨਾ ਵਾ, ਸਿੱਧੇ ਹੋ ਕੇ ਬੈਠਣਾ, ਕੋਈ ਆਪਸ ਵਿੱਚ ਜਿਹੜੀ ਆ ਗੱਲਬਾਤ ਨਹੀਂ ਕਰਨੀ। ਸੋ ਬੀਬੀਏ ਬੱਚੇ ਬਣਨਾ ਆਪਾਂ, ਠੀਕ ਹੈ। ਤੇ ਲਾਸਟ ਵਿੱਚ ਜਿੰਨੇ ਵੀ ਬੱਚਿਆਂ ਨੂੰ ਮੈਡਲ ਦਿੱਤੇ ਗਏ ਆ, ਸਰਟੀਫਿਕੇਟ ਦਿੱਤੇ ਗਏ ਆ, ਸ਼ੀਲਡਾਂ ਦਿੱਤੀਆਂ ਗਈਆਂ, ਸਾਰਿਆਂ ਦੀ ਇੱਕ ਆਪਾਂ ਵਧੀਆ ਗਰੁੱਪ ਫੋਟੋ ਲੈਣੀ ਆ ਜਿਹੜੀ ਕਿ ਅਖਬਾਰ ਦੇ ਵਿੱਚ ਵੀ ਲੱਗੂਗੀ। ਤੇ ਜਿਹੜਾ YouTube ਚੈਨਲ BSR ਚੈਨਲ ਆ, ਅੱਜ ਥੋੜਾ ਜਿਹਾ ਉਹਨਾਂ ਨੂੰ ਰਜੇਵਾ, ਕੱਲ ਨੂੰ YouTube ਤੇ, ਹਾਂਜੀ ਗਿਆਨ ਜੀ ਕੱਲ ਨੂੰ ਵੇਖ ਸਕਦੇ ਨਾ, ਕੱਲ ਨੂੰ YouTube ਤੇ ਆਪਾਂ ਸਾਰੇ ਵੇਖ ਸਕਦੇ ਆ BSR ਚੈਨਲ ਦੇ ਉੱਪਰ। ਨੋਟ ਕਰ ਲਓ BSR ਚੈਨਲ YouTube ਤੇ ਆਪਾਂ ਅੱਜ ਦਾ ਇਹ ਸਾਰਾ ਹੀ ਪ੍ਰੋਗਰਾਮ ਆਪਾਂ ਵੇਖ ਸਕਦੇ ਆ।
ਇਸ ਕਰਕੇ ਇੱਕ ਗਰੁੱਪ ਫੋਟੋ ਬਾਅਦ ਵਿੱਚ ਲਈ ਕਿ ਹੁਣੇ ਲੈ ਲਈਏ? ਠੀਕ ਹੈ ਬੱਚਿਓ, ਜਦੋਂ ਆਪਾਂ ਬਾਹਰ ਜਾਣਾ ਨਾ ਪ੍ਰਸ਼ਾਦ ਲੈ ਕੇ, ਉਦੋਂ ਸਭ ਤੋਂ ਪਹਿਲਾਂ ਜਿੰਨੇ ਵੀ ਬੱਚੇ ਜਿਨ੍ਹਾਂ ਨੂੰ ਮੈਡਲ ਮਿਲੇ ਆ, ਵੈਸੇ ਮੈਂ ਤਾਂ ਕਹੂੰਗਾ ਕਿ ਹੁਣੇ ਬੱਚੇ ਬਿਲਕੁਲ ਠੀਕ ਠਾਕ ਆ, ਹੁਣੇ ਫੋਟੋ ਲੈ ਲਈ ਜਾਵੇ। ਇੱਥੇ ਸਾਰੇ ਆਪਾਂ ਬੈਠ ਜਾਈਏ, ਛੋਟੇ ਬੱਚੇ ਅੱਗੇ ਤੇ ਵੱਡੇ ਬੱਚੇ ਪਿੱਛੇ, ਇੱਥੇ ਆ ਲਾਈਨਾਂ ਬਣਾ ਲਓ, ਆ ਜਾਓ। ਔਰ ਮੂੰਹ ਕਰਕੇ ਲੈਣ ਬਣਾਓ ਜੀ ਸਰ। ਹਾਂਜੀ, ਇਹ ਇਦਾਂ ਠੀਕ ਆ, ਵੱਡੇ ਪਿੱਛੇ ਛੋਟੇ ਅੱਗੇ। ਮੈਂ ਧੰਨਵਾਦ ਕਰ ਰਿਹਾ ਸਾਂ ਸਰਦਾਰ ਪ੍ਰਕਾਸ਼ ਸਿੰਘ ਜੀ ਦਾ, ਜੋ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ, ਪ੍ਰਧਾਨ ਜੀ ਨੇ। ਉਹਨਾਂ ਨੇ ਪਹਿਲੇ ਦਿਨ ਤੋਂ ਲੈ ਕੇ ਲਗਾਤਾਰ ਨਿਰੰਤਰ ਆਪਣੇ ਘਰ ਦੇ ਕੰਮਕਾਰ ਛੱਡ ਕੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ, ਬੱਚਿਆਂ ਦੀ ਹਰ ਲੋੜ ਦਾ ਖਿਆਲ ਰੱਖਿਆ, ਉਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਨਿਰੰਤਰ ਕੋਈ ਨਾ ਕੁਝ ਉਹਨਾਂ ਦੇ ਨਵੀਂ ਚੀਜ਼, ਨਵੀਂ ਵੈਰਾਈਟੀ ਹਰ ਰੋਜ਼ ਜਿਹੜੀ ਖਾਣ ਪੀਣ ਵਾਸਤੇ ਪ੍ਰਬੰਧ ਕਰਦੇ ਰਹੇ। ਸੋ ਆਸ ਹੈ ਇਸੇ ਤਰ੍ਹਾਂ ਉਹ ਗੁਰਮਤਿ ਪ੍ਰਚਾਰ ਵਾਸਤੇ ਵੱਧ ਤੋਂ ਵੱਧ ਸਹਿਯੋਗ ਦੇਣਗੇ। ਤੇ ਬੱਚਿਓ, ਇਹ ਗੁਰਮਤਿ ਸਿੱਖਿਆ ਕੈਂਪ ਦੁਬਾਰਾ ਲੱਗਣਾ ਚਾਹੀਦਾ? ਸ਼ਾਬਾਸ਼, ਦੁਬਾਰਾ ਵੀ ਲੱਗਣਾ ਚਾਹੀਦਾ। ਤੇ ਉਦੋਂ ਤੱਕ ਆਪਾਂ ਵੱਡੇ ਵੀ ਹੋਣਾ, ਤੇ ਸਿੱਖਿਆ ਵੀ ਇਹ ਨਹੀਂ ਕਿ ਜੋ ਐਰਕੀ ਸਿਖਾਇਆ ਤੇ ਦੁਬਾਰਾ ਫੇਰ ਤੁਹਾਨੂੰ ਸਿਖਾਉਣਾ ਪਵੇ, ਉਹ ਭੁੱਲਣਾ ਨਹੀਂ ਹੈ। ਜੋ ਸਿੱਖਿਆ, ਘੱਟੋ ਘੱਟ ਜੋ ਸਿੱਖਿਆ ਉਹਨੂੰ ਆਪਾਂ ਯਾਦ ਰੱਖਣਾ, ਤਾਂ ਕਿ ਅੱਗੇ ਆਪਾਂ ਵੱਧ ਸਕੀਏ। ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਪ੍ਰਕਾਸ਼ ਸਿੰਘ ਜੀ ਪ੍ਰਧਾਨ ਜੀ, ਜੋ ਇਸ ਗੁਰਮਤਿ ਸਿੱਖਿਆ ਕੈਂਪ ਬਾਰੇ ਆਪਣੇ ਵਿਚਾਰ ਸੰਖੇਪ ਵਿੱਚ ਤੁਹਾਡੇ ਨਾਲ ਸਾਂਝੇ ਕਰਨਗੇ। ਉਪਰੰਤ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਹੋਵੇਗਾ ਤੇ ਅਰਦਾਸ ਉਪਰੰਤ ਹੁਕਮਨਾਮਾ ਤੇ ਗੁਰੂ ਕੀ ਦੇਗ ਲੈ ਕੇ ਆਪਾਂ ਜੋ ਪ੍ਰਬੰਧਕਾਂ ਵੱਲੋਂ ਗੁਰੂ ਕਾ ਲੰਗਰ ਵੀ ਤਿਆਰ ਕੀਤਾ ਗਿਆ, ਆਪਾਂ ਛਕ ਕੇ ਘਰਾਂ ਨੂੰ ਚਾਲੇ ਪਾਵਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਬੱਚਿਆਂ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ ਗੁਰਸਿੱਖੀ, ਸਿਦਕ, ਭਰੋਸਾ, ਨਾਮਦਾਨ ਦੀਆਂ ਦਾਤਾਂ, ਖੁਸ਼ੀਆਂ ਖੇੜਿਆਂ ਦੀ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ। ਇੰਨੇ ਦਿਨ ਸਾਡੇ ਕੋਲੋਂ, ਸਾਡੀ ਸਮੁੱਚੀ ਟੀਮ ਕੋਲੋਂ ਸੇਵਾ ਕਰਦਿਆਂ ਬਹੁਤ ਭੁੱਲਾਂ, ਗਲਤੀਆਂ, ਅਯੋਗ ਸ਼ਬਦ ਵੀ ਮੂੰਹ ਨਿਕਲੇ ਹੋਣਗੇ। ਆਸ ਹੈ ਸਾਡੀਆਂ ਭੁੱਲਾਂ ਨਾ ਚਿਤਾਰੋਗੇ। ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਇਹਨਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਾਧ ਸੰਗਤ ਜੀਓ, ਤੇ ਸਾਡੇ ਦੇਸ਼ ਦੇ ਭਵਿੱਖ ਹੋਣਹਾਰ ਬੱਚੇ, ਜਿਨ੍ਹਾਂ ਦਾ ਸਾਰਾ ਜੀਵਨ ਅਸੀਂ ਚਾਹੁੰਦੇ ਹਾਂ ਕਿ ਗੁਰਮਤਿ ਸਿਧਾਂਤਾਂ ਮੁਤਾਬਿਕ ਹੀ ਬਤੀਤ ਹੋਵੇ, ਇਹ ਵੱਧ ਤੋਂ ਵੱਧ ਤਰੱਕੀਆਂ ਕਰਨ ਅਤੇ ਦੇਸ਼ ਤੇ ਕੌਮ ਦਾ ਨਾਮ ਉੱਚਾ ਕਰਨ, ਗੁਰਸਿੱਖੀ ਆਦਰਸ਼ਾਂ ਦਾ ਪ੍ਰਚਾਰ ਕਰਨ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਤੇ ਆਪਣੇ ਦੇਸ਼ ਦੀ ਸ਼ੋਭਾ ਨੂੰ ਚਾਰ ਚੰਦ ਲਾਉਣ। ਮੈਂ ਆਪ ਜੀ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਮੇਰੀ ਮੁੱਢਲੀ ਸਿੱਖਿਆ ਬਿਹਾਰ ਵਿੱਚ ਹੋਈ। ਬਿਹਾਰ ਤੋਂ ਆਉਣ ਤੋਂ ਬਾਅਦ ਮੈਂ 6ਵੀਂ ਜਮਾਤ ਵਿੱਚ GTP ਖਾਲਸਾ ਹਾਈ ਸਕੂਲ ਬਾਬਾ ਬਕਾਲੇ ਵਿਖੇ ਐਡਮਿਸ਼ਨ ਲਿਆ। ਸਾਡੇ ਬਜ਼ੁਰਗ ਵੀਰਾਂ ਨੂੰ ਜਾਂ ਉਹਨਾਂ ਮਾਤਾਵਾਂ ਨੂੰ ਪਤਾ ਹੋਏਗਾ ਕਿ ਬਾਬਾ ਬਕਾਲਾ ਸਾਹਿਬ ਵਿਖੇ GTP ਖਾਲਸਾ ਹਾਈ ਸਕੂਲ ਵਿੱਚ ਜਦੋਂ ਅਸੀਂ ਦਫ਼ਤਰ ਵਿੱਚ ਪ੍ਰਵੇਸ਼ ਕਰਦੇ ਸਾਂ ਤੇ ਦਫ਼ਤਰ ਦੇ ਬਾਹਰ ਇੱਕ ਸਲੋਗਨ ਲਿਖਿਆ ਹੋਇਆ ਸੀ, He who opens a school closes a prison। ਪੰਜਾਬੀ ਰੂਪਾਂਤਰ ਹੈ ਕਿ ਜੋ ਆਦਮੀ ਇੱਕ ਸਕੂਲ ਖੋਲ੍ਹਦਾ ਹੈ ਉਹ ਇੱਕ ਜੇਲ੍ਹ ਨੂੰ ਬੰਦ ਕਰਦਾ ਹੈ। ਜਦੋਂ ਅਸੀਂ ਦਫ਼ਤਰ ਦੇ ਅੰਦਰ ਜਾਂਦੇ ਸਾਂ ਤੇ ਵੱਡਾ ਸਲੋਗਨ ਲਿਖਿਆ ਹੁੰਦਾ ਸੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਸਾਡੀ ਗੁਰਮੁਖ ਸਿੱਖਿਆ ਦਾ ਇੱਕ ਮੁੱਖ ਸਰੋਤ ਤੇ ਮੁੱਖ ਕੇਂਦਰ ਸੀ, ਜਿਨੇ ਬਹੁਤ ਹੀ ਸਾਰੇ ਵਿਦਵਾਨ ਪ੍ਰਚਾਰਕ ਇਸ ਸੰਸਾਰ ਨੂੰ ਦਿੱਤੇ ਹਨ। ਉਸ ਟਾਈਮ ਦੀਆਂ ਸਕੂਲ ਦੀਆਂ ਕਿਤਾਬਾਂ ਵੀ ਗੁਰਮਤਿ ਨੂੰ ਸਮਰਪਿਤ ਸਨ। ਮੈਟ੍ਰਿਕ ਸਟੈਂਡਰਡ ਵਿੱਚ ਇੱਕ ਕਿਤਾਬ ਸੀ ਸਾਹਿਤਵਾੜੀ, ਜਿਹਦੇ ਵਿੱਚ ਫਰੀਦ ਜੀ ਦੇ ਸ਼ਲੋਕ ਸਨ,
ਤੇ ਹੋਰ ਬਹੁਤ ਸਾਰੀਆਂ ਮੁੱਢਲੀਆਂ ਜਾਣਕਾਰੀਆਂ ਸਿੱਖ ਧਰਮ ਦੇ ਬਾਰੇ ਸਨ। ਪਰ ਅਫਸੋਸ ਇਹ ਐਜੂਕੇਸ਼ਨ ਮਾਫੀਆ ਸਾਡੇ ਇਸ ਸੰਸਾਰ ਤੇ ਸਾਡੀ ਸਿੱਖਿਆ ਨੀਤੀ ਤੇ ਇੰਨਾ ਭਾਰੂ ਹੋ ਗਿਆ ਕਿ ਅੱਜ ਉਹ ਸਾਰੀਆਂ ਚੀਜ਼ਾਂ ਸਾਨੂੰ ਕਿਤੇ ਨਹੀਂ ਮਿਲਦੀਆਂ। ਮੈਟ੍ਰਿਕ ਸਟੈਂਡਰਡ ਵਿੱਚ ਅੰਗਰੇਜ਼ੀ ਦੀ ਕਿਤਾਬ ਸੀ, ਉਹਦੇ ਵਿੱਚ ਸੀ 10 ਗ੍ਰੇਟ ਲਾਈਵਸ, ਮਤਲਬ 10 ਮਹਾਨ ਸ਼ਖਸੀਅਤਾਂ ਦੇ ਬਾਰੇ ਉਹਦੇ ਵਿੱਚ ਵਰਣਨ ਸੀ। 7ਵੀਂ 8ਵੀਂ ਦੀ ਜਮਾਤ ਦੇ ਵਿੱਚ ਜੋ ਪੰਜਾਬੀ ਦੀ ਪੁਸਤਕ ਸੀ ਉਹਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਕਿ ਕਿਸੇ ਗੁਰਸਿੱਖ ਪਰਿਵਾਰ ਦੇ ਵਿੱਚ ਇੱਕ ਸਾਧੂ ਜਾਂਦਾ ਹੈ ਤੇ ਘਰ ਦੀ ਬਹੂ ਉਸ ਨੂੰ ਭਿੱਖਿਆ ਦਿੰਦੀ ਹੈ। ਜਦੋਂ ਉਹ ਭਿੱਖਿਆ ਦੇਣ ਵਾਸਤੇ ਬਾਹਰ ਆਉਂਦੀ ਹੈ ਤੇ ਉਹ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਹੁੰਦੀ ਹੈ। ਸਾਧੂ ਨੂੰ ਬੜਾ ਪ੍ਰਭਾਵ ਪੈਂਦਾ ਹੈ ਤੇ ਪੁੱਛਦਾ ਹੈ, ਬੇਟਾ ਜੀ ਤੁਹਾਡੀ ਉਮਰ ਕਿੰਨੀ ਹੈ? ਤੇ ਬੱਚੀ ਜਵਾਬ ਦਿੰਦੀ ਹੈ ਕਿ ਮੇਰੀ ਉਮਰ 13 ਸਾਲ ਦੀ ਹੈ। ਸਾਧੂ ਬੜਾ ਅਚੰਭਿਤ ਹੁੰਦਾ ਹੈ ਕਿ ਐਡੀ ਵੱਡੀ ਲੜਕੀ ਆਪਣੀ ਉਮਰ 13 ਸਾਲ ਦੱਸ ਰਹੀ ਹੈ। ਹਾਂ ਬੇਟਾ ਜੀ, ਤੁਹਾਡੀ ਸੱਸ ਦੀ ਉਮਰ ਕਿੰਨੀ ਹੈ? ਕਹਿੰਦੀ ਜੀ ਉਹਦੀ ਉਮਰ 3 ਸਾਲ ਹੈ। ਤੇ ਸਾਧੂ ਨੂੰ ਹੋਰ ਅਚੰਭਾ ਹੋਇਆ। ਉਹਨੇ ਫਿਰ ਪੁੱਛਿਆ ਕਿ ਬੇਟਾ ਜੀ ਅੱਛਾ ਫਿਰ ਦੱਸੋ ਤੁਹਾਡੇ ਸਹੁਰੇ ਦੀ ਉਮਰ ਕਿੰਨੀ ਹੈ? ਕਹਿੰਦੀ ਉਹ ਤਾਂ ਜੇ ਜੰਮੇ ਹੀ ਨਹੀਂ। ਹੁਣ ਸਾਧੂ ਦੇ ਵਿੱਚ ਬੜੀ ਵੱਡੀ ਜਿਗਿਆਸਾ ਪੈਦਾ ਹੋਣ ਰਹੀ ਆ ਕਿ ਇਹ ਬੱਚੀ ਨੇ ਕੀ ਬੁਝਾਰਤ ਪਾਤੀ ਹੈ। ਸਾਧੂ ਨੇ ਫਿਰ ਬੱਚੀ ਨੂੰ ਆਖਿਆ ਕਿ ਤੂੰ ਇਸ ਨੂੰ ਮੈਨੂੰ ਸਮਝਾ ਕਿ ਕਿਤਨਾ ਤੂੰ ਕਿਹਾ ਹੈ। ਤੇ ਬੱਚੀ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦਾ ਬਾਕੀ ਸਮਾਂ ਸਾਲ ਤੇ ਵਿਅਰਥ ਗਵਾਤਾ। ਇਹ 13 ਸਾਲਾਂ ਤੋਂ ਮੈਂ ਗੁਰੂ ਦੇ ਲੜ ਲੱਗੀ ਹਾਂ, ਗੁਰੂ ਦੀ ਬਾਣੀ ਨਾਲ ਪ੍ਰੀਤ ਲੱਗੀ ਹੈ ਤੇ ਗੁਰੂ ਦੇ ਚਰਨਾਂ ਨੂੰ ਮੈਂ ਸਮਰਪਿਤ ਹਾਂ। ਇਸ ਕਰਕੇ ਬਾਕੀ ਦੀ ਜ਼ਿੰਦਗੀ ਮੇਰੀ ਤੇ ਬੇਕਾਰ ਗਈ ਹੈ। ਇਹ 13 ਸਾਲ ਜੋ ਮੈਂ ਗੁਰੂ ਦੇ ਲੜ ਲੱਗੀ ਹਾਂ, ਇਹੋ ਹੀ ਮੇਰੀ ਜ਼ਿੰਦਗੀ ਦਾ ਅਸਲ ਹੈ। ਤੇ ਮੈਂ 13 ਸਾਲ ਦੀ ਹਾਂ। ਮੇਰੀ ਸੱਸ ਪਹਿਲੇ 10 ਸਾਲ ਤੇ ਮੇਰੇ ਨਾਲ ਬੜਾ ਬੁਰਾ ਵਿਹਾਰ ਕਰਦੀ ਰਹੀ। ਉਹਨੂੰ ਗੁਰਮਤਿ ਦੇ ਨਾਲ ਕੋਈ ਪਿਆਰ ਨਹੀਂ ਸੀ ਤੇ ਪਿਛਲੇ 3 ਸਾਲਾਂ ਤੋਂ ਉਹ ਗੁਰਮਤਿ ਨਾਲ ਲੱਗੀ ਹੈ। ਇਸ ਕਰਕੇ ਮੇਰੀ ਸੱਸ ਦੀ ਉਮਰ ਮੈਂ 3 ਸਾਲ ਰੱਖੀ ਹੈ। ਤੇ ਮੇਰੇ ਸਹੁਰੇ ਸਾਹਿਬ ਜਿਹੜੇ ਹਨ ਉਹ ਤੇ ਸ਼ਰਾਬ ਪੀ ਲੈਂਦੇ ਹਨ, ਟਾਰਾਂ ਗਾ ਲੈਂਦੇ ਹਨ, ਇੱਧਰ ਉੱਧਰ ਬਦਗੂਈਆਂ ਕਰ ਲੈਂਦੇ ਹਨ। ਉਹਨਾਂ ਨੇ ਅਜੇ ਤੱਕ ਗੁਰਮਤਿ ਦਾ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਤੇ ਇਸ ਕਰਕੇ ਉਹ ਤੇ ਇਸ ਸੰਸਾਰ ਵਿੱਚ ਆਏ ਹੀ ਨਹੀਂ। ਬੱਚਿਓ, ਪਰਮਾਤਮਾ ਦੀ ਸ਼ਰਨ ਵਿੱਚ ਕੀਤਾ ਹੋਇਆ ਸਾਡਾ ਇੱਕ ਇੱਕ ਕਾਰਜ ਉਹ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਤੇ ਤੁਹਾਨੂੰ ਰੋਜ਼ ਅਗਰ ਤੁਸੀਂ 5-5 ਮਿੰਟ ਵੀ ਪਰਮਾਤਮਾ ਨੂੰ ਯਾਦ ਕਰਦੇ ਹੋ ਤੇ ਇਹ ਕਈ ਸਾਲ ਬਣ ਜਾਂਦੇ ਹਨ। ਇਹ ਤੁਹਾਡੀ ਜੀਵਨ ਦੇ ਬਹੁਤ ਹੀ ਅਮੁੱਲ ਸਮੇਂ ਹੁੰਦੇ ਹਨ। ਦੂਸਰੀ ਗੱਲ ਮੈਂ ਆਪਣੇ ਇਹਨਾਂ ਬੱਚਿਆਂ ਵਾਸਤੇ ਕਹਿ ਦਿੰਦਾ ਹਾਂ, 16 ਤਰੀਕ ਨੂੰ ਸਾਡਾ ਇਹ ਕੈਂਪ ਸ਼ੁਰੂ ਹੋਇਆ। ਜਦੋਂ ਸਾਡਾ ਕੈਂਪ ਸ਼ੁਰੂ ਹੋਇਆ ਬੱਚਿਆਂ ਦੇ ਵਿੱਚ ਬੜੀ ਚੁਲਬੁਲਤਾ ਸੀ, ਬੜੇ ਇੱਧਰ ਉੱਧਰ ਭੱਜੇ ਫਿਰਦੇ ਸੀ, ਜਾਂ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅਨੁਸ਼ਾਸਨ ਨਹੀਂ ਸੀ। ਤੇ ਸਾਡੇ ਦਿਲ ਦੇ ਵਿੱਚ ਇੱਕ ਗੱਲ ਆਈ ਕਿ 6 ਦਿਨ ਦਾ 7 ਦਿਨਾਂ ਦਾ ਕੈਂਪ ਹੈ, 7 ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਕੁਛ ਨਹੀਂ ਸਿਖਾ ਪਾਵਾਂਗੇ। ਪਰ ਸਤਿਗੁਰੂ ਦਤਾਰ ਦੀ ਕੀ ਖੇਡ ਵਰਤੀ, ਸਤਿਗੁਰੂ ਦਤਾਰ ਨੇ ਕੀ ਸਾਡੇ ਤੇ ਬਖਸ਼ਿਸ਼ ਕੀਤੀ। ਇਹ ਬੱਚੇ ਜੋ ਸਾਡੇ ਪ੍ਰਚਾਰਕਾਂ ਨੇ ਇਹਨਾਂ ਨੂੰ ਸਿਖਾ ਲਿਆ, ਜੋ ਇਹਨਾਂ ਦੇ ਵਿੱਚ ਡਿਸਿਪਲਿਨ ਭਰਿਆ, ਔਰ ਗੁਰੂ ਮਹਾਰਾਜ ਦੀ ਜੋ ਅਪਾਰ ਬਖਸ਼ਿਸ਼ ਇਹਨਾਂ ਤੋਂ ਹੋਈ। 3 ਦਿਨ ਤੋਂ ਬਾਅਦ ਇਹ ਲੱਗਦਾ ਸਨ ਕਿ ਇਹ ਬੱਚੇ ਗੁਰਮਤਿ ਵਿੱਚ ਪੂਰੇ ਰੰਗੇ ਹੋਏ ਹਨ। ਤੇ ਸਾਨੂੰ ਇਹ ਲੱਗਾ ਕਿ ਅਸੀਂ ਹੁਣ ਕੁਛ ਨਹੀਂ ਜਾਣਦੇ, ਸਾਨੂੰ ਇਹਨਾਂ ਬੱਚਿਆਂ ਕੋਲ ਕੁਝ ਸਿੱਖਣਾ ਪਵੇਗਾ। ਇਹ ਸੀ ਕਰਾਮਾਤ ਜੋ ਇੱਥੇ ਇਹਨਾਂ ਬੱਚਿਆਂ ਨਾਲ ਵਰਤਦੀ ਹੋਈ ਅਸੀਂ ਵੇਖੀ ਹੈ। ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਕਰਦੇ ਹਾਂ। ਸਤਿਗੁਰੂ ਦਤਾਰ ਬਖਸ਼ਿਸ਼ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਲੈ ਕੇ ਜਾਣ। ਜੋ ਇਹਨਾਂ ਨੇ ਰੁਚੀ ਗੁਰਮਤਿ ਪ੍ਰਤੀ ਦਿਖਾਈ ਹੈ ਉਹ ਅਪੂਰਵ ਹੈ, ਅਦਿੱਤਯ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਅਸੀਂ ਇਹਨਾਂ ਦੀਆਂ ਸ਼ੁਭ ਕਾਮਨਾਵਾਂ ਨਾਲ ਹੀ ਅਸੀਂ 1-2 ਬੇਨਤੀਆਂ ਹੋਰ ਕਰ ਦਿੰਦੇ ਹਾਂ, ਕਿਉਂਕਿ ਸਾਡੇ ਲਈ ਇਹ ਪਹਿਲਾ ਕੈਂਪ ਸੀ। ਸਾਡੇ ਕੋਲ ਕਈ ਗਲਤੀਆਂ ਹੋਈਆਂ ਹੋਣਗੀਆਂ। ਅਸੀਂ ਆਪਣੇ ਪ੍ਰਚਾਰਕਾਂ ਪਾਸ ਤੇ ਜਾਂ ਅਸੀਂ ਆਪਣੇ ਇਹਨਾਂ ਬੱਚਿਆਂ ਪਾਸ ਜਾਂ ਇਹਨਾਂ ਦੇ ਮਾਤਾ ਪਿਤਾਵਾਂ ਪਾਸ ਬੇਨਤੀ ਕਰ ਦਿੰਦੇ ਹਾਂ ਕਿ ਸਾਡੀਆਂ ਇਹਨਾਂ ਗਲਤੀਆਂ ਨੂੰ ਚਿਤਾਰਿਓ ਨਾ। ਆਉਣ ਵਾਲੇ ਕੈਂਪਾਂ ਵਿੱਚ ਅਸੀਂ ਵੱਧ ਤੋਂ ਵੱਧ ਸਹਿਯੋਗ ਕਰਾਂਗੇ
ਔਰ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਇਹ ਸਾਰੇ ਕਾਰਜ ਜਿੰਦੇ ਹੈ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਹੋ ਸਕਣ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।